ਡਿਠਾ ਸਭ ਸੰਸਾਰ ਸੁਖ ਨਾਮ ਬਿਨ ਤਨ ਤਨ ਹੋਸੀ ਛਾਰ ਜਾਣੈ ਕੋਏ ਜਨ ਡਿਠਾ ਸਭ ਸੰਸਾਰ ਸੁਖ ਨਾਮ ਬਿਨ ਨ ਚੰਦੁਲਭੰ ਤਨੰ ਰੂਪੰ ਨ ਚੰਦੁਲਭੰ ਸਵਰਗ ਰਾਜਨੈ ਨ ਚ ਦੁਰਲਭਯੰ ਭੋਜਨੰ व्यंजनं न च दुर्लभ्यं स्वच्छंबरः न च दुर्लभ्यं सुत मित भ्रात बांधव न च दुर्लभ्यं बंता विलासः न च दुर्लभ्यं विद्या प्रवीणं न च दुर्लभ्यं चतुर चंचलः दुर्लभ्य एक भगवान नामै नानक लभद्यं साध संग प्रभ कृपा प्रभं जत कतै ततै दृष्टं स्वर्ग मर्त पयाल लोकै सर्वत्र रमणं गोविंद नानक लेप सेब न लिप्यते जत कतै ततै दृष्टं स्वर्ग मर्त पयाल लोकै सर्वत्र रमणं गोविंद नानक लेप सेब न लिप्यते। वाहिगुरु जी का खालसा वाहिगुरु जी की फतेह। गुरमुख जनां दे चरनां विच प्रणाम। साध संगत जीओ, न च दुर्लभ्यं धनं रूपं न च दुर्लभ्यं स्वर्ग राजन। गुरु महाराज पंचम धन धन गुरु अर्जन देव जी फरमा रहे हैं, धन रूप भी दुर्लभ नहीं है, सौखा मिल जाता है। स्वर्ग का राज करना भी कोई बहुत मुश्किल गल नहीं है, भी सौखा मिल जाता है। ਇੱਥੇ ਵਿਚਾਰ ਸਾਧ ਸੰਗਤ ਜੀ, ਉਹ ਸਾਡੀ ਦੂਜੀ ਜਿਹੜੀ ਪੁਰਾਣੀ ਸਭਿਅਤਾ ਉਹਦੇ ਨਾਲੋਂ ਕਿੰਨੀ ਭਿੰਨ ਹੈ ਗੁਰਬਾਣੀ ਦੀ। ਅਸੀਂ ਇੰਦਰ ਨੂੰ ਬਹੁਤ ਬੜਾ ਕਰਦੇ ਹਾਂ ਵੀ ਇੰਦਰ ਸਵਰਗ ਦਾ ਰਾਜਾ ਹੈ, ਲੇਕਿਨ ਗੁਰਬਾਣੀ ਫਰਮਾਉਂਦੀ ਹੈ ਵੀ ਇਹ ਵੀ ਕੋਈ ਦੁਰਲਭ ਗੱਲ ਨਹੀਂ ਹੈ। ਸੋ ਦੇਵੀ ਦੇਵਤੇ ਹੋ ਜਾਣਾ ਜਾਂ ਉਹਨਾਂ ਦੇ ਰਾਜੇ ਬਣ ਜਾਣਾ, ਸਵਰਗ ਨੂੰ ਪ੍ਰਾਪਤ ਕਰ ਲੈਣਾ, ਸਿੱਖ ਮਤ ਦੇ ਵਿੱਚ ਦੀਜ਼ ਆਰ ਇਮੈਟੀਰੀਅਲ ਥਿੰਗਸ, ਇਹਨਾਂ ਦੀ ਕੋਈ ਬਹੁਤੀ ਵੈਲਿਊ ਨਹੀਂ ਹੈ। ਕਿਸੇ ਹੋਰ ਧਰਮ 'ਚ ਸਾਡੇ ਜਿਹੜੇ ਭਰਾ ਹੈ ਉਹ ਕਰਦੇ ਹੈ, ਪਰ ਸਾਡੇ ਵਾਸਤੇ ਕੁਛ ਨਹੀਂ ਹੈ। ਸਾਡੇ ਵਾਸਤੇ ਗੁਰੂ ਦੇ ਚਰਨ ਹੀ ਸਵਰਗ ਹੈ। ਕਬੀਰ ਸਵਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੈ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤਾ ਰਾਤ। ਨਾ ਚ ਦੁਰਲਭਯੰ ਭੋਜਨੰ ਵਿਅੰਜਨੰ, ਨਾ ਤਾਂ ਜਿਹੜਾ ਭੋਜਨ ਸਰੀਰ ਨੂੰ ਜਿਉਂਦਾ ਰੱਖਣ ਖਾਤਰ ਆਪਾਂ ਛਕਦੇ ਹਾਂ ਉਹ ਵੀ ਕੋਈ ਦੁਰਲਭ ਨਹੀਂ ਹੈ, ਹਰ ਇੱਕ ਨੂੰ ਮਿਲਦਾ ਹੈ। ਤੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਵਿਅੰਜਨ ਸਵਾਦੀ ਭੋਜਨ ਆਪਾਂ ਕਰਦੇ ਹਾਂ, ਖਾਂਦੇ ਹਾਂ, ਜਿਹਨੂੰ ਡਿਸ਼ ਕਹਿੰਦੇ, ਡਿਸ਼ ਜਾਂ ਡੈਜ਼ਰਟ, ਉਹ ਵੀ ਕੋਈ ਦੁਰਲਭ ਚੀਜ਼ ਨਹੀਂ ਹੈ, ਮਿਲ ਜਾਂਦੇ। ਸਵੱਛ ਅੰਬਰ, ਸਾਫ ਸੁਥਰੇ ਕੱਪੜੇ, ਔਰ ਜਿਹਦੇ ਵਿੱਚ ਫਿਰ ਜਿਹੜੇ ਚੰਗੀ ਤਰ੍ਹਾਂ ਜ਼ਿਆਦਾ ਉੱਚੀ ਸੋਚ ਵਾਲੇ ਜਿਹੜੇ ਲੋਕ ਹੈ, ਉੱਚੀ ਸੋਚ ਤੋਂ ਮਤਲਬ ਹੈ ਪੈਸੇ ਧੇਲਿਆਂ ਵਾਲੇ ਜਿਹੜੇ ਦੁਨਿਆਵੀ ਲੋਕ ਹੈ, ਉਹ ਮਖਮਲਾਂ ਪਾਉਂਦੇ ਹੈ ਔਰ ਕੀਮਤੀ ਕੱਪੜੇ ਪਾਉਂਦੇ ਹੈ। ਅੱਜ ਕੱਲ੍ਹ ਕਹਿੰਦੇ ਆ ਬੱਚੇ ਅੱਜ ਕੱਲ੍ਹ ਦੇ ਵੀ ਬ੍ਰਾਂਡਡ ਚਾਹੀਦੇ ਹੈ, ਉਹ ਵੀ ਕੋਈ ਦੁਰਲਭ ਗੱਲ ਨਹੀਂ ਹੈ, ਉਹ ਵੀ ਮਿਲ ਜਾਂਦੇ। ਨਾ ਚਾਹੇ ਦੁਰਲਭਯੰ ਸੁਤ ਮਿੱਤਰ ਭਰਾਤ ਬਾਂਧਵ, ਇਹ ਜਿਹੜੀਆਂ ਵਸਤਾਂ ਹੈ, ਪੁੱਤਰ ਮਿੱਤਰ ਭਾਈ ਰਿਸ਼ਤੇਦਾਰ, ਇਹ ਵੀ ਕੋਈ ਦੁਰਲਭ ਨਹੀਂ ਹੈ ਵੀ ਸਭ ਨੂੰ ਮਿਲ ਜਾਂਦੀਆਂ। ਭਾਈ ਜੰਗਲ ਵਿੱਚ ਵੀ ਮਿਲਦੀਆਂ ਜੀਵਾਂ ਨੂੰ। ਨਾ ਚਾਹੇ ਦੁਰਲਭਯੰ ਬਨਤਾ ਵਿਲਾਸ, ਔਰਤ ਦੇ ਜਿਹੜੇ ਸੁੱਖ ਹੈ, ਔਰਤ ਦੇ ਨਾਲ ਭੋਗ ਵਿਲਾਸ ਹੈ, ਉਹ ਵੀ ਕੋਈ ਦੁਰਲਭ ਗੱਲ ਨਹੀਂ ਹੈ। ਨਾ ਚਾਹੇ ਦੁਰਲਭਯੰ ਵਿਦਿਆ ਪ੍ਰਵੀਣੰ, ਵਿਦਿਆ ਦੇ ਵਿੱਚ ਬਹੁਤ ਪ੍ਰਵੀਣ ਹੋ ਜਾਣਾ, ਮਾਹਰ ਹੋ ਜਾਣਾ, ਜਿਹਨੂੰ ਆਪਾਂ ਕਹਿੰਦੇ ਹਾਂ ਬਈ ਵਿਦਵਾਨ ਹੋ ਜਾਣਾ, ਇਹ ਵੀ ਕੋਈ ਦੁਰਲਭ ਗੱਲ ਨਹੀਂ ਹੈ। ਇਹੋ ਜਿਹੇ ਵੀ ਉਰੇ ਇਸ ਸੰਸਾਰ ਦੇ ਉੱਤੇ ਹੋ ਕੇ ਗਏ ਹੈ ਆਪਣੇ ਵਿਦਵਾਨ, ਜਿਨ੍ਹਾਂ ਨੇ ਸਾਰਿਆਂ ਵਿਦਵਾਨਾਂ ਨੂੰ ਹਰਾ ਕੇ ਉਹਨਾਂ ਦੀਆਂ ਪੁਸਤਕਾਂ ਵੀ ਹਥਿਆ ਲਈਆਂ ਸੀਗੀਆਂ। ਨਚ ਦੁਰਲਭਯੰ ਚਤਰ ਚੰਚਲ ਹੈ,
ਨਾ ਹੀ ਕੋਈ ਚਤਰ ਚਲਾਕੀ ਹੋ ਜਾਣਾ, ਚਤਰ ਚਲਾਕ ਹੋ ਜਾਣਾ ਜਾਂ ਚਲਾਕੀਆਂ ਵਰਤਣ ਵਾਲਾ ਹੋ ਜਾਣਾ, ਇਹ ਵੀ ਕੋਈ ਬਹੁਤ ਮੁਸ਼ਕਿਲ ਗੱਲ ਨਹੀਂ, ਇਹ ਵੀ ਮਿਲ ਜਾਂਦੀ ਹੈ। ਤੇ ਦੁਰਲੱਭ ਗੱਲ ਕਿਹੜੀ ਹੈ ਜਿਹੜੀ ਨਹੀਂ ਮਿਲਦੀ? ਦੁਰਲਭਯੰ ਏਕ ਭਗਵਾਨ ਨਾਮ ਹੈ। ਭਗਵਾਨ ਦਾ ਜਿਹੜਾ ਨਾਮ ਹੈ ਇਹ ਦੁਰਲੱਭ ਹੈ। ਹੁਣ ਸਾਧ ਸੰਗਤ ਜੀ, ਇੱਥੇ ਫੇਰ ਇੱਕ ਨੁਕਤਾ ਆਊਗਾ, ਇਹ ਗੁਰਬਾਣੀ ਦਾ ਭੇਦ ਹੈ। ਭਗਵਾਨ ਦਾ ਨਾਮ ਤਾਂ ਹਰ ਇੱਕ ਕੋਲ ਹੀ ਹੈ। ਕੋਈ ਬੰਦਾ ਹੈ ਜਿਹੜਾ ਨਹੀਂ ਵਾਹਿਗੁਰੂ ਕਹਿੰਦਾ, ਸਿੱਖ ਜਾਂ ਕਦੇ ਨਾ ਕਦੇ ਕਹਿੰਦਾ, ਜਾਂ ਕੋਈ ਗੋਡ ਨਹੀਂ ਕਹਿੰਦਾ, ਕੋਈ ਅੰਗਰੇਜ਼ ਜਾਂ ਕੋਈ ਅੱਲਾ ਨਹੀਂ ਕਹਿੰਦਾ, ਕੋਈ ਮੁਸਲਮਾਨ, ਐਸਾ ਕੋਈ ਹੈ ਨਹੀਂ ਹੈ, ਸਭ ਕੋਲ ਹੈ। ਇੱਥੇ ਕਿਹੜੇ ਨਾਮ ਦੀ ਗੱਲ ਹੋ ਰਹੀ ਹੈ? ਜਿਹੜਾ ਦੁਰਲੱਭ ਹੈ, ਜਿਹੜਾ ਅੰਦਰੋਂ ਪ੍ਰਗਟ ਹੁੰਦਾ, ਜਿਹੜਾ ਹਉਮੈ ਟੁੱਟੇ ਤੋਂ ਬਾਅਦ, ਗੁਰੂ ਭੇਂਟ ਤੋਂ ਬਾਅਦ ਪ੍ਰਗਟ ਹੁੰਦਾ ਹੈ, ਉਹ ਦੁਰਲੱਭ ਹੈ। ਰੱਬ ਦਾ ਨਾਮ ਐਜ ਸੱਚ ਦੁਰਲੱਭ ਨਹੀਂ ਹੈ, ਇਹ ਸਭ ਕੋਲ ਹੈ। ਪਰ ਰੱਬ ਦਾ ਨਾਮ ਅੰਦਰੋਂ ਪ੍ਰਗਟ ਹੋ ਜਾਣਾ ਗੁਰੂ ਦੀ ਕਿਰਪਾ ਦੇ ਨਾਲ, ਸੰਗਤ ਦੇ ਵਿੱਚ ਜਾ ਕੇ, ਉਹ ਦੁਰਲੱਭ ਚੀਜ਼ ਹੈ। ਉਹ ਹਰ ਇੱਕ ਨੂੰ ਨਹੀਂ ਮਿਲਦਾ, ਉਹ ਈਸੋਟੈਰਿਕ ਹੈ। ਰੱਬ ਦਾ ਨਾਮ ਜਿਹੜਾ ਬਾਹਰ ਤੋਂ, ਉਹ ਐਕਸੋਟੈਰਿਕ ਹੈ, ਤੇ ਜਿਹੜਾ ਅੰਦਰ ਨਾਮ ਦਾ ਪ੍ਰਗਟ ਹੋ ਜਾਣਾ ਉਹ ਈਸੋਟੈਰਿਕ ਹੈ। ਇਹਦੇ ਤਹਿਤ ਹੀ, ਹਾਲਾਂਕਿ ਰੱਬ ਦਾ ਨਾਮ ਵੀ ਤਾਂ ਬਹੁਤ ਪਵਿੱਤਰ ਹੈ, ਉਸੇ ਨੇ ਅੱਗੇ ਜਿਹੜਾ ਅੰਦਰ ਤੋਂ ਨਾਮ ਪ੍ਰਗਟ ਹੋਣਾ, ਉਹਦੇ ਵਿੱਚ ਵੀ ਰੱਬ ਦਾ ਨਾਮ ਹੀ ਹੋਣਾ ਹੈ, ਪਰ ਉਹ ਕੰਡੀਸ਼ਨਲ ਹੈ ਵੀ ਹਉਮੈ ਟੁੱਟ ਕੇ ਅੰਦਰੋਂ ਪ੍ਰਗਟ ਹੋਵੇ। ਸੋਈ ਨਾਮ ਭਗਤੈ ਭਵ ਤਾਰਨ, ਅਮਰਦਾਸ ਗੁਰ ਕੋ ਫੁਰਿਆ। ਸਤਿਕਾਰਯੋਗ ਭੱਟਾ ਨੇ ਇਹ ਬਚਨ ਉਚਾਰਿਆ। ਉਹੀ ਪਰਮਾਤਮਾ ਦਾ ਨਾਮ ਜਿਹੜਾ ਸਾਰੇ ਸੰਸਾਰ ਨੂੰ ਤਾਰਦਾ ਹੈ, ਭਗਤਾਂ ਨੂੰ ਤਾਰਦਾ ਹੈ, ਉਹ ਗੁਰੂ ਅਮਰਦਾਸ ਜੀ ਦੇ ਅੰਦਰ ਫੁੱਟ ਪਿਆ। ਜਿਹੜਾ ਆਪਾਂ ਕਹਿੰਦੇ ਆ ਇਹ ਬਾਹਰ ਤੋਂ ਰਸਨਾ ਬੋਲਦੀ ਹੈ, ਤੋ ਜਿਹੜੇ ਭਗਤ ਦੇ ਨਾਮ ਦੀ ਬਾਤ ਪਾ ਰਹੇ ਹੈ, ਗੁਰੂ ਪਾਤਸ਼ਾਹ ਪਾ ਰਹੇ, ਉਹ ਅੰਦਰ ਤੋਂ ਫੁੱਟਦਾ ਹੈ, ਸੋਮੇ ਦੀ ਤਰ੍ਹਾਂ। ਐਂ ਕਹਿ ਲਓ ਵੀ ਇੱਕ ਨਦੀ ਵਹਿ ਰਹੀ ਹੈ, ਉਹ ਰੱਬ ਦਾ ਨਾਮ ਹੈ, ਤੇ ਜਿਹੜੇ ਚਸ਼ਮੇ ਚੋਂ ਨਿਕਲ ਰਹੀ ਹੈ ਫੁੱਟ ਕੇ ਪਾਣੀ ਆਪਣੇ ਆਪ ਤੋਂ, ਫੁਰਨਾ ਜਿਹਨੂੰ ਕਿਹਾ ਜਾਂਦਾ, ਫੁੱਟਣਾ ਕਿਹਾ ਜਾਂਦਾ। ਧਰਤੀ ਦੀ ਹਿੱਕ ਪਾੜ ਕੇ ਜਿਹੜਾ ਸੋਮਾ ਨਿਕਲਦਾ, ਚਸ਼ਮਾ ਨਿਕਲਦਾ, ਉਹ ਹੈ ਨਾਮ। ਹਾਲਾਂਕਿ ਉਹ ਵੀ ਪਾਣੀ ਹੈ, ਉਹ ਵੀ ਪਾਣੀ ਹੈ, ਪਰ ਦੋਹਾਂ ਦੇ ਵਿੱਚ ਅੰਤਰ ਹੈ। ਨਾਨਕ ਲਵਧਯੰ ਸਾਧ ਸੰਗ ਕਿਰਪਾ ਪ੍ਰਭੰ। ਹੁਣ ਇਹ ਕਿੱਥੋਂ ਮਿਲਦਾ ਫਿਰ ਜਿਹੜਾ ਰੱਬ ਦਾ ਨਾਮ ਹੈ ਭਾਈ? ਜਿਹੜਾ ਅੰਦਰ ਤੋਂ ਨਾਮ ਪ੍ਰਗਟ ਹੁੰਦਾ, ਉਹ ਕਿੱਥੋਂ ਮਿਲਦਾ ਹੈ? ਉਹ ਸਾਧ ਸੰਗਤ ਦੇ ਵਿੱਚ ਮਿਲਦਾ ਹੈ। ਕਿਰਪਾ ਜੇ ਪ੍ਰਭੂ ਦੀ ਹੋ ਜੇ ਤਾਂ। ਇਹ ਦੋਨੋਂ ਚੀਜ਼ਾਂ ਇਕੱਠੀਆਂ ਚੱਲਦੀਆਂ। ਨਾਮੇ ਲਾਏ ਸਵਾਰਿਅਨ, ਨਾਮ ਦੇ ਨਾਲ ਲਾ ਕੇ, ਨਾਮੇ ਲਾਏ ਸਵਾਰਿਅਨ, ਜੇ ਨਾਮ ਦੇ ਨਾਲ ਜੁੜ ਜੂਗਾ ਬੰਦਾ, ਫਿਰ ਉਹ ਸਵਾਰਿਆ ਜਾਂਦਾ ਹੈ, ਉਹ ਨਿਖਾਰਿਆ ਜਾਂਦਾ ਹੈ। ਤੋ ਜਦੋਂ ਨਾਮ ਦੇ ਨਾਲ ਜੁੜ ਗਿਆ, ਸੰਗਤ ਦੇ ਵਿੱਚੋਂ ਮਿਲ ਗਿਆ, ਗੁਰੂ ਦੀ ਹੋ ਗਈ ਕਿਰਪਾ, ਯਾਨੀ ਕਰਮ ਹੋ ਜੇ ਪਰਮਾਤਮਾ ਦਾ, ਸੰਗਤ ਦਾ ਹੋ ਜੇ ਮਿਲਾਪ, ਤੇ ਫਿਰ ਗੁਰੂ ਦੀ ਹੋ ਜੇ ਨਦਰ ਪ੍ਰਸਾਦ। ਬਸ ਫਿਰ ਇਹ ਸਾਰਾ ਕੁਝ ਦੁਰਲੱਭ ਨਹੀਂ ਰਹਿ ਜਾਂਦਾ, ਫਿਰ ਇਹ ਲੱਭ ਜਾਂਦਾ। ਅਦਰਵਾਈਜ਼ ਇਹ ਦੁਰਲੱਭ ਹੈ। ਸੰਸਾਰ ਦੀ ਹਰ ਇੱਕ ਚੀਜ਼ ਲੱਭ ਜਾਂਦੀ ਹੈ ਸੌਖੀ, ਪਰ ਨਾਮ ਜਿਹੜਾ ਅੰਦਰੋਂ ਪ੍ਰਗਟ ਹੋਣਾ, ਇਹ ਦੁਰਲੱਭ ਹੈ, ਨਾਯਾਬ ਹੈ, ਬੇਸ਼ਕੀਮਤੀ ਹੈ। ਇਹ ਰਤਨ ਹੈ। ਪੈਸਾ ਧੇਲਾ ਹਰ ਬੰਦੇ ਕੋਲ ਹੁੰਦਾ, ਰਤਨ ਬਹੁਤ ਘੱਟ ਵੇਲਿਆਂ ਕੋਲ ਹੁੰਦਾ। ਹਾਲਾਂਕਿ ਰਤਨ ਵੀ ਜੇ ਆਪਾਂ ਐਜ਼ ਕੰਪੇਅਰਡ ਵਿਦ ਨਾਮ ਦੇਖੀਏ ਤਾਂ ਰਤਨ ਵੀ ਅਵੇਲੇਬਲ ਹੈ ਸੰਸਾਰ ਦੇ ਖਾਸੇ, ਮਤਲਬ ਜਿਹੜੇ ਜੌਹਰੀ ਹੁੰਦੇ ਆ, ਉਹ ਜਿਵੇਂ ਪੰਜਾਬ ਵਿੱਚ ਵੀ ਹੋਣਗੇ 150, ਹਿੰਦੁਸਤਾਨ ਤਾਂ ਬਹੁਤ ਹਜ਼ਾਰ 'ਚ ਵੀ ਹੋ ਸਕਦੇ ਆ, ਉਹਨਾਂ ਕੋਲ ਹੁੰਦਾ। ਪਰ ਜਿਹੜਾ ਨਾਮ ਹੈ ਉਹ ਤਾਂ ਬਹੁਤ ਵਿਰਲੇ ਕੋਲ ਹੁੰਦਾ। ਸਾਰੇ ਹਿੰਦੁਸਤਾਨ 'ਚ 1, 2, 3 ਹੋ ਸਕਦੇ, ਜ਼ਿਆਦਾ ਨਹੀਂ, ਕਰੋੜਾਂ ਵਿੱਚੋਂ ਇੱਕ ਅੱਧਾ ਹੀ ਹੁੰਦਾ। ਤਾਂ ਉਹ ਜਿਹੜੇ ਦੁਰਲੱਭ ਵਸਤੂ ਆ, ਉਹ ਨਾਮ ਹੈ ਭਾਈ। ਇਹ ਗੁਰਮਤਿ ਦਾ ਬਹੁਤ ਇੱਕ ਤਕੜਾ ਕੰਸੈਪਟ ਹੈ, ਜਿਹੜਾ ਕਿ ਹੋਰ ਧਰਮਾਂ ਦੇ ਵਿੱਚ ਇੱਕ ਨਹੀਂ ਖੋਲਿਆ ਗਿਆ ਨਾਮ ਨੂੰ। ਪਰਮਾਤਮਾ ਦਾ ਨਾਮ ਸਭ ਲੰਨੇ ਹਰ ਹਰ ਕਰਦਾ, ਕੋਈ ਰਾਮ ਰਾਮ ਕਰਦਾ ਹੈ, ਕ੍ਰਿਸ਼ਨ ਕ੍ਰਿਸ਼ਨ ਕਰਦਾ ਹੈ, ਅੱਲਾ ਅੱਲਾ ਕਰਦਾ ਹੈ, ਤੋ ਕੋਈ ਗੋਡ ਗੋਡ ਕਰਦਾ। ਇਹ ਰੱਬ ਦਾ ਨਾਮ ਪਵਿੱਤਰ ਹੈ, ਲੇਕਿਨ ਜਿਹੜੇ ਨਾਮ ਦੀ ਬਾਤ ਗੁਰਬਾਣੀ ਪਾਉਂਦੀ ਹੈ, ਉਹ ਇਹੀ ਨਾਮ ਕਿਸੇ ਖਾਸ ਦਸ਼ਾ ਦੇ ਵਿੱਚ ਮਨ ਵਿੱਚੋਂ ਫੁੱਟਦਾ ਹੈ, ਪ੍ਰਗਟ ਹੁੰਦਾ। ਇਹ ਹੈ ਵਿਚਾਰ। ਤੋ ਜਿੰਨੇ ਵੀ ਸਾਰੇ ਰੋਗ ਹੈ ਇਹਨਾਂ ਦਾ ਕੱਟਣ ਵਾਲਾ ਉਹ ਨਾਮ ਹੈ ਜਿਹੜਾ ਅੰਦਰਲਾ ਹੈ। ਸਰਬ ਰੋਗ ਕਾ ਔਖਦ ਨਾਮ। ਕਈ ਦਫਾ ਸਾਡੀ ਜਿਹੜੀ ਉੱਪਰਲੀ ਬੁੱਧੀ ਹੈ,
ਉਹ ਇਹ ਸਮਝ ਕੇ ਗੁਰਬਾਣੀ ਦੇ ਅੱਖਰ ਅਰਥਾਂ ਨੂੰ ਬਹੁਤ ਉੱਪਰ ਤੋਂ ਲੈ ਕੇ ਪੋਲੇ ਪੋਲੇ ਯਾਨੀ ਉੱਪਰੋਂ ਉਹ ਇਸ ਤਰ੍ਹਾਂ ਅਰਥ ਕਰ ਬੈਠਦੀ ਆਪਣੇ ਮਨ ਵਿੱਚ ਵੀ ਜੇ ਹੁਣ ਭੀੜ ਪੈ ਗਈ ਕੋਈ ਹੁਣ ਵਾਹਿਗੁਰੂ ਵਾਹਿਗੁਰੂ ਕਹੋ, ਉਂਝ ਨਹੀਂ ਕਦੇ ਕਹਿਣਾ। ਉਹ ਹੋਣਾ ਜੋ ਉਹਦੇ ਹੁਕਮ ਵਿੱਚ ਹੋਣਾ। ਜੇ ਕੋਈ ਡੰਗਰ ਢਿੱਲਾ, ਕੋਈ ਬੱਚਾ ਢਿੱਲਾ, ਅਗਰ ਉਹਦੀ ਮੌਤ ਵੀ ਹੋਣੀ ਹੈ ਤਾਂ ਸਾਡੇ ਉਹ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਟਲ ਨਹੀਂ ਜਾਣੀ, ਕਿਉਂਕਿ ਉਹ ਅਟਲ ਹੈ ਉਹਦਾ ਹੁਕਮ। ਠੀਕ ਹੈ, ਅਸੀਂ ਬੇਨਤੀ ਤਾਂ ਕਰਨੀ ਹੈ, ਕਰਦੇ ਹੀ ਹੈ, ਪਰ ਉਹ ਨਹੀਂ ਟਲਦਾ, ਫਿਰ ਸਾਡਾ ਵਿਸ਼ਵਾਸ ਜਦੇ ਫਿਰ ਉੱਠ ਜਾਣਾ, ਕਿਉਂਕਿ ਅਸੀਂ ਮੌਕੇ ਦੇ ਮੌਕੇ ਹੀ ਵਾਹਿਗੁਰੂ ਕਿਹਾ, ਵੈਸੇ ਕਦੇ ਕਹਿੰਦੇ ਨਹੀਂ। ਤੋ ਇਹ ਹਰ ਵਕਤ ਜੇ ਅੰਦਰੋਂ ਉੱਠੇ ਉਹਦੀ ਕਿਰਪਾ ਦੇ ਨਾਲ, ਉਹ ਜਿਹੜਾ ਨਾਮ ਹੈ ਉਹ ਕੁਛ ਵੀ ਕਰਨ ਦੇ ਸਮਰੱਥ ਹੁੰਦਾ ਹੈ। ਉਹ ਧਰਤੀ ਤੋਂ ਹੇਠ ਤੋਂ ਉੱਪਰ ਵੀ ਕਰ ਸਕਦਾ ਹੈ। ਕਹੋਂ ਤਾਂ ਧਰਨ ਕੌਡੀ ਕਰੋ, ਕਹੋਂ ਤਾਂ ਲੈ ਕਰ ਉੱਪਰ ਧਰੋ। ਭਗਤ ਖਾਤਰ ਪਰਮਾਤਮਾ ਕੁਛ ਵੀ ਕਰ ਸਕਦਾ ਹੈ। ਆਪਣੇ ਭਗਤ ਦੀ ਰੱਖਿਆ ਖਾਤਰ ਉਹਨੂੰ ਆਉਣਾ ਪੈਂਦਾ ਹੈ, ਪ੍ਰੋਵਾਈਡਡ ਭਗਤ ਬੇਨਤੀ ਕਰੇ। ਜੇ ਭਗਤ ਨੇ ਹੁਕਮੇ ਮੰਨ ਲਿਆ ਉਹਦਾ ਵੀ ਠੀਕ ਹੈ, ਜੋ ਤੂੰ ਕਰ ਰਿਹਾ ਮੈਨੂੰ ਕਬੂਲ ਹੈ, ਮੈਨੂੰ ਤਵੀ ਵੀ ਕਬੂਲ ਹੈ, ਮੈਨੂੰ ਆਰਾ ਵੀ ਕਬੂਲ ਹੈ, ਉੱਥੇ ਫਿਰ ਉਹ ਨਹੀਂ ਆਉਂਦਾ, ਕਿਉਂਕਿ ਉਹਨੂੰ ਪਤਾ ਹੁੰਦਾ ਵੀ ਮੈਂ ਹੀ ਇੱਧਰ ਵੀ ਤਾਂ ਮੈਂ ਹੀ ਬੈਠਾ ਵਿੱਚ। ਸੰਸਾਰੀ ਬੁੱਧੀ ਨੂੰ ਭੁਲੇਖਾ ਪੈ ਜਾਂਦਾ ਜ਼ਰੂਰ ਵੀ ਉੱਥੇ ਕਿਉਂ ਨਹੀਂ ਆਇਆ, ਗੁਰੂਆਂ ਖਾਤਰ ਕਿਉਂ ਨਹੀਂ ਆਇਆ, ਸਿੰਘਾਂ ਖਾਤਰ ਕਿਉਂ ਨਹੀਂ ਆਇਆ। ਜਦੋਂ ਦਿਆਲਾ ਜੀ ਨੂੰ, ਭਾਈ ਦਿਆਲਾ ਜੀ ਨੂੰ ਦੇਗ ਚ ਬਾਲਿਆ ਗਿਆ, ਉੱਥੇ ਕਿਉਂ ਨਹੀਂ ਆਇਆ। ਨਾਮਦੇਵ ਖਾਤਰ ਕਿਉਂ ਆਇਆ, ਕਬੀਰ ਜੀ ਖਾਤਰ ਕਿਉਂ ਆਇਆ। ਇਹ ਬੁੱਧੀ ਦੇ ਸਵਾਲ ਹੈ ਸਾਰੇ। ਜਦੋਂ ਅੰਦਰ ਤੋਂ ਨਾਮ ਪ੍ਰਗਟ ਹੋ ਜਾਏ ਕੋਈ ਸਵਾਲ ਨਹੀਂ ਰਹਿ ਜਾਂਦਾ, ਫਿਰ ਉਹਨੂੰ ਪਤਾ ਚੱਲ ਜਾਂਦਾ ਹੈ ਵੀ ਭਾਈ ਅਗਰ ਮੈਂ ਉਹਨੂੰ ਬੁਲਾਉਣਾ ਚਾਹਾਂ ਤਾਂ ਉਹਨੂੰ ਆਉਣਾ ਪੈਣਾ ਹੈ। ਮੇਰਾ ਪ੍ਰੇਮੀ ਹੈ, ਮੇਰਾ ਉਹ ਮਾਂ ਬਾਪ ਹੈ, ਉਹ ਆਉਂਦਾ ਹੈ, ਛਡਾ ਦੂਗਾ। ਪਰ ਜੇ ਮੈਨੂੰ ਇਹ ਸਮਝ ਦੇਤੀ ਉਹਨੇ ਵੀ ਨਹੀਂ ਕੁਛ ਨਹੀਂ ਕਹਿਣਾ, ਬਸ ਮੇਰੇ ਚ ਲੀਨ ਰਹਿਣਾ, ਉੱਧਰ ਵੀ ਮੈਂ ਹੀ ਹਾਂ, ਇੱਧਰ ਵੀ ਮੈਂ ਹੀ ਹਾਂ, ਮੇਰਾ ਕੌਤਕ ਹੈ, ਤਾਂ ਉਹ ਕਦੇ ਵੀ ਅਪੀਲ ਨਹੀਂ ਕਰੂਗਾ ਵੀ ਹੁਣ ਆ ਕੇ ਮੈਨੂੰ ਛਡਾ ਦੇ। ਇਹ ਹੈ ਸਿੱਖ ਮਾਰਗ। ਇਹ ਹੈ ਜਿਹੜਾ ਭਗਤਾਂ ਤੋਂ ਵੀ ਥੋੜਾ ਜਿਹਾ ਵਿਸ਼ੇ ਅਲੱਗ ਕਰਦਾ ਸਿੱਖ ਧਰਮ ਨੂੰ, ਗੁਰਸਿੱਖਾਂ ਨੂੰ, ਜਿਹਦੇ ਖਾਤਰ ਹੀ ਭਾਈ ਗੁਰਦਾਸ ਜੀ ਨੇ ਇੰਨੀ ਵਡਿਆਈ ਸਿੱਖਾਂ ਦੀ ਕਰੀ ਹੈ। ਸਿੱਖਾਂ ਨੂੰ ਭਗਤ ਭਾਈ ਗੁਰਦਾਸ ਜੀ ਨੇ ਭਗਤਾਂ ਨਾਲੋਂ ਵੀ ਉੱਚੀ ਅਵਸਥਾ ਵਾਲਾ ਗਰਦਾਨਿਆ। ਜਾਣਾ ਕਣਾ ਸਿੱਖ ਨਹੀਂ, ਸਿੱਖ ਤਾਂ ਅਸੀਂ ਵੀ ਹੈ। ਜਿਹੜਾ ਉਹ ਗੁਰਸਿੱਖ ਹੈ, ਜਿਹੜਾ ਗੁਰਮੁਖ ਬਣ ਚੁੱਕਿਆ, ਜਿਹੜਾ ਸੰਤ ਬਣ ਚੁੱਕਿਆ ਅਸਲੀ ਅਰਥਾਂ 'ਚ, ਉਹ ਬਹਿੰਦਾ ਫਿਰ ਆਰੇ ਦੇ ਹੇਠ। ਤੇਰਾ ਕੀਆ ਮੀਠਾ ਲੱਗ ਗਿਆ ਉਹਨੂੰ, ਫਿਰ ਉਹ ਨਹੀਂ ਕਹਿੰਦਾ ਵੀ ਮੈਨੂੰ ਛਡਾ ਦੇ ਆ ਕੇ। ਜਦੋਂ ਦਫਾੜ ਹੋ ਕੇ ਸਰੀਰ ਗਿਰ ਗਿਆ, ਉਦੋਂ ਵੀ ਜਪਜੀ ਸਾਹਿਬ ਦੀ ਆਵਾਜ਼ ਆ ਰਹੀ ਹੈ ਵਿੱਚੋਂ, ਦੋਹਾਂ ਟੁਕੜਿਆਂ ਚੋਂ। ਤੋ ਭਾਈ ਨਾਮ ਜਿਹੜਾ ਹੈ ਉਹ ਦੁਰਲੱਭ ਹੈ। ਦੁਬਾਰਾ ਫਿਰ ਇੱਕ ਵਾਰ ਇਹਨੂੰ ਸਮਰਾਈਜ਼ ਕਰਦੇ ਹਾਂ ਵੀ ਪਰਮਾਤਮਾ ਦਾ ਨਾਮ ਹਰ ਇੱਕ ਕੋਲ ਹੈਗਾ ਹੈ, ਲੇਕਿਨ ਜਿਹੜਾ ਅੰਦਰੋਂ ਫੁੱਟਦਾ ਹੈ ਨਾਮ, ਉਹ ਦੁਰਲੱਭ ਹੈ। ਜਤ ਕਤੈ ਤਤੈ ਦ੍ਰਿਸ਼ਟੰ ਸਵਰਗ ਮਰਤ ਪਿਆਲ ਲੋਕੈ। ਉਹ ਜਿਹੜਾ ਵਾਹਿਗੁਰੂ ਹੈ, ਪਰਮਾਤਮਾ ਹੈ, ਜਿੱਥੇ ਕਿਤੇ ਦੇਖ ਲਓ ਉਹਨੂੰ ਦ੍ਰਿਸ਼ਟੀ ਪਾ ਕੇ, ਉੱਥੇ ਹੀ ਉਹ ਹੈਗਾ। ਅੱਗ 'ਚ ਵੀ ਹੈ, ਹਵਾ 'ਚ ਵੀ ਹੈ, ਖਲਾ 'ਚ ਵੀ ਹੈ, ਸਮੁੰਦਰਾਂ 'ਚ ਵੀ ਹੈ, ਹਰ ਜਗ੍ਹਾ ਉਹ ਹੈਗਾ। ਸਵਰਗ ਦੇ ਵਿੱਚ, ਮਾਤ ਲੋਕ ਵਿੱਚ, ਐਸ ਲੋਕ ਵਿੱਚ, ਔਰ ਪਤਾਲ ਦੇ ਵਿੱਚ, ਹਰ ਜਗ੍ਹਾ ਉਹ ਰਮਿਆ ਹੋਇਆ। ਸਰਬੱਤਰ ਰਮਣਮ ਗੋਬਿੰਦੈ, ਸਭ ਜਗ੍ਹਾ ਪਰਮਾਤਮਾ ਰਮਿਆ ਹੋਇਆ। ਨਾਨਕ ਲੇਪ ਛੇਪ ਨਾ ਲਿਪਿਆ ਤੇ, ਉਹਨੂੰ ਕੋਈ ਮਾਇਆ ਦਾ ਲੇਪ ਛੇਪ ਨਹੀਂ ਹੈ, ਕੋਈ ਉਹਦੇ ਤੇ ਕਲੰਕ ਨਹੀਂ ਹੈ, ਉਹ ਸਵੱਛ ਹੈ। ਲੇਪ ਦੇ ਵਿੱਚੋਂ ਲਿਪਟਿਆ ਵਾ ਹੈ ਹੀ ਨਹੀਂ ਮਾਇਆ ਦੇ ਵਿੱਚ। ਉਹ ਸਰਵੱਗ ਹੈ, ਉਹ ਹਰ ਜਗ੍ਹਾ ਵਿਆਪਕ ਹੈ। ਤੋ ਸਾਧ ਸੰਗਤ ਜੋ ਜਿਹੜੀ ਅੱਜ ਦੀ ਵਿਚਾਰ ਹੈ ਉਹ ਤਾਂ ਇੱਥੇ ਸਮਾਪਤ ਹੁੰਦੀ ਹੈ। ਥੋੜੀ ਜਿਹੀ ਵਿਚਾਰ ਹੋਰ ਜਿਹੜੀਆਂ ਕੱਲ ਪਰਸੋਂ ਵਿਚਾਰਾਂ ਹੁੰਦੀਆਂ ਰਹੀਆਂ ਉਹਦੇ ਨਾਲ ਜੁੜੇ। ਭਾਈ ਰਣਜੀਤ ਸਿੰਘ ਜੀ ਨੇ ਬਹੁਤ ਜ਼ੋਰ ਦਿੱਤਾ ਹੈ, ਇਹ ਜਿਹੜੇ ਚਾਰੇ ਪੰਜੇ ਆਏ ਹੈ ਜਾਨਵਰਾਂ ਦੇ ਨਾਮ, ਇਹਨਾਂ ਦੇ ਨਾਲ ਕਿਹੜੇ ਕਿਹੜੇ ਔਗਣ ਜੁੜੇ ਹੋਏ ਹੈ, ਸਾਰੇ ਸੱਜਣ ਜਾਣਦੇ ਆ, ਹੋਰ ਡਿਟੇਲ ਕਰਨਗੇ। ਇੱਕ ਅੱਧਾ ਗੱਲ ਕਰਕੇ ਆਪਾਂ ਸਮਾਪਤੀ ਕਰਦੇ ਹਾਂ। ਵੇਦ ਕਤੇਬ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ। ਇਹ ਵੇਦਾਂ ਨੂੰ, ਕਤੇਬਾਂ ਨੂੰ ਰੱਟਾ ਲਾ ਲੈਣਾ ਜਾਂ ਇਹਨਾਂ ਨੂੰ ਜੀਵਨ ਦੇ ਵਿੱਚ ਕਰਮ ਕਾਂਡ ਦੇ ਤੌਰ ਤੇ ਵਰਤਣਾ, ਇਹਨਾਂ ਦਾ ਕਿਆ ਗੁਣ ਹੈ ਪੜ੍ਹਿਆਂ ਦਾ ਭਾਈ। ਇਹ ਤਾਂ ਇਸ ਤਰ੍ਹਾਂ ਜਿਵੇਂ ਗਧੇ ਦੇ ਉੱਤੇ ਆਪਾਂ ਚੰਦਨ ਲੱਦ ਦੀਏ, ਹਰ ਖੋਤੇ ਦੇ ਉੱਪਰ ਚੰਦਨ ਲੱਦ ਦੀਏ, ਉਹਨੂੰ ਉਹ ਭਾਰ ਨਜ਼ਰ ਆਉਂਦਾ, ਹਾਲਾਂਕਿ ਚੰਦਨ ਕਿੰਨੀ ਕੀਮਤੀ ਚੀਜ਼ ਹੈ।
ਤੋ ਵੇਦ ਕਤੇਬ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ। ਸਪਸ਼ਟ ਪ੍ਰਮਾਣ ਹੈ ਗੁਰਬਾਣੀ ਦਾ। ਏਕ ਅੱਖਰ ਜੋ ਨਿਰਮਲ ਜਾਪੈ ਤਿਸ, ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ। ਵੇਦ ਕਤੇਬ ਜਿਹੜੇ ਸਾਡੇ ਸਾਹਮਣੇ ਪਹਿਲਾਂ ਸੀਗੇ ਤ੍ਰੈਗੁਣੀ ਲਿਖਤਾਂ ਗੁਰਬਾਣੀ ਮੁਤਾਬਕ, ਉਂਝ ਜਿਹੜੇ ਉਹਨਾਂ ਨੂੰ ਰੱਬੀ ਕਿਰਤ ਮੰਨਦੇ ਆ ਉਹਨਾਂ ਨੂੰ ਉਹ ਮੁਬਾਰਕ ਹੋਵੇ ਜੋ ਵੀ ਸੋਚਣ, ਪਰ ਅਸੀਂ ਗੁਰੂ ਨਾਲ ਚੱਲਣ ਵਾਲੇ ਹਾਂ। ਗੁਰੂ ਸਾਹਿਬ ਫਰਮਾਉਂਦੇ ਆ ਵੀ ਇਹ ਜਿਹੜੀਆਂ ਲਿਖਤਾਂ ਹੈ ਇਹ ਰੱਬੀ ਕਿਰਤ ਨਹੀਂ ਹੈ, ਕਿਉਂਕਿ ਜੋ ਜਿਨਕੀ ਸੁਤ ਪ੍ਰਭ ਚਰਨਨ ਲਾਗੀ ਤੇ ਬੇਦਨ ਤੇ ਭਏ ਤਿਆਗੀ। ਜਦੋਂ ਚੌਥੇ ਪਦ ਦੀ ਅਵਸਥਾ ਵਿੱਚ ਜਾ ਕੇ ਬੰਦਾ ਦੇਖਦਾ, ਜਿਵੇਂ ਭਗਤਾਂ ਨੇ ਦੇਖਿਆ, ਗੁਰੂ ਸਾਹਿਬਾਨਾਂ ਨੇ ਦੇਖਿਆ, ਉਦੋਂ ਉਹ ਜਿਹੜੀਆਂ ਪੁਸਤਕਾਂ ਹੈ ਉਹ ਤ੍ਰੈਗੁਣੀ ਹੈ ਉਸ ਵਿਚਾਰ ਦੇ ਵਿੱਚ, ਕਿਉਂਕਿ ਚਾਰੇ ਵੇਦ ਕਥੈ ਆਕਾਰ ਤੀਨ ਅਵਸਥਾ ਕਹੈ ਬਖਿਆਨ ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਣ। ਇਹਨਾਂ ਨੂੰ ਪੜ੍ਹਨੇ ਦੇ ਨਾਲ ਮੁਕਤੀ ਨਹੀਂ ਹੁੰਦੀ ਭਾਈ। ਮੁਕਤੀ ਕਿੱਥੋਂ ਹੋਣੀ ਹੈ? ਨਾਮ ਤੋਂ। ਨਾਮ ਕਿੱਥੋਂ ਮਿਲਣਾ ਹੈ? ਗੁਰਬਾਣੀ ਤੋਂ, ਗੁਰੂ ਗ੍ਰੰਥ ਸਾਹਿਬ ਜੀ ਤੋਂ। ਮੁਬਾਰਕ ਹੈ ਹਰ ਇੱਕ ਧਾਰਮਿਕ ਗ੍ਰੰਥ ਜਿਹਦੇ ਵਿੱਚ ਸੱਚ ਹੈਗਾ ਹੈ। ਹਰ ਇੱਕ ਗ੍ਰੰਥ ਵਿੱਚ ਸੱਚ ਹੈਗਾ, ਲੇਕਿਨ ਉਹ ਪੜੇਥਣ ਲੱਗਿਆ ਵਾ ਉਹਦੇ ਆਲੇ ਦੁਆਲੇ, ਉਹ ਵਿੱਚ ਲੁਕੋਇਆ ਹੋਇਆ ਨਾਮ ਮਾਤਰ। ਜਿਵੇਂ ਲਾਰਡ ਟਾਇਨਬੀ ਨੇ ਇਹ ਗੱਲ ਕਹੀ ਸੀ ਕਿ ਸਾਰੇ ਧਰਮਾਂ ਦਾ ਅਧਿਐਨ ਕਰਕੇ ਵੀ ਐਵਰੀ ਰਿਲੀਜੀਅਸ ਬੁੱਕ ਕੰਟੇਨਸ ਟਰੂਥ ਬਟ ਗੁਰੂ ਗ੍ਰੰਥ ਕੰਟੇਨਸ ਫੁੱਲਨੈਸ ਆਫ ਟਰੂਥ। ਸਮੁੱਚਾ ਸੱਚ ਉਹ ਬਾਣੀ ਚ ਹੈ। ਬਾਣੀ ਰੱਬੀ ਕਿਰਤ ਹੈ। ਚੌਥੇ ਗੁਣ ਵਾਲੇ ਮਹਾਂਪੁਰਸ਼ਾਂ ਨੇ, ਪਰਮ ਪਦ ਵਾਲੇ ਮਹਾਂਪੁਰਸ਼ਾਂ ਨੇ ਇਹਨੂੰ ਜਗਤ ਵਿੱਚ ਲਿਆਂਦਾ। ਗੁਰਬਾਣੀ ਨੂੰ ਰੱਬੀ ਕਿਰਤ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ। ਇਹ ਜਿਹੜੀ ਰੱਬੀ ਕਿਰਤ ਹੈ, ਇਹਦੇ ਪੜ੍ਹਨ ਨਾਲ, ਇਹਦੇ ਵਿਚਾਰਨ ਨਾਲ, ਇਹਦਾ ਜਪ ਕਰਨ ਦੇ ਨਾਲ, ਇਸ ਤੋਂ ਪ੍ਰਾਪਤ ਹੋਏ ਨਾਮ ਦੇ ਨਾਲ ਬੰਦਾ ਮੁਕਤ ਹੋ ਜਾਂਦਾ। ਸਾਡੀ ਜਿਹੜੀ ਸਮਝ ਹੈ ਸਾਧ ਸੰਗਤ ਜੀ, ਉਹ ਸਿੱਖ ਲੋਕ ਵੀ ਇਸ ਤਰ੍ਹਾਂ ਸੁਣੇ, ਕਈ ਵਿਦਵਾਨ ਗਿਆਤਾ ਉਹ ਗੁਰਬਾਣੀ ਨੂੰ ਵੀ ਉਹਨਾਂ ਦੇ ਨਾਲ ਜੋੜਦੇ ਆ ਦੂਜੀਆਂ ਲਿਖਤਾਂ ਦੇ। ਇਸ ਤਰ੍ਹਾਂ ਦੀ ਬਾਤ ਨਹੀਂ ਹੈ। ਰੱਬੀ ਕਿਰਤ ਨੂੰ ਤ੍ਰੈਗੁਣੀ ਕਿਰਤ ਨਾਲ ਜੋੜਿਆ ਨਹੀਂ ਜਾ ਸਕਦਾ। ਉਂਝ ਸਤਿਕਾਰ ਦੇ ਤੌਰ ਤੇ ਆਪਾਂ ਕਹਿ ਦਿੰਦੇ ਵੀ ਸਾਰਿਆਂ ਦੇ ਪਵਿੱਤਰ ਗ੍ਰੰਥ ਹੈ ਭਾਈ, ਸਾਰੇ ਮੁਬਾਰਕ ਹੈ, ਉਹ ਬਾਤ ਹੋਰ ਹੈ। ਗੁਰਬਾਣੀ ਦੀ ਜਿਹੜੀ ਗੁਰਬਾਣੀ ਦਾ ਪੜ੍ਹਨਾ ਵੀ ਹੈ ਨਾ, ਉਹ ਵੀ ਬਹੁਤ ਉੱਚੀ ਬਾਤ ਹੈ। ਜਿਵੇਂ ਆਪਾਂ ਵਾਹਿਗੁਰੂ ਕਹਿੰਦੇ ਹਾਂ, ਅਨਪੜ੍ਹ ਬੰਦਾ ਇੱਕ ਵਾਹਿਗੁਰੂ ਵਾਹਿਗੁਰੂ ਕਹਿ ਕੇ ਵੀ ਪਾਰ ਹੋ ਸਕਦਾ, ਗੁਰਬਾਣੀ ਮੰਨਦੀ ਹੈ ਇਸ ਬਾਤ ਨੂੰ। ਤਾਂ ਉਸੇ ਤਰ੍ਹਾਂ ਜੇ ਕੋਈ ਬਾਣੀ ਪੜ੍ਹਦਾ ਨਹੀਂ ਵੀ ਵਿਚਾਰ ਆਉਂਦੀ, ਉਹ ਤਾਂ ਵੀ ਲਾਭਦਾਇਕ ਹੈ। ਸੰਗਤ ਵੀ ਜਾ ਕੇ ਕੁਛ ਨਾ ਕੁਛ ਤਾਂ ਪ੍ਰਾਪਤੀ ਹੋਏ ਜਾਣੀ ਹੁੰਦੀ ਹੈ ਬੰਦੇ ਨੂੰ, ਸੰਗਤ ਚੋਂ ਇਹ ਚੀਜ਼ਾਂ ਮਿਲ ਜਾਂਦੀਆਂ। ਜੇ ਸਿੰਪਲੀ ਪੜ੍ਹਦਾ ਵੀ ਹੈ, ਨਹੀਂ ਵੀ ਅਰਥ ਭੇਦ ਆਉਂਦਾ, ਫੇਰ ਵੀ ਲਾਭਦਾਇਕ ਹੈ। ਕਿਉਂਕਿ ਜਿਹੜਾ ਘੜਾ ਖੂਹ ਦੇ ਉੱਤੇ ਰੋਜ਼ ਜਾਂਦਾ, ਮੌਣ ਦੇ ਉੱਤੇ ਧਰਿਆ ਜਾਂਦਾ, ਉੱਥੇ ਡਗੂਨ ਪਈ ਜਾਂਦਾ ਹੈ। ਇੱਕ ਵਾਰੀ ਕਿਸੇ ਘੜੇ ਵਿੱਚ ਅੰਮ੍ਰਿਤ ਪਾ ਦਈਏ, ਦੇਸੀ ਘੀ ਪਾ ਦਈਏ, ਉਹ 20-50 ਸਾਲ ਤੋਂ ਬਾਅਦ ਵੀ ਉਹਦੀ ਥੰਧਿਆਈ ਨਹੀਂ ਜਾਂਦੀ, ਔਰ ਉਹ ਚਮਕਦਾ ਸੂਰਜ ਦੀ ਰੋਸ਼ਨੀ ਚ। ਸੋ ਗੁਰਬਾਣੀ ਦਾ ਉਹਨਾਂ ਗ੍ਰੰਥਾਂ ਦੇ ਨਾਲ ਨਹੀਂ ਮੁਕਾਬਲਾ ਕਰਿਆ ਜਾ ਸਕਦਾ। ਬੇਸ਼ੱਕ ਇਹਨੂੰ ਕੋਈ ਸੰਕੀਰਨਤਾ ਵੀ ਕਹਿ ਦੇਵੇ, ਪਰ ਜੋ ਗੁਰੂ ਦੀ ਸਿੱਖਿਆ ਉਹ ਇਹੀ ਹੈ। ਵੇਦ ਕਤੇਬ ਮੁਬਾਰਕ ਹੈ ਆਪਣੀ ਜਗ੍ਹਾ, ਲੇਕਿਨ ਗੁਰਮਤ ਕੁਛ ਹੋਰ ਬਾਤ ਕਹਿੰਦੀ ਹੈ। ਜਿਵੇਂ ਅਵਤਾਰਾਂ ਬਾਰੇ ਚ ਕਹਿੰਦੀ ਹੈ, ਉਵੇਂ ਹੀ ਵੇਦਾਂ ਵਾਸਤੇ ਵੀ ਕਹਿੰਦੀ ਹੈ। ਨਾਮ ਜਿਹੜਾ ਉੱਤਮ ਵੇਦਾਂ ਚ ਹੈਗਾ, ਉਹ ਹੈਗਾ, ਉਹਦੇ ਚ ਕੋਈ ਡਾਊਟ ਨਹੀਂ ਹੈ। ਵੇਦਾਂ ਦਾ ਜਿਹੜਾ ਪਿਛਲਾ ਭਾਗ ਹੈ, ਜਿਨ੍ਹਾਂ ਨੂੰ ਉਪਨਿਸ਼ਦ ਕਿਹਾ ਜਾਂਦਾ ਹੈ ਜਾਂ ਗੀਤਾ ਜੀ ਹੈ, ਉਹਨਾਂ ਦੇ ਵਿੱਚ ਨਾਮ ਹੈਗਾ। ਇਹ ਤਾਂ ਗੁਰਬਾਣੀ ਕਬੂਲ ਕਰਦੀ ਹੈ। ਜਿਹੜੇ 4 ਵੇਦ ਹੈ, ਉਹਨਾਂ ਦੇ ਵਿੱਚ ਰੱਬ ਦੀ ਗੱਲ ਨਹੀਂ ਹੈ, ਉਹਨਾਂ ਚ ਦੇਵੀ ਦੇਵਤਿਆਂ ਦੀ ਪੂਜਾ ਹੈ। ਜਿਵੇਂ ਸੂਰਜ ਦੀ ਲਾਲੀ ਦੀ ਪੂਜਾ, ਬੋਹੜ ਦੀ ਪੂਜਾ, ਸੱਪ ਦੀ ਪੂਜਾ, ਸਾਰਾ ਦੇਵੀ ਦੇਵਤਿਆਂ ਦਾ ਵਿਧਾਨ ਹੈ। ਅਥਰਵਣ ਵੇਦ ਹੈ ਜਿਹੜਾ ਚੌਥਾ, ਉਹ ਤਾਂ ਕੰਪਲੀਟਲੀ ਟੂਣੇ ਟਾਮਣ ਦਾ ਵਿਧਾਨ ਹੈ ਉਹਦੇ ਚ, ਜਿਹਨੂੰ ਗੁਰਮਤ ਨਹੀਂ ਮੰਨਦੀ। ਇਹ ਭੇਦ ਹੈ ਗੁਰਮਤ ਦੇ ਫਲਸਫੇ ਦੇ ਵਿੱਚ। ਕੁਛ ਅਸੀਂ ਉਹਨੂੰ ਜਨਰਲਾਈਜ਼ ਕਰਕੇ ਦੇਖ ਲੈਂਦੇ ਵੀ ਸਾਰੇ ਹੀ ਗ੍ਰੰਥ ਧਰਮਾਂ ਦੇ ਸਭ ਠੀਕ ਹੈ ਭਾਈ, ਉਹ ਠੀਕ ਹੈ। ਜਿਹੜਾ ਵੀ ਹੈ ਉਨਕਾ ਖੂਬ, ਹਮਕੋ ਹਮਾਰਾ ਖੂਬ। ਗੁਰੂ ਦੀ ਗੱਲ ਆਪਾਂ ਕਰ ਰਹੇ ਹਾਂ, ਆਪਾਂ ਆਪਣੀ ਗੱਲ ਨਹੀਂ ਕਰ ਰਹੇ। ਉਹ ਆਪਣੀ ਸੋਚ ਹੈ ਜਿਹੜੀ ਆਪਾਂ ਕਹਿ ਦਿੰਦੇ ਵੀ ਸਾਰੇ ਹੀ ਠੀਕ ਹੈ।
ਸਾਰੇ ਠੀਕ ਨਹੀਂ ਹੁੰਦੇ ਭਾਈ, ਠੀਕ ਤਾਂ ਕੋਈ ਵਿਰਲਾ ਹੀ ਹੁੰਦਾ, ਬਾਕੀ ਤਾਂ ਅਸੀਂ ਸਾਰੇ ਹੀ ਗਲਤਾਨ ਹੋਏ ਵੇ ਹਾਂ। ਕੋਈ ਵਿਰਲਾ ਜਿਹੜਾ ਛੁੱਟ ਜਾਵੇ ਇਸ ਮਾਇਆ ਤੋਂ, ਇਸ ਪਰਿਵਾਰ ਦੇ ਜਿਹੜੇ ਸਾਡਾ ਚੱਲਣ ਹੈ, ਇਹਦੇ ਚੋਂ ਜਿਹੜਾ ਮੋਹ ਚੋਂ ਨਿਕਲ ਜਾਏ, ਪ੍ਰੇਮ ਚ ਆ ਜਾਏ, ਉਹ ਬਹੁਤ ਵਿਰਲਾ ਹੁੰਦਾ। ਇਹੀ ਗੱਲ ਗੁਰੂ ਸਾਹਿਬ ਸਾਨੂੰ ਸਮਝਾਉਣੀ ਚਾਹੁੰਦੇ ਆ। ਤੋ ਦਿਓ ਆਗਿਆ, ਲੰਬੀ ਹੋ ਗਈ ਕਾਫੀ ਫੇਰ ਆਡੀਓ। ਕੋਈ ਅਪਸ਼ਬਦ ਦੀ ਖਿਮਾ ਦਿਓ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਥੋੜੀ ਜਿਹੀ ਵਿਚਾਰ ਰਹਿ ਗਈ ਸੀ ਵਿੱਚ। ਨਾਮੇ ਲਾਏ ਸਵਾਰਿਅਨ, ਨਾਨਕ ਨਾਮੇ ਲਾਏ ਸਵਾਰਿਅਨ, ਸ਼ਬਦੇ ਲਏ ਮਿਲਾਏ। ਸ਼ਬਦ ਦੇ ਨਾਲ, ਗੁਰਬਾਣੀ ਦੇ ਨਾਲ ਮਿਲਾਪ ਹੁੰਦਾ ਹੈ, ਤੇ ਨਾਮ ਦੇ ਨਾਲ ਬੰਦਾ ਨਿਖਾਰਿਆ ਜਾਂਦਾ ਹੈ। ਇਹ ਵੀ ਭੇਦ ਹੈ ਗੁਰਬਾਣੀ ਦਾ। ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਇੰਦਾ। ਬਾਣੀ ਤੋਂ ਨਾਮ ਦੀ ਪ੍ਰਾਪਤੀ ਹੋਣੀ ਹੈ। ਬਾਣੀ ਨੇ ਸਾਨੂੰ ਨਾਮ ਪ੍ਰਗਟ ਕਰਾ ਦੇਣਾ ਤੇ ਨਾਮ ਦੇ ਨਾਲ ਨਿਖਾਰੇ ਜਾਣਾ। ਜਿੰਨਾ ਵੀ ਅੰਦਰ ਸਾਡੇ ਵਿਕਾਰਾਂ ਦਾ ਗੰਦ ਮੰਦ ਹੈ, ਉਹ ਸਭ ਨਾਮ ਦੇ ਨਾਲ ਦੂਰ ਹੋ ਜਾਣਾ। ਪੈਰੀਂ ਪੈ ਪਾ ਖਾਕ ਹੋਏ, ਗੁਰਸਿੱਖਾਂ ਵਿੱਚ ਵੱਡੀ ਸਮਾਈ। ਅਲੱਖ ਲਿਖਾਏ ਨਾ ਅਲੱਖ ਲਿਖਾਈ। ਇਸ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਦੀ ਹੈ। ਉੱਪਰ ਭਗਤਾਂ ਦਾ ਜ਼ਿਕਰ ਕਰਿਆ। ਕਲਯੁਗ ਨਾਮਾ ਭਗਤ ਹੋਏ, ਫੇਰ ਦੇਹੁਰਾ ਗਾਏ ਜਿਵਾਈ। ਭਗਤ ਕਬੀਰ ਬਖਾਣੀਆਂ, ਬੰਦੀ ਖਾਨੇ ਤੇ ਉੱਠ ਜਾਈ। ਭਗਤਾਂ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਕਰਾਮਾਤਾਂ ਹੈ, ਉਹ ਬਿਆਨੀਆਂ ਗੁਰਬਾਣੀ ਚ ਵੀ ਹੈ। ਉਹਨਾਂ ਦਾ ਬਿਆਨ ਕਰਕੇ ਵੀ ਉਹਨਾਂ ਨੇ ਰੱਬ ਨੂੰ ਯਾਦ ਕਰਿਆ, ਅਲੱਖ ਨੂੰ ਲਿਖਾ ਕੇ ਪ੍ਰਗਟ ਵੀ ਕਰਿਆ ਬਾਹਰ ਵੀ ਆ ਜਾ ਹੁਣ, ਔਰ ਉਹਨੂੰ ਆਉਣਾ ਪਿਆ। ਹੀ ਮਸਟ ਕਮ। ਗੁਰਸਿੱਖਾਂ ਦੀ ਐਸੀ ਸਮਾਈ ਹੈ, ਅੰਦਰ ਅਲੱਖ ਨੂੰ ਪ੍ਰਗਟ ਕਰੀ ਬੈਠੇ ਹੈ, ਲੇਕਿਨ ਬਾਹਰ ਨਹੀਂ ਕਹਿ ਰਹੇ। ਇਹ ਵਿਸ਼ੇਸ਼ਤਾ ਭਗਤਾਂ ਨਾਲੋਂ ਗੁਰਸਿੱਖਾਂ ਦੀ। ਪੈਰੀਂ ਪੈ ਪਾ ਖਾਕ ਹੋਏ, ਦੂਜਿਆਂ ਦੇ ਪੈਰਾਂ ਦੀ ਚਰਨਾਂ ਦੀ ਧੂੜ ਬਣਦੇ ਆ। ਗੁਰਸਿੱਖਾਂ ਚ ਵੱਡੀ ਸਮਾਈ। ਅਲੱਖ ਲਿਖਾਏ ਨਾ ਅਲੱਖ ਲਿਖਾਈ। ਇੱਕ ਦੋ ਵੀਰਾਂ ਨੇ ਪਿਛਲੇ ਕਿਤੇ ਸਮੇਂ ਚ 5-4 ਸਾਲ ਪਹਿਲਾਂ ਟਿੱਪਣੀਆਂ ਵੀ ਕਰੀਆਂ, ਇੱਕ ਦੋ, ਵੀ ਨਹੀਂ ਭਗਤ ਪਹੁੰਚੇ ਉਹਨੇ ਗੁਰਸਿੱਖਾਂ ਨਾਲੋਂ। ਉਹਨਾਂ ਦੀ ਨਜ਼ਰ ਵਿੱਚ ਸਾਡੇ ਵਰਗੇ ਸਿੱਖ ਹੈ ਜਿਹੜੇ, ਅਸੀਂ ਦੁਨਿਆਵੀ ਹੈ। ਜਿਹੜੇ ਅਸਲੀ ਗੁਰਸਿੱਖ ਹੈ, ਜਿਨ੍ਹਾਂ ਦੇ ਅੰਦਰ ਨਾਮ ਚੱਲਿਆ, ਗੁਰੂ ਨੇ ਦਿੱਤਾ ਔਰ ਗੁਰਮੁਖ ਬਣੇ, ਚੌਥਾ ਪਦ ਪਰਮ ਪਦ ਗ੍ਰਹਿਣ ਕਰਿਆ, ਉਹ ਸਿੱਖਾਂ ਦੀ ਗੱਲ ਭਾਈ ਗੁਰਦਾਸ ਜੀ ਕਰ ਰਹੇ। ਭਗਤ ਨੇ ਪਰਮਾਤਮਾ ਨੂੰ ਪਾ ਕੇ ਉਹਨੂੰ ਜਣਾਇਆ, ਉਹਨੂੰ ਆਉਣਾ ਪਿਆ। ਕਿੰਨੀਆਂ ਸਾਖੀਆਂ ਗੁਰੂ ਗ੍ਰੰਥ ਸਾਹਿਬ ਜੀ ਵੀ 4-5 ਜਗ੍ਹਾ। ਸਦਨੇ ਨੇ ਵੀ ਯਾਦ ਕਰਿਆ ਉਹਨੂੰ ਵੀ ਹੁਣ ਛਡਾ ਲਿਆ, ਮੈਂ ਤੇਰੇ ਛੇਰ ਦੀ ਸ਼ਰਨ ਚ ਆਇਆ, ਮੈਨੂੰ ਜੇ ਹੁਣ ਵੀ ਦੁਨਿਆਵੀ ਗਿੱਦੜ ਮੈਨੂੰ ਦੀਵਾਰ ਚ ਖੜਾ ਕਰਿਆ ਹੋਇਆ, ਹੁਣ ਆ ਜਾ। ਔਰ ਉਹਨੂੰ ਆਉਣਾ ਪਿਆ, ਛਡਾਇਆ। ਭਗਤਾਂ ਨੇ ਇਹ ਗੱਲ ਕਹੀ ਵੀ ਨਹੀਂ, ਅਸੀਂ ਤੇਰੇ ਹੁਕਮ ਚ। ਜਿਹੜੇ ਗੁਰਸਿੱਖ ਭਗਤ ਜਾਂ ਗੁਰੂ ਸਾਹਿਬਾਨ ਖੁਦ ਵੀ ਚਾਂਦਨੀ ਚੌਕ ਵੀ ਜਾ ਕੇ ਸਾਹਮਣੇ 2-3 ਸ਼ਰਤਾਂ ਰੱਖੀਆਂ, ਜਿਹਦੇ ਚ ਜ਼ਿੰਦਗੀ ਬਚਣ ਦੀ ਗੱਲ ਵੀ ਸੀ, ਲੇਕਿਨ ਉਹ ਨਹੀਂ ਕਬੂਲੀ, ਮੌਤ ਕਬੂਲੀ। ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਵੀ ਸੀ ਸ਼ਰਤਾਂ, ਵੀ ਮੁਹੰਮਦ ਸਾਹਿਬ ਦੀ ਸਿਫਤ ਵਿੱਚ ਥੋੜ੍ਹੀਆਂ ਜਿਹੀਆਂ ਤੁਕਾਂ ਪਾ ਦਿਓ ਆਪਣੇ ਗ੍ਰੰਥ ਚ, ਵਡਿਆਈ ਕਰ ਦਿਓ। ਉਹ ਕਹਿੰਦੇ ਨਹੀਂ ਜੀ, ਇਹ ਜੋ ਸੱਚ ਸੀ ਉਹ ਲਿਖ ਦਿੱਤਾ, ਹੁਣ ਇਹਦੇ ਚ ਵੱਧ ਘੱਟ ਨਹੀਂ ਹੋਣੀ। ਮਰਨਾ ਕਬੂਲ ਹੈ, ਸ਼ਹਾਦਤ ਕਬੂਲ ਹੈ, ਔਰ ਉਹ ਕਬੂਲੀ ਹੈ। ਬੁੱਧੀ ਵਿੱਚੋਂ ਪ੍ਰਸ਼ਨ ਉੱਠਦੇ ਹੈ, ਸਾਡੇ ਸਿੱਖਾਂ ਦੇ ਵੀ ਉੱਠਦੇ ਹੈ, ਵੀ ਇਹ ਕਿਆ ਗੱਲ ਵੀ ਭਗਤਾਂ ਖਾਤਰ ਆਇਆ, ਗੁਰੂਆਂ ਖਾਤਰ ਨਹੀਂ ਆਇਆ, ਗੁਰਸਿੱਖਾਂ ਖਾਤਰ ਨਹੀਂ ਆਇਆ। ਇਹਦਾ ਜਵਾਬ ਭਾਈ ਗੁਰਦਾਸ ਜੀ ਦੇ ਰਹੇ। ਇੱਕ ਹੋਰ ਜਗ੍ਹਾ ਉਹਨਾਂ ਨੇ ਜਵਾਬ ਦਿੱਤਾ ਆਪਣੀਆਂ 12 ਚ, ਬਈ ਸਾਰੀਆਂ ਲੱਕੜੀਆਂ ਡੁੱਬਦੀਆਂ, ਪਰ ਜਿਹੜੀ ਲੱਕੜੀ ਸਭ ਤੋਂ ਕੀਮਤੀ ਹੈ, ਗੁਣਾਂ ਵਾਲੀ ਹੈ, ਚੰਦਨ, ਉਹ ਡੁੱਬਦੀ ਹੈ। ਸਿਰਫ ਚੰਦਨ ਡੁੱਬਦਾ, ਬਾਕੀ ਸਭ ਲੱਕੜੀਆਂ ਤੈਰਦੀਆਂ। ਇਹ ਵੀ ਕੋਈ ਸੰਕੇਤ ਹੈ, ਜੇ ਦੁਨੀਆਦਾਰੀ ਦੀ ਨਿਗਾਹ ਤੋਂ ਦੇਖਣਾ ਤਾਂ। ਸੋ ਸਾਧ ਸੰਗਤ ਜੀਓ, ਇਹ ਗੁਰਮਤ ਦੇ ਤਾਂ, ਗੁਰਮਤ ਨੂੰ ਅਸਲ ਤਾਂ ਸਮਝਣਾ ਹੀ ਬਹੁਤ ਮੁਸ਼ਕਲ ਹੈ। ਦਾਸਰਾ ਤਾਂ ਕਮ ਸੇ ਕਮ ਕਬੂਲ ਕਰਦਾ ਇਸ ਗੱਲ ਨੂੰ ਵੀ ਨਹੀਂ ਸਮਝ ਆ ਸਕਦੀ ਗੁਰਮਤ ਦੀ,
ਗੱਲ ਗੱਲ ਦੇ ਉੱਤੇ ਨੁਕਤਾ ਸਿਧਾਂਤ ਬਦਲਦਾ ਹੈ ਸਿੱਖੀ ਦਾ। ਸਾਨੂੰ ਸਾਡੀ ਸਮਝ ਵਿੱਚ ਤਾਂ ਇੱਕ ਅੱਧੀ ਗੱਲ ਹੁੰਦੀ ਹੈ, ਜਦ ਕੋਈ ਪੁਆਇੰਟ ਨੁਕਤਾ ਐਸਾ ਆ ਜਾਂਦਾ ਜਦੇ ਗੁਰਮਤਿ ਦਾ ਸਿਧਾਂਤ ਬਦਲ ਜਾਂਦਾ। ਸਾਨੂੰ ਸਮਝ ਨਹੀਂ ਹੁੰਦੀ, ਅਸੀਂ ਉੱਥੇ ਬੈਠੇ ਹੁੰਦੇ। ਬਾਕੀ ਸੰਸਾਰ ਤਾਂ ਬੈਠਾ ਹੀ ਆ, ਅਸੀਂ ਜਿਹੜੇ ਸਿੱਖ ਆ ਉਹ ਵੀ ਬੈਠੇ ਉਸੇ ਜਗ੍ਹਾ। ਕਈ ਵਾਰ ਦੱਸ ਰਹੇ ਨੇ, ਵਿਚਾਰ ਕਰੀਏ ਇਸ ਗੱਲ ਦੀ। ਜਦੋਂ ਪੈਂਦੇ ਖਾਨੇ ਸ਼ਿਕਾਇਤ ਕਰੀ 6ਵੇਂ ਗੁਰਾਂ ਕੋਲ, ਸਤਿਗੁਰਾਂ ਕੋਲ, ਬਈ ਜੀ ਮੇਰੇ ਜਵਾਈ ਦਾ ਬਾਜ ਨਹੀਂ ਦਿੰਦੇ ਤੁਹਾਡੇ ਸਿੱਖ। ਸਿੱਖਾਂ ਨੂੰ ਬੁਲਾਇਆ, ਪਾਤਸ਼ਾਹ ਫਰਮਾਉਂਦੇ, ਕਹਿੰਦੇ ਗੁਰਸਿੱਖੋ ਸ਼ਿਕਾਇਤ ਆਈ ਹੈ, ਬਾਜ ਦੇ ਦਿਓ ਇਹਦੇ ਜਵਾਈ ਦਾ। ਕਹਿੰਦੇ ਜੀ 7 ਵਚਨ ਦੇ ਦਿੰਦੇ, ਸਾਡਾ ਇੱਕ ਸ਼ੰਕਾ ਦੂਰ ਕਰ ਦਿਓ, ਦੱਸੋ। ਇਹਨੇ ਤੀਰ ਮਾਰਿਆ ਜੀ ਇਹਦੇ ਜਵਾਈ ਨੇ ਬਾਜ ਦੇ। ਉਹ ਕਲਾਬਾਜ਼ੀਆਂ ਖਾਂਦਾ ਸੀ, ਜੰਗਲ 'ਚ ਬੈਠੇ ਹੀ ਸਾਡੇ ਚਰਨਾਂ 'ਚ ਗਿਰਿਆ ਕੇ। ਅਸੀਂ ਉਹਨੂੰ ਪਾਣੀ ਧਾਣੀ ਪਿਲਾਇਆ, ਉਹ ਠੀਕ ਹੈ, ਹੁਣ ਦੇ ਦਈਏ। ਕਹਿੰਦੇ ਨਹੀਂ ਭਾਈ, ਫੇਰ ਨਹੀਂ ਦੇਣ। ਸ਼ਰਨਾਏ ਦੀ ਰੱਖਿਆ ਕਰਨੀ, ਚਾਹੇ ਆਪਣੀ ਗਰਦਨ ਵੀ ਚਲੇ ਜਾਵੇ। ਇਹ ਇਸ ਚੀਜ਼ ਨੂੰ ਵੀ ਸਾਡੇ ਦੂਜਾ ਫਿਰਕਾ ਮਖੌਲ ਕਰਦਾ ਵੀ ਤੁਹਾਨੂੰ ਕਿਆ ਜ਼ਰੂਰਤ ਹੈ ਕਿਸੇ ਜਗ੍ਹਾ ਜਾਣੇ ਦੀ ਦੂਜਿਆਂ ਖਾਤਰ। ਉਹ ਨਹੀਂ ਭਾਈ, ਸਾਡਾ ਧਰਮ ਹੀ ਐਸਾ, ਸਾਨੂੰ ਗੁਰੂ ਨੇ ਸਿਖਾਇਆ ਹੈ। ਉਹ ਜਿਹੜੀ ਵਿਚਾਰ ਹੈ ਨਾ, ਕਬੀਰ ਤੇਰੀ ਝੌਂਪੜੀ ਗਲ ਕਟਿਆਨ ਕੇ ਪਾਸ, ਕਰਨਗੇ ਸੋ ਭਰਨਗੇ ਤੂੰ ਕਿਉਂ ਭਇਓ ਉਦਾਸ। ਇਹ ਗੁਰਬਾਣੀ 'ਚ ਨਹੀਂ ਹੈ, ਇਹ ਬਾਕੀ ਹੋਰ ਕਬੀਰ ਦੇ ਨਾਂਹੜ ਜਿਹੜੀ ਬਾਣੀ ਹੈ ਉਹਦੇ ਵਿੱਚ ਆਉਂਦੀ ਹੈ। ਜਿਵੇਂ ਬਾਬੇ ਨਾਨਕ ਦੇ ਨਾਂਹੜ ਕੱਚੀ ਬਾਣੀ ਵੀ ਹੈ, ਕਾਫੀ ਜ਼ਿਆਦਾ ਤੁਕਾਂ 655 ਦੇ ਕਰੀਬ। ਸੋ ਉਹ ਤੁਕ ਤਾਂ ਕਹਿੰਦੀ ਹੈ ਵੀ ਤੈਨੂੰ ਕਿਆ ਲੋੜ ਹੈ, ਜਿਹੜੇ ਵੱਢਦੇ ਆ ਉਹ ਆਪੇ ਭੁਗਤਣਗੇ। ਸਿੱਖ ਮੱਤ 'ਚ ਐਸਾ ਨਹੀਂ। ਸਿੱਖ ਤਾਂ ਦੂਜਿਆਂ ਖਾਤਰ ਚੱਲ ਕੇ ਆਪਣੀ ਗਰਦਨ ਕਟਾਉਂਦਾ ਹੈ। 400 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅਨੰਦਪੁਰ ਸਾਹਿਬ ਤੋਂ ਦਿੱਲੀ ਵੀ ਜਾ ਕੇ ਆਪਣੀ ਗਰਦਨ ਕਲਮ ਕਰਾਉਂਦਾ, ਦੂਜਿਆਂ ਖਾਤਰ, ਆਪਣੇ ਖਾਤਰ ਨਹੀਂ। ਆਪਣਾ ਵਿਸ਼ਵਾਸ ਨਹੀਂ ਸੀ ਉਹਨਾਂ ਦਾ ਵੀ ਮੈਂ ਜਨੇਊ ਪਾਉਣਾ ਜਾਂ ਨਹੀਂ ਪਾਉਣਾ, ਪਹਿਲਾਂ ਹੀ ਖੰਡਨ ਕਰਤਾ ਸੀ ਗੁਰੂ ਨਾਨਕ ਸਾਹਿਬ ਨੇ। ਪਰ ਉਹਨਾਂ ਦੇ ਜਨੇਊ ਨੂੰ ਬਚਾਉਣ ਖਾਤਰ ਆਪਣੀ ਗਰਦਨ ਕਟਾਈ। ਇਹ ਹੈ ਸਿੱਖ ਫਲਸਫਾ। ਇਹਨੂੰ ਸਮਝਣਾ ਬੜਾ ਮੁਸ਼ਕਲ ਹੈ। ਆ ਹੁਣ ਦਿੱਲੀ ਦੇ ਵਿੱਚ ਕਿਸਾਨ ਮੋਰਚਾ ਲੱਗਿਆ ਹੋਇਆ, ਉਹੀ ਪੁਲਿਸ ਜਿਹੜੀ ਡੰਡੇ ਮਾਰਦੀ, ਪਛਾੜਾਂ ਛੱਡਦੀ ਸੀ ਪਾਣੀ ਦੀਆਂ, ਉਹਨਾਂ ਨੂੰ ਹੀ ਲੰਗਰ ਛਕਾ ਰਹੇ, ਉਹਨਾਂ ਨੂੰ ਚਾਹ ਪਾਣੀ ਦੇ ਰਹੇ। ਦੂਜੇ ਕਿੱਥੇ ਕਰ ਲੂੰਗੇ ਇਹ ਕੰਮ। ਸਿੱਖ ਧਰਮ ਤਾਂ ਰੱਬੀ ਧਰਮ ਹੈ। ਕਹਿਣ ਨੂੰ ਭਾਵੇਂ ਸਾਰੇ ਬਰਾਬਰ ਹੈ, ਆਪਾਂ ਕਹਿ ਦਿੰਦੇ, ਉਹ ਵੀ ਕਹਿੰਦੇ ਇਹੀ ਗੱਲ, ਕਿਉਂਕਿ ਉਹਨਾਂ ਨੂੰ ਤਾਂ ਚਲੋ ਨਾ ਸਮਝੀਏ, ਉਹ ਨਹੀਂ ਸਮਝ ਸਕਦੇ ਉੱਚੀ ਗੱਲ ਨੂੰ, ਸੰਸਾਰੀ ਜੀਵ ਹੈ। ਉਹਨਾਂ ਚੋਂ ਕੋਈ ਵਿਰਲੇ ਸਮਝਦੇ ਆ, ਉਹ ਅੱਛੀ ਗੱਲ ਹੈ। ਇੱਕ ਸਵਾਮੀ ਨੂੰ ਸੁਣਿਆ ਦੱਸ ਰਹੇ ਨੇ, ਸਿੱਖ ਧਰਮ ਦੀ ਵਡਿਆਈ ਕਰਦੇ ਨੇ। ਸੱਚ ਹੈ, ਵਡਿਆਈ ਵੀ ਕਿਹਾ ਸੱਚ ਹੈ ਉਹ। ਤਾਂ ਅਸੀਂ, ਸਾਡਾ ਧਰਮ ਹੀ ਐਸਾ, ਚਾਹੇ ਨੇਪਾਲ ਦੇ ਵਿੱਚ ਭੁਚਾਲ ਆ ਜਾਏ, ਚਾਹੇ ਉੜੀਸਾ 'ਚ ਸੁਨਾਮੀ ਆ ਜਾਏ, ਚਾਹੇ ਸੀਰੀਆ ਦੇ 'ਚ ਖਾਨਾ ਜੰਗੀ ਹੋਵੇ, ਕਿਤੇ ਵੀ ਖਾਲਸਾ ਪਹੁੰਚੇਗਾ ਉਹਨਾਂ ਦੀ ਮਦਦ ਵਾਸਤੇ। ਤੋ ਸਾਧ ਸੰਗਤ ਜੀ ਦਿਓ ਆਗਿਆ, ਕਿਸੇ ਵੀ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀਵਨ ਪਦ ਨਿਰਵਾਣ ਏਕੋ ਸਿਮਰਿਐ, ਦੂਜੀ ਨਾਹੀ ਜਾਇ ਕਿਨ ਵਿਦ ਧੀਰੀਐ। ਡਿਠਾ ਸਭ ਸੰਸਾਰ ਸੁਖ ਨਾਮ ਬਿਨ। ਤਨ ਤਨ ਹੋਸੀ ਛਾਰ ਜਾਣੈ ਕੋਇ ਜਨ। ਡਿਠਾ ਸਭ ਸੰਸਾਰ ਸੁਖ ਨਾਮ ਬਿਨ। ਵਿਖਿਆ ਭਯੰਤ ਅੰਮ੍ਰਿਤੰ ਦ੍ਰਿਸ਼ਟਾ ਸਖਾਸ ਭਜਨੈ। ਦੁਖਿੰ ਭਯੰਤ ਸੁਖਿੰ ਭੈ ਪੀਤੰ ਤਾਂ ਨਿਰਭੈ। ਥਾਨ ਬਿਹੂਨ ਵਿਸਰਾਮ ਨਾਮੰ, ਨਾਨਕ ਕਿਰਪਾਲ ਹਰਿ ਹਰਿ ਗੁਰੈ। ਸਰਬ ਸੀਲ ਮਮੁ ਸੀਲੰ, ਸਰਬ ਪਾਵਨ ਮਮ ਪਾਵਨੈ।
ਸਰਬ ਕਰਤਵ ਮਮੰ ਕਰਤਾ, ਨਾਨਕ ਲੇਪ ਛੇਪ ਨਾ ਲਿਪਿਅਤੇ। ਨਹਿ ਸੀਤਲੰ ਚੰਦਰ ਦੇਵੈ, ਨਹਿ ਸੀਤਲੰ ਬਾਵਨ ਚੰਦਨੈ, ਨਹਿ ਸੀਤਲੰ ਸੀਤਰੋ ਤੇਣ, ਨਾਨਕ ਸੀਤਲੰ ਸਾਧ ਸਵਜਨੈ। ਨਹਿ ਸੀਤਲੰ ਚੰਦਰ ਦੇਵੈ, ਨਹਿ ਸੀਤਲੰ ਬਾਵਨ ਚੰਦਨੈ, ਨਹਿ ਸੀਤਲੰ ਸੀਤਰੋ ਤੇਣ, ਨਾਨਕ ਸੀਤਲੰ ਸਾਧ ਸਵਜਨੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ, ਗੁਰਮੁਖ ਜਨੋ ਅਤੇ ਗੁਰਬਾਣੀ ਵਿਚਾਰ ਦੇ ਸਾਰੇ ਜਿੰਨੇ ਵੀ ਵਕਤੇ ਹੈ ਜਾਂ ਸੁਣਨ ਵਾਲੇ ਹੈ, ਸਾਰੇ ਗੁਰਮੁਖ ਜਨ। ਵਿਖਿਆ ਭਿਅੰਤ ਅੰਮ੍ਰਿਤੰ। ਭਿਅੰਤ ਦਾ ਮਤਲਬ ਹੁੰਦਾ ਹੈ ਜਿਹੜੀ ਵਿਖਿਆ ਹੈ, ਵਿਸ਼ੇ ਵਿਕਾਰ ਹੈ, ਉਹ ਅੰਮ੍ਰਿਤ ਬਣ ਜਾਂਦੇ। ਮਾਇਆ ਅੰਮ੍ਰਿਤ ਬਣ ਜਾਂਦੀ। ਦ੍ਰਿਸ਼ਟਾਂ ਦਾ ਮਤਲਬ ਹੈ ਦੁਸ਼ਟ। ਇਹ ਜਿਹੜਾ ਔਂਕੜ ਲੱਗਿਆ ਸਾਧ ਸੰਗਤ ਜੀ, ਇਹ ਖਾਸਾ ਹੇਠ ਚਲਾ ਜਾਂਦਾ, ਕਈ ਦਫਾ ਦ੍ਰਿਸ਼ਟੀ 'ਚ ਵੀ ਨਹੀਂ ਆਉਂਦਾ। ਦੁਸ਼ਟਾਂ ਸਖਾ ਸਵਜਨ, ਜਿਹੜੇ ਦੁਸ਼ਟ ਹੈ ਉਹ ਵੀ ਸੱਜਣ ਬਣ ਜਾਂਦੇ, ਮਿੱਤਰ ਬਣ ਜਾਂਦੇ। ਦੁੱਖਿਆਂ ਭਿਅੰਤ ਸੁੱਖਿਆਂ, ਦੁੱਖ ਸੁੱਖ ਵਿੱਚ ਬਦਲ ਜਾਂਦੇ। ਭੈ ਭੀਤੰ ਤਾਂ ਨਿਰਭੈ, ਜਿਹੜੇ ਭੈ ਭੀਤ ਹੋਏ ਵੇ ਹੁੰਦੇ, ਬਹੁਤ ਜ਼ਿਆਦਾ ਡਰੇ ਵੇ ਹੁੰਦੇ, ਉਹ ਨਿਰਭੈ ਬਣ ਜਾਂਦੇ। ਕਿਵੇਂ? ਪਹਾੜੀ ਰਾਜੇ, ਆਮ ਜਨਤਾ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਕਿੰਨੀ ਭੈ ਭੀਤ ਹੋਈ ਸੀ, ਤੇ ਗੁਰੂ ਸਾਹਿਬ ਨੇ ਸਾਰਿਆਂ ਨੂੰ ਨਿਰਭਉ ਬਣਾਇਆ, ਖੰਡੇ ਬਾਟੇ ਦੀ ਪੌਲ ਦੇ ਕੇ। ਇਹ ਸਾਰੀਆਂ ਬਰਕਤਾਂ ਨਾਮ ਦੀਆਂ। ਨਾਮ ਦੇ ਨਾਲ ਜਿਹੜੀ ਵਿਖਿਆ ਹੈ ਉਹ ਅੰਮ੍ਰਿਤ ਬਣ ਜਾਂਦੀ ਹੈ, ਦੁਸ਼ਟ ਮਿੱਤਰ ਬਣ ਜਾਂਦੇ, ਦੁੱਖ ਸੁੱਖ 'ਚ ਬਦਲ ਜਾਂਦੇ ਹੈ, ਭੈ ਭੀਤ ਲੋਕ ਨਿਰਭਉ ਹੋ ਜਾਂਦੇ। ਥਾਨ ਬਿਹੂਨ ਵਿਸਰਾਮ ਨਾਮੰ, ਜਿਹੜਿਆਂ ਕੋਲ ਜਗ੍ਹਾ ਨਹੀਂ ਹੁੰਦੀ, ਨਿਆਸਰੇ ਹੁੰਦੇ ਆ, ਉਹਨਾਂ ਨੂੰ ਵਿਸਰਾਮ ਮਿਲ ਜਾਂਦਾ, ਜਗ੍ਹਾ ਮਿਲ ਜਾਂਦੀ ਹੈ। ਕਿਸ ਚੀਜ਼ ਨਾਲ? ਨਾਮ ਨਾਲ। ਨਾਨਕ ਕਿਰਪਾਲ ਹਰ ਹਰ ਗੁਰ। ਕਿੱਥੋਂ ਮਿਲਦਾ ਇਹ ਨਾਮ? ਜੇ ਹਰੀ ਅਤੇ ਗੁਰੂ ਕਿਰਪਾ ਕਰਦੇ। ਕਰਮ ਪ੍ਰਮਾਤਮਾ ਦਾ ਹੋ ਜਾਏ ਤੇ ਨਦਰ ਪ੍ਰਸਾਦ ਗੁਰੂ ਦਾ ਹੋ ਜਾਏ। ਸਰਬ ਸੀਲ ਮਮੰ ਸੀਲੰ। ਹੇ ਵਾਹਿਗੁਰੂ ਜੀਓ, ਜਿਵੇਂ ਤੂੰ ਸਾਰੇ ਸਹਿਣਸ਼ੀਲਤਾ ਦਾ ਗੁਣ ਹੈ ਤੇਰੇ ਕੋਲ, ਤੂੰ ਕਦੇ ਭੜਕਦਾ ਨਹੀਂ ਹੈ, ਮੈਨੂੰ ਵੀ ਇਸ ਤਰ੍ਹਾਂ ਦਾ ਗੁਣ ਦੇ ਦੇ। ਤੂੰ ਸਰਬ ਪਾਵਨ ਹੈ, ਸਭ ਤੋਂ ਜ਼ਿਆਦਾ ਪਵਿੱਤਰ ਹੈ, ਇਹ ਤੇਰਾ ਗੁਣ ਹੈ, ਮੈਨੂੰ ਵੀ ਇਹ ਗੁਣ ਦੇ ਦੇ। ਸਰਬ ਕਰਤਵ ਮਮੰ ਕਰਤਾ, ਜਿਵੇਂ ਸਾਰਿਆਂ ਕਰਤੱਵਾਂ ਦਾ ਤੂੰ ਮਾਲਕ ਹੈ, ਤੂੰ ਹੀ ਕਰਦਾ ਹੈ, ਮੈਨੂੰ ਵੀ ਇਹ ਅਵਸਥਾ ਦੇ ਦੇ, ਮੈਂ ਤੇਰੇ ਨਾਲ ਜੁੜ ਸਕਾਂ। ਨਾਨਕ ਲੇਪ ਛੇਪ ਨਾ ਲਿਪਿਅਤੇ। ਤੈਨੂੰ ਮਾਇਆ ਦਾ ਕੋਈ ਤੂੰ ਡਲਟੀ ਨਹੀਂ ਹੈ, ਮਾਇਆ ਦੀ ਲੇਪ ਨਹੀਂ ਹੈ, ਤੇ ਤੈਨੂੰ ਕੋਈ ਛੇਪ ਵੀ ਨਹੀਂ ਹੈ, ਯਾਨੀ ਕਲੰਕ ਵੀ ਨਹੀਂ ਹੈ, ਕੋਈ ਦਾਗ ਵੀ ਨਹੀਂ ਲੱਗਿਆ ਹੋਇਆ। ਨਹਿ ਸੀਤਲੰ ਚੰਦਰ ਦੇਵੈ। ਗੁਰੂ ਸਾਹਿਬ ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹੈ ਵੀ ਚੰਦਰਮਾ ਦੀ ਜਿਹੜੀ ਰੋਸ਼ਨੀ ਹੈ ਉਹਨੂੰ ਸੀਤਲ ਮੰਨਿਆ ਜਾਂਦਾ ਹੈ ਸੂਰਜ ਦੀ ਰੋਸ਼ਨੀ ਦੇ ਕੰਪੈਰੇਟਿਵਲੀ। ਹਾਲਾਂਕਿ ਸੂਰਜ ਦੀ ਰੋਸ਼ਨੀ ਹੀ ਚੰਦਰਮਾ ਤੇ ਪੈ ਕੇ ਰਿਫਲੈਕਟ ਹੋ ਕੇ ਆਉਂਦੀ ਹੈ, ਲੇਕਿਨ ਕੁੱਲ ਮਿਲਾ ਕੇ ਇਹਦੇ ਵਿੱਚ ਸ਼ਾਂਤੀ ਹੁੰਦੀ ਹੈ। ਪਰ ਗੁਰੂ ਸਾਹਿਬ ਫਰਮਾ ਰਹੇ ਹੈ ਵੀ ਨਾਮ ਦੇ ਬਰਾਬਰ, ਭਗਤਾਂ ਦੇ ਬਰਾਬਰ ਇਹ ਚੰਦਰਮਾ ਦੀ ਰੋਸ਼ਨੀ ਵੀ ਹੈ ਨਹੀਂ। ਨੈ ਸੀਤਲਮ ਪਾਵਨ ਚੰਦਨ ਹੈ, ਚੰਦਨ ਨੂੰ ਵੀ ਠੰਡਾ ਮੰਨਿਆ ਜਾਂਦਾ ਹੈ, ਜਿਹੜਾ ਕਿ ਸੱਪ ਦੇ ਜਿਹੜੇ ਜ਼ਹਿਰ ਵਾਲੇ ਅੱਗ ਵਾਲੇ ਸੱਪ ਹੁੰਦੇ ਆ, ਜਿਹੜੀ ਜ਼ਹਿਰ ਹੈ ਉਹਨੂੰ ਗਰਮ ਮੰਨਿਆ ਜਾਂਦਾ। ਉਹ ਜਿਹੜਾ ਚੰਦਨ ਹੈ ਉਹ ਵੀ ਸੀਤਲ ਨਹੀਂ ਹੈ ਐਜ਼ ਕੰਪੇਅਰਡ ਵਿਦ ਨਾਮ। ਨਹਿ ਸੀਤਲੰ ਸੀਤ ਰੁਤੈਣ, ਜਿਹੜੀ ਸਰਦੀ ਦੀ ਰੁੱਤ ਹੈ ਉਹ ਵੀ ਭਾਈ ਸੀਤਲ ਨਹੀਂ ਹੈ, ਹਾਲਾਂਕਿ ਇੰਨਾ ਠੰਡ ਹੁੰਦੀ ਹੈ ਵੀ ਖੂਨ ਜੰਮਣੇ ਵਾਲਾ ਹੋ ਜਾਂਦਾ। ਨਾਨਕ ਸੀਤਲੰ ਸਾਧ ਸਵਜਨ, ਸਾਧੂ ਲੋਕ ਜਿਨ੍ਹਾਂ ਦੇ ਅੰਦਰ ਨਾਮ ਦਾ ਪ੍ਰਵੇਸ਼ ਹੁੰਦਾ ਹੈ,
ਵਸਿਆ ਹੁੰਦਾ ਉਹ ਸੀਤਲ ਹੁੰਦੇ। ਕਿਵੇਂ? ਤਵੀ ਦੇ ਉੱਤੇ ਬੈਠਣ ਵਾਲੇ ਸੀਤਲ ਹੈ, ਰੇਤਾ ਪਾਉਣ ਵਾਲੇ ਵੀ ਗਰਮ ਹੈ, ਅੱਗ ਵੀ ਗਰਮ ਹੈ, ਦਿਨ ਵੀ ਗਰਮ ਹੈ, ਗਰਮੀ ਦਾ ਮਹੀਨਾ ਹੈ, ਸਭ ਕੁਛ ਗਰਮ ਹੈ। ਰਾਜਿਆਂ ਨੇ ਹੁਕਮ ਜਿਹਨੇ ਦਿੱਤਾ ਉਹ ਵੀ ਗਰਮ ਹੈ, ਕੋਤਵਾਲ ਵੀ ਗਰਮ ਹੈ। ਲੇਕਿਨ ਸਾਧ ਸੱਜਣ ਜਿਹੜੇ ਉੱਪਰ ਬੈਠੇ ਹੈ, ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ, ਉਹ ਠੰਡੇ ਹੈ। ਇਹ ਭਾਵਨਾ ਹੈ ਵੀ ਜਿਹੜਾ ਨਾਮ ਹੈ ਉਹ ਬਿਲਕੁਲ ਠੰਡ ਦਿੰਦਾ ਬੰਦੇ ਨੂੰ। ਸੂਰਜ ਚੰਦਰਮਾ ਦੇ ਘਰ ਚ ਆ ਜਾਂਦਾ। ਇਹ ਵਿਚਾਰ ਜੋਤਿਸ਼ ਤੋਂ ਆਈ ਹੋਈ ਹੈ, ਜੋਗੀ ਵੀ ਕਰਦੇ ਹੁੰਦੇ। ਗੁਰੂ ਨਾਨਕ ਪਾਤਸ਼ਾਹ ਨਾਲ ਵੀ ਇਹੀ ਬਾਤ ਕਰੀ ਸੀਗੀ ਵੀ ਸੂਰਜ ਚੰਦਰਮਾ ਦੇ ਘਰ ਚ ਕਿਵੇਂ ਆਉਂਦਾ। ਉਹਨਾਂ ਦਾ ਇਹ ਖਿਆਲ ਹੈ ਜੋਤਿਸ਼ ਵਿੱਚ ਵੀ ਜੇ ਚੰਦਰਮਾ ਸੂਰਜ ਦੇ ਘਰ ਚਲੇ ਜਾਵੇ ਤਾਂ ਉਪਦਰਵ ਹੁੰਦੇ ਦੁਨੀਆ ਚ, ਅਸ਼ਾਂਤੀ ਫੈਲਦੀ ਹੈ। ਪਰ ਜੇ ਸੂਰਜ ਤਪਦਾ ਠੰਡੇ ਹਿਰਦੇ ਚ ਆ ਜਾਵੇ ਫੇਰ ਬਹੁਤ ਵਧੀਆ ਸ਼ੁਭ ਗੁਣ ਗਿਣਿਆ ਜਾਂਦਾ ਔਰ ਉਹਦੇ ਨਾਲ ਸ਼ਾਂਤੀ ਵਰਤਦੀ ਹੈ। ਭਾਵ ਇਹੀ ਹੈ ਵੀ ਜੇ ਹਉਮੈ ਕਾਮ ਕ੍ਰੋਧ ਗੁੱਸਾ ਵਗੈਰਾ ਜੇ ਇਹ ਸ਼ਾਂਤ ਹੋ ਜਾਵੇ, ਨਾਮ ਪ੍ਰਗਟ ਹੋ ਜਾਏ, ਯਾਨੀ ਹਿਰਦੇ ਦੇ ਵਿੱਚ ਜਿਹੜੇ ਇਹ ਔਗਣ ਇਹ ਨਿਕਲ ਜਾਣ ਤਾਂ ਮਨ ਸ਼ਾਂਤ ਹੋ ਜਾਂਦਾ, ਨਾਮ ਦਾ ਅੰਦਰ ਵਾਸਾ ਹੋ ਜਾਂਦਾ। ਤੋ ਸਾਧ ਸੰਗਤ ਜੀਓ, ਇਹ ਤਾਂ ਅਸੀਂ ਸੰਖੇਪ ਵਿਚਾਰ ਵਿਆਕਰਨਕ ਪੱਖ ਤੋਂ। ਤੋ ਅਗਲੀ ਗੱਲ ਜਿਹੜੀ ਹੋਰ ਵਿਚਾਰਾਂ ਚੱਲਦੀਆਂ ਰਹਿੰਦੀਆਂ, ਭਾਈ ਸਿੰਘ ਸਾਹਿਬ, ਭਾਈ ਰਣਜੀਤ ਸਿੰਘ ਜੀ ਨੇ ਇਹ ਜਿਹੜੇ ਉੱਪਰ ਕੱਲ ਕੁਕਰੈ ਸੂਕਰੈ ਗਰਦਵੈ ਕਾਕੈ ਸਰਪਨੈ ਸ਼ਬਦ ਆਏ ਸੀ, ਇਹਨਾਂ ਦੀ ਵਿਆਖਿਆ ਬੜੀ ਡਿਟੇਲ ਚ ਕਰੀ ਹੈ, ਬਹੁਤ ਵਧੀਆ ਲੱਗੀ। ਗਧਾ ਜਿਹੜਾ ਹੁੰਦਾ ਮੂਰਖ ਕਿਹਾ ਜਾਂਦਾ ਗਧੇ ਨੂੰ। ਗਧੇ ਦਾ ਇੱਕ ਹੋਰ ਵੀ ਹੁੰਦਾ ਗੁਣ ਉਹਦੇ ਚ, ਭਾਵੇਂ ਉਹ ਔਗਣ ਹੈ। ਗਧਾ ਕਦੇ ਵੀ ਸਿੱਧੇ ਰਸਤੇ ਨਹੀਂ ਚੱਲਦਾ, ਪੈਲੀਆਂ ਦੇ ਵਿੱਚ ਦੀ ਹੋ ਕੇ ਐਂ ਗੇੜ ਪਾ ਕੇ ਚੱਲਦਾ ਹੈ, ਔਰ ਫਿਰ ਡੰਡਾ ਵੀ ਸਹਿਣਾ ਪੈਂਦਾ। ਇਸੇ ਕਰਕੇ ਕਹਾਵਤ ਵੀ ਬਣੀ ਹੈ ਵੀ ਉਹਦੇ ਨਾਲ ਇਹੀ ਜਿਹੀ ਹੋਈ ਵੀ ਖੇਤ ਪਏ ਗਧੇ ਨਾਲ ਨਾ ਹੋਵੇ। ਤੋ ਔਗਣ ਹੈ ਭਾਈ ਉਹ ਵੀ ਉਹਦਾ। ਬਾਕੀ ਸੱਪ ਦੀ, ਕਾਂ ਦੀ, ਸੂਕਰ ਦੀ ਜਿਹੜੀ ਵਿਚਾਰ ਉਹਨਾਂ ਨੇ ਕਰੀ ਹੈ, ਫਿਰ ਭਾਈ ਜਸਪਾਲ ਵੀਰ ਸਿੰਘ ਜੀ ਨੇ ਉਹਨੂੰ ਸਿਰੇ ਲਾਇਆ। ਕਮਾਲ ਕਮਾਲ ਕਮਾਲ। ਇਸੀ ਕਰਕੇ ਸੰਗਤ ਦੀ ਮਹਿਮਾ। ਤੋ ਇੱਕ ਹੋਰ ਖੋਤੇ ਦਾ ਔਗਣ ਖਿਆਲ ਆਇਆ ਮਨ ਵਿੱਚ। ਵੇਦ ਕਤੇਬ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ। ਜੇ ਵਿਦਿਆ ਨੂੰ ਸਿਰ ਦਾ ਹੀ ਬੋਝ ਬਣਾ ਲਈਏ, ਹਾਲਾਂਕਿ ਵਿਦਿਆ ਚੰਗੀ ਚੀਜ਼ ਹੈ, ਪਰ ਜੇ ਉਹਨੂੰ ਬੋਝ ਬਣਾ ਲਈਏ, ਹਉਮੈ ਵਧਾ ਲਈਏ, ਉਹਦੇ ਨਾਲ ਹੋਰ ਵਿਕਾਰਾਂ ਨੂੰ ਵਧਾ ਲਈਏ, ਤਾਂ ਉਹ ਏਦਾਂ ਜਿਵੇਂ ਖੋਤੇ ਦੇ ਉੱਤੇ ਚੰਦਨ ਲੱਦਿਆ ਹੋਵੇ, ਜਿਹਨੂੰ ਕੋਈ ਕੀਮਤ ਨਹੀਂ ਹੁੰਦੀ। ਉਹ ਲਿਟਕਿਆ ਉਹਨੇ ਲਵੇੜਨਾ ਹੀ ਹੁੰਦਾ ਸਾਰੇ ਜਿਹੜੀ ਉੱਪਰ ਵਸਤੂ ਹੁੰਦੀ ਹੈ। ਤੋ ਉਹੀ ਅਗਨੀ ਸਾਡੇ ਕੰਮ ਸਾਨੂੰ ਦਿੰਦੀ ਹੈ, ਰੋਟੀ ਭੋਜਨ ਬਣਾਉਣ ਵਿੱਚ ਮਦਦ ਕਰਦੀ ਹੈ, ਤੇ ਸਰੀਰ ਦੀ ਅਗਨੀ ਭੋਜਨ ਪਚਾਉਣ ਚ ਮਦਦ ਕਰਦੀ ਹੈ। ਪਰ ਉਹੀ ਅਗਨੀ ਘਰ ਨੂੰ ਸਾੜ ਵੀ ਦਿੰਦੀ ਹੈ। ਜੇ ਗਲਤੀ ਨਾਲ ਕੋਈ ਅੰਦਰ ਇਸ ਤਰ੍ਹਾਂ ਦੀ ਬਾਤ ਹੋ ਜਾਏ, ਮੋਮਬੱਤੀ ਤੋਂ ਜਾਂ ਕਿਸੇ ਵੀ ਤਰ੍ਹਾਂ ਅੱਗ ਲੱਗ ਜਾਏ, ਸਾਰਾ ਘਰ ਰਾਖ ਬਣ ਜਾਂਦਾ। ਉਹੀ ਚੀਜ਼ ਚੰਗੀ ਹੁੰਦੀ ਹੈ, ਉਹੀ ਮੰਦਾ ਬਣ ਜਾਂਦੀ ਹੈ। ਵਰਤੋਂ ਦੀ ਗੱਲ ਹੈ। ਉਹੀ ਕਾਮ ਦੁਨੀਆ ਦੇ ਵਿੱਚ ਬਲਾਤਕਾਰ ਕਰਾਉਂਦਾ, ਉਹੀ ਕਾਮ ਦੁਨੀਆ ਦੀ ਸ੍ਰਿਸ਼ਟੀ ਨੂੰ ਅੱਗੇ ਚਲਾਉਂਦਾ। ਉਹੀ ਲੋਭ ਪੁਆੜੇ ਪਾਉਂਦਾ ਹੈ। ਉਹੀ ਲੋਭ ਜੇ ਸੰਜਮ ਚ ਵਰਤੋਂ ਚ ਹੋ ਜਾਏ ਤਾਂ ਦੁਨੀਆ ਦੀ ਸਿਰਜਣਾ ਕਰਦਾ ਚਲਿਆ ਜਾਂਦਾ। ਉਹੀ ਕ੍ਰੋਧ ਲੜਾਈਆਂ ਝਗੜੇ ਕਤਲ ਤੱਕ ਦੀਆਂ ਨੌਬਤਾਂ ਕਰਾਉਂਦਾ ਹੈ। ਉਹੀ ਕ੍ਰੋਧ ਵੀਰ ਰਸ ਚ ਬਦਲ ਕੇ ਦੁਸ਼ਮਣਾਂ ਨੂੰ ਸੋਧਾ ਵੀ ਲਾਉਂਦਾ। ਤੋ ਸਾਧ ਸੰਗਤ ਜੀ, ਉਹ ਵਰਤੋਂ ਦੀ ਗੱਲ ਹੈ। ਜਿਵੇਂ ਜਿਵੇਂ ਮਨੁੱਖ ਨੂੰ ਸਭਤਾ ਦੀ ਉੱਨਤੀ ਹੁੰਦੀ ਗਈ, ਜੰਗਲਾਂ ਤੋਂ ਘਰਾਂ ਵਿੱਚ ਵਾਸ ਹੋ ਗਿਆ ਮਨੁੱਖ ਦਾ, ਸ਼ਹਿਰ ਵਸ ਗਏ, ਤਿਉਂ ਤਿਉਂ ਇਹ ਗੱਲਾਂ ਮਨੁੱਖ ਨੂੰ ਹੌਲੀ ਹੌਲੀ ਸਮਝ ਆ ਰਹੀਆਂ। ਵਿਦਿਆ ਦਾ ਬਹੁਤ ਯੋਗਦਾਨ ਹੈ ਇਸ ਗੱਲ ਵਿੱਚ। ਜਦ ਆਪਾਂ ਵਿਦਿਆ ਦੀ ਵਿਚਾਰ ਕਰੀਏ, ਵਿਦਿਆ ਸੰਸਾਰੀ ਹੈ, ਸੰਸਾਰ ਦਾ ਸਬਜੈਕਟ, ਪੰਡਤ ਦਾ ਸਬਜੈਕਟ ਕਹਿ ਲਓ ਮੋਟੇ ਤੌਰ ਪਰ, ਜੇ ਹੋਰ ਸਮਝਣਾ। ਪੰਡਤ ਦਾ ਸਬਜੈਕਟ ਵਿਦਿਆ।
ਇੱਕ ਬਹੁਤ ਬੜਾ ਵਿਦਵਾਨ ਦੁਨੀਆ ਦੇ ਵਿੱਚ ਹੋਇਆ ਹੁਣੇ ਥੋੜੇ ਜਿਹੇ ਚਿਰ ਪਹਿਲਾਂ ਹੀ, ਜਿਹਨੂੰ ਓਸ਼ੋ ਕਿਹਾ ਜਾਂਦਾ, ਰਜਨੀਸ਼ ਆਚਾਰੀਆ। ਜਿਹੜੀ ਉਹਦੀ ਵਿਦਿਆ ਹੈ ਉਹ ਆਤਮਿਕ ਵਿਦਿਆ ਹੈ। ਉਹਦਾ ਸਬਜੈਕਟ ਰਜਨੀਸ਼ ਦਾ ਆਤਮ ਹੈ। ਜਿਹੜੀ ਬਾਣੀਕਾਰਾਂ ਦੀ ਵਿਦਿਆ ਹੈ ਉਹਦਾ ਜਿਹੜਾ ਸਬਜੈਕਟ ਹੈ ਉਹ ਪਰਮਾਤਮਾ ਹੈ। ਬਾਣੀਕਾਰਾਂ ਨੇ ਜਿਹੜੀ ਗੋਹਜ ਵਿਦਿਆ ਕਹਿੰਦੇ ਜਿਹਨੂੰ, ਗੂੜ ਗਾਥਾ ਗੂੜ ਅਪਾਰੰ, ਉਹ ਜਿਹੜੀ ਗੋਹਜ ਗਾਥਾ ਹੈ, ਹਲਾਦਨੀ ਸ਼ਕਤੀ ਵੀ ਕਹਿੰਦੇ ਇਹਨੂੰ, ਇਹ ਚੌਥੇ ਗੁਣ ਦੀ ਉਪਜ ਹੈ। ਇਹ ਸੰਸਾਰ ਦੇ ਵੱਸ ਦੀ ਗੱਲ ਨਹੀਂ ਹੈ, ਨਾ ਹੀ ਇਹ ਆਤਮਿਕ ਗਿਆਨੀਆਂ ਦੇ ਵੱਸ ਦੀ ਗੱਲ ਹੈ। ਆਤਮ ਗਿਆਨੀ ਕੋਲ ਬਹੁਤ ਗਿਆਨ ਹੋ ਜਾਂਦਾ ਇਕੱਠਾ, ਪਰ ਉਹ ਆਤਮਾ ਤੱਕ ਦਾ ਹੀ ਹੁੰਦਾ ਹੈ, ਔਰ ਕਿਸੇ ਨਾ ਕਿਸੇ ਸੂਖਮ ਹਉਮੈ ਦਾ ਹੀ ਹੁੰਦਾ ਹੈ। ਔਰ ਸਾਧ ਸੰਗਤ ਜੀ ਦੇ ਵਿੱਚ ਇੱਕ ਗੱਲ ਹੋਰ ਵੀ ਜੋੜਦੀ ਹੈ ਵੀ ਦੁਨੀਆ ਜ਼ਮੀਰ ਨੂੰ ਬਹੁਤ ਬੜਾ ਕਰਦੀ ਹੈ। ਕਿਸੇ ਹੱਦ ਤੱਕ ਠੀਕ ਵੀ ਹੈ। ਜਿਹੜੇ ਰਜੋਗੁਣੀ ਤਮੋਗੁਣੀ ਲੋਕ ਹੈ ਉਹਨਾਂ ਦੀ ਜ਼ਮੀਰ ਨਹੀਂ ਹੁੰਦੀ। ਇੱਥੇ ਬੋਲ ਦੇਣਗੇ ਕੁਛ, ਜਦੋਂ ਅੱਗੇ ਤੋਂ ਡੰਡਾ ਦੇਖਿਆ ਜਦੇ ਮੁੱਕਰ ਜਾਣਾ ਵੀ ਮੈਂ ਤਾਂ ਇਹ ਗੱਲ ਕਹੀ ਉਹ ਨਹੀਂ, ਮੈਂ ਤੇਰੇ ਖਾਤਰ ਕਹੀ ਉਹ ਨਹੀਂ ਹੈ, ਜਦੇ ਬਦਲ ਜਾਣਾ। ਜਿਹੜਾ ਸਤੋਗੁਣੀ ਪੁਰਸ਼ ਹੁੰਦਾ ਉਹ ਕਮ ਸੇ ਕਮ ਬਦਲਦਾ ਨਹੀਂ ਹੈ, ਉਹ ਚੰਗੀ ਗੱਲ ਹੁੰਦੀ ਹੈ। ਜ਼ਮੀਰ ਦਾ ਹੋਣਾ ਅੱਛੀ ਗੱਲ ਹੈ, ਪਰ ਰੂਹਾਨੀ ਖੇਤਰ ਵਿੱਚ ਜ਼ਮੀਰ ਵੀ ਬੁਰੀ ਗੱਲ ਗਿਣੀ ਜਾਂਦੀ ਹੈ। ਕਿਉਂ? ਜ਼ਮੀਰ ਸਾਨੂੰ ਮਾਤਾ ਪਿਤਾ ਤੋਂ, ਸੁਸਾਇਟੀ ਤੋਂ ਮਿਲੀ ਹੁੰਦੀ ਹੈ। ਸਾਡੀ ਆਪਣੀ ਕਮਾਈ ਵੀ ਹੁੰਦੀ ਹੈ, ਸਾਡੇ ਸੰਸਕਾਰ ਹੁੰਦੇ, ਸੁਸਾਇਟੀ ਤੋਂ ਲਏ ਹੋਏ, ਮਾਂ ਬਾਪ ਤੋਂ ਲਏ ਹੋਏ। ਇਹ ਬੁਰੀ ਕਾਹਤੋਂ ਗਿਣੀ ਜਾਂਦੀ ਹੈ ਰੂਹਾਨੀਅਤ ਵਿੱਚ? ਜ਼ਮੀਰ ਨੂੰ ਗੁਰੂ ਦੇ ਪ੍ਰਾਇਣ ਕਰਨਾ ਹੁੰਦਾ ਹੈ। ਆਪਣੀ ਜ਼ਮੀਰ ਛੱਡ ਕੇ ਗੁਰੂ ਦੀ ਗੱਲ ਨੂੰ ਬੜਾ ਕਰਨਾ ਹੁੰਦਾ ਹੈ। ਉਹਦੇ ਸਾਹਮਣੇ ਸਾਰਾ ਕੁਝ ਆਪਣਾ ਲੁਟਾਉਣਾ ਹੁੰਦਾ ਗੁਰੂ ਦੇ ਉੱਤੇ, ਬਿਲਕੁਲ ਖਤਮ ਕਰਨਾ, ਨਿਗੇਟ ਕਰਨਾ ਆਪਣੇ ਆਪ ਨੂੰ। ਜਿਵੇਂ ਸਾਨੂੰ ਗੁਰੂ ਪਾਤਸ਼ਾਹ ਨੇ ਕਰਕੇ ਵੀ ਦਿਖਾਈ ਇਹ ਗੱਲ 2-3 ਵਾਰ। ਪਹਿਲਾਂ ਪੰਜਾਂ ਤੋਂ ਆਪ ਹੇਠਾਂ ਗੋਡਾ ਲਗਾ ਕੇ ਅੰਮ੍ਰਿਤ ਛਕਣਾ, ਗੁਰੂ ਹੁੰਦੇ ਹੋਏ ਪੰਜਾਂ ਤੋਂ ਖੰਡੇ ਦੀ ਪੌਲ ਲੈਣੀ, ਖੰਡੇ ਬਾਟੇ। ਫਿਰ ਸ੍ਰੀ ਚਮਕੌਰ ਸਾਹਿਬ ਦੀ ਗੜੀ ਚੋਂ ਪੰਜਾਂ ਦੇ ਆਦੇਸ਼ ਦੇ ਉੱਤੇ ਗੜੀ ਨੂੰ ਖਾਲੀ ਕਰ ਜਾਣਾ। ਫਿਰ ਦਾਦੂ ਦੀ ਸਮਾਧ ਦੇ ਉੱਤੇ ਤਾਂ ਆਪਣੇ ਆਪ ਨੂੰ ਸਜ਼ਾ ਵੀ ਲਾਉਣੀ। ਇਹ ਹੈ ਗੁਰੂ ਨੂੰ ਆਪਣੀ ਜ਼ਮੀਰ ਅਰਪਣ ਕਰਨਾ। ਦੁਨੀਆਦਾਰੀ 'ਚ ਜ਼ਮੀਰ ਬਹੁਤ ਅੱਛੀ ਗੱਲ ਹੈ, ਆਤਮਿਕ ਤੌਰ ਲੈਵਲ ਤੱਕ। ਜਦੋਂ ਲੈਵਲ ਉੱਚਾ ਹੋ ਗਿਆ, ਚੌਥੇ ਗੁਣ ਦਾ ਪ੍ਰਵੇਸ਼ ਹੋ ਗਿਆ, ਫਿਰ ਆਪਣੀ ਜ਼ਮੀਰ ਕੁਛ ਨਹੀਂ ਚਾਹੀਦੀ। ਫਿਰ ਇਹਨੂੰ ਬਿਲਕੁਲ ਗੁਰੂ ਪ੍ਰਾਇਣ ਕਰਨਾ ਹੁੰਦਾ। ਹੋਏ ਜਾਂਦੀ ਹੈ, ਚੌਥਾ ਗੁਣ ਬਣਦਾ ਹੀ ਤਾਂ ਹੀ ਹੈ। ਆਪਣਾ ਆਪਾ ਕੁਛ ਨਹੀਂ ਰਹਿ ਜਾਂਦਾ, ਸਭ ਤੂੰ ਹੀ ਹੋ ਜਾਂਦੀ ਹੈ। ਤੋ ਸਾਧ ਸੰਗਤ ਜੀ, ਜਿਹੜੀ ਵਿਦਿਆ ਹੈ, ਵਿਦਿਆ ਅੱਛੀ ਗੱਲ ਹੈ। ਅਨਪੜ੍ਹਤਾ ਤਾਂ ਜਹਾਲਤ ਹੈ, ਉਹਦੇ ਨਾਲੋਂ ਵਿਦਿਆ ਅੱਛੀ ਹੈ। ਆਪਾਂ ਸਭ ਲੋਕ ਵਿਦਿਆ ਪੜ੍ਹਦੇ ਹਾਂ, ਰਜੋਗੁਣੀ ਤਮੋਗੁਣੀ ਵਿਦਿਆ ਪੜ੍ਹਦੇ ਹਾਂ, ਪ੍ਰੋਫੈਸਰ ਵਕੀਲ ਬਣਦੇ, ਡਾਕਟਰ ਬਣਦੇ। ਉਸ ਤੋਂ ਅੱਗੇ ਫਿਰ ਆਚਾਰੀਆ ਰਜਨੀਸ਼ ਵਾਲੀ ਵਿਦਵਾਨਾਂ ਵਾਲੀ ਜਿਹੜੀ ਵਿਦਿਆ ਉਹ ਹੈ, ਉਹ ਵੀ ਚੰਗੀ ਹੈ ਆਪਣੀ ਜਗ੍ਹਾ, ਸੰਸਾਰ ਨਾਲੋਂ ਉੱਚੀ ਹੈ। ਦੁੱਖ ਸੁੱਖ ਦੀ ਪਛਾਣ ਹੁੰਦੀ ਹੈ, ਔਰ ਪਾਪ ਪੁੰਨ ਦੀ ਪਛਾਣ ਹੋ ਜਾਂਦੀ ਹੈ ਕਿਸੇ ਹੱਥ ਹੀ। ਲੇਕਿਨ ਜਿਹੜਾ ਗੋਹਜ ਵਿਦਿਆ ਹੈ, ਜਿਹੜੀ ਗੁਪਤ ਵਿਦਿਆ, ਜਿਹੜੀ ਬਾਣੀਕਾਰਾਂ ਦੇ ਪੱਲੇ ਸੀ ਜਾਂ ਕਿਸੇ ਵੀ ਭਗਤ ਦੇ ਪੱਲੇ ਹੁੰਦੀ ਹੈ, ਗੁਰੂ ਵੱਲੋਂ ਬਖਸ਼ਿਆ ਵਾ ਹੁੰਦਾ, ਰੱਬ ਵੱਲੋਂ, ਉਹ ਗੋਹਜ ਵਿਦਿਆ ਹੋਰ ਚੀਜ਼ ਹੈ। ਉਹ ਸਾਡੀ ਸਮਝ ਤੋਂ ਬਾਹਰ ਹੈ। ਅਸੀਂ ਜਾਣ ਤਾਂ ਸਕਦੇ ਹਾਂ ਉਹਦੇ ਬਾਰੇ ਕਿਤੇ ਨਾ ਕਿਤੇ ਚੰਗੇ ਪੁਰਸ਼ਾਂ ਤੋਂ ਜਾਂ ਗੁਰਬਾਣੀ ਤੋਂ, ਪਰ ਉਹ ਸਾਡੇ ਅੰਦਰ ਆ ਗਈ ਜਾਂ ਪ੍ਰੈਕਟੀਕਲੀ ਹੋ ਜਾਏ, ਉਹ ਸਾਡੇ ਵੱਸ ਦੀ ਗੱਲ ਹੈ ਹੀ ਨਹੀਂ। ਉਹਨੂੰ ਸਮਝਣਾ ਵੀ ਬਹੁਤ ਮੁਸ਼ਕਿਲ ਹੈ, ਕਿਉਂਕਿ ਹਉਮੈ ਚੋਂ ਬੁੱਧੀ ਹੈ, ਬੁੱਧੀ ਨੇ ਸਮਝਣਾ ਹੈ। ਬੁੱਧੀ ਉਸ ਤਰ੍ਹਾਂ ਉਹਨੂੰ ਸਮਝ ਨਹੀਂ ਸਕਦੀ। ਬੁੱਧੀ ਨੂੰ ਖਤਮ ਕਰਕੇ ਤਾਂ ਸਮਝ ਆਊਗੀ ਉਹਦੀ, ਨਹੀਂ ਤਾਂ ਆਉਂਦੀ ਉਹ ਨਹੀਂ ਹੈ। ਬੁੱਧੀ ਨੂੰ ਖਤਮ ਕਰਨ ਦਾ ਮਤਲਬ ਹੈ ਮੈਂ ਮੇਰੀ ਨੂੰ ਖਤਮ ਕਰਨਾ। ਵਿਦਿਆ ਜਿਹੜੀ ਬਾਹਰ ਦੀ ਹੈ, ਆਤਮਿਕ ਵਿਦਿਆ ਤੱਕ ਦੀ, ਇਹ ਜਿਹੜਾ ਸਾਡਾ ਬਾਹਰਲਾ ਭਰਮ ਹੈ, ਇਹਨੂੰ ਤਾਂ ਹਟਾ ਦਿੰਦੀ ਹੈ। ਤਰਕਸ਼ੀਲਾਂ ਦਾ ਵੀ ਹਟਿਆ ਹੋਇਆ ਹੈ। ਜਿਹੜਾ ਆਪਾਂ ਬਾਹਰ ਮੜੀ ਮਸਾਣੀ ਦੁਆਇਤ ਡੁਐਲਟੀ ਕਰਦੇ ਹਾਂ, ਸਮਾਧਾਂ ਦੀ ਪੂਜਾ ਕਰਦੇ ਹਾਂ, ਇਹਨੂੰ ਤਾਂ ਹਟਾ ਦਿੰਦੀ ਹੈ ਉਹ ਵਿਦਿਆ, ਆਤਮਿਕ ਵਿਦਿਆ ਜਿਹੜੀ। ਪਰ ਜਿਹੜਾ ਅੰਦਰ ਦਾ ਹਨੇਰਾ ਹੈ, ਕਾਇਆ ਅੰਦਰ ਦੂਜੇ ਭਾਏ ਹਨੇਰਾ, ਇਹ ਦੂਜੇ ਭਾਅ ਦਾ ਜਿਹੜਾ ਅੰਧੇਰ ਹੈ, ਇਹ ਆਤਮਿਕ ਵਿਦਿਆ ਥਾਈ ਦੀ ਜਿਹੜੀ ਵਿਦਿਆ ਜਾਂ ਸੰਸਾਰੀ ਵਿਦਿਆ ਇਹ ਨਹੀਂ ਹਟਾ ਸਕਦੀ। ਇਹਨੂੰ ਕੇਵਲ ਔਰ ਕੇਵਲ
ਗੁਰੂ ਦਾ ਜਿਹੜਾ ਉਪਦੇਸ਼ ਹੈ, ਗੁਰਬਾਣੀ ਹੈ, ਇਹੀ ਹਟਾ ਸਕਦਾ। ਜਾਂ ਕੋਈ ਕਾਮਲ ਪੁਰਸ਼ ਜਿਹਦੇ ਅੰਦਰ ਚੌਥਾ ਗੁਣ ਬਣਿਆ ਹੋਇਆ, ਉਹ ਹਟਾ ਸਕਦਾ। ਮੈਂ ਮੇਰੀ ਦਾ ਹਨੇਰਾ ਬਹੁਤ ਜ਼ਿਆਦਾ ਹੈ। ਚਲੋ ਵਿਚਾਰ ਸਮਾਪਤੀ ਕਰੀਏ। ਕੋਈ ਹੋਰ ਖਿਆਲ ਆਇਆ ਤਾਂ ਜ਼ਰੂਰ ਆਪ ਜੀ ਨਾਲ ਫਿਰ ਦਿਨ ਵਿੱਚ ਸਾਂਝਾ ਕਰਾਂਗਾ। ਕੋਈ ਅਪਸ਼ਬਦ ਦੀ ਖਿਮਾ ਔਰ ਦਿਓ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ ਵਾਹ ਭਾਈ ਅਮਰੀਕ ਸਿੰਘ ਜੀਓ, ਬਹੁਤ ਵਧੀਆ ਲੱਗਾ ਵਿਚਾਰ। ਜਿਹੜੀ ਬਾਤ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਕਿਹਾ ਕਰਦੇ ਆ ਵੀ ਜਦੋਂ ਇੱਕ ਪੱਖ ਸਾਹਮਣੇ ਆਉਂਦਾ ਤਾਂ ਦੂਜਾ ਵੀ ਆ ਜਾਵੇ, ਚੰਗੀ ਗੱਲ ਹੁੰਦੀ ਹੈ। ਕਿਉਂਕਿ ਜਿਹੜੇ ਬਿਗਨਰਜ਼ ਹੁੰਦੇ ਸ਼ੁਰੂਆਤੀ ਇਸ ਫੀਲਡ ਵਿੱਚ, ਉਹਨਾਂ ਨੂੰ ਸਮਝ ਆ ਜਾਂਦੀ ਹੈ ਵੀ ਇਹ ਤਾਂ ਬੈਲੈਂਸਡ ਅਪਰੋਚ ਰੱਖਣੀ ਹੈ। ਗੁਰਬਾਣੀ ਦੀ ਅਪਰੋਚ ਬੈਲੈਂਸਡ ਹੈ। ਜਿਹੜੀ ਪ੍ਰਸੰਗ ਅਨੁਸਾਰ ਵਿਚਾਰ ਹੋ ਰਹੀ ਸੀ ਉਹ ਤਾਂ ਸੀ ਗੁਰਮੰਤਰਹੀਣ ਪ੍ਰਾਣੀਆਂ ਦੀ, ਜਿਹਦੇ ਵਿੱਚ ਫਿਰ ਉੱਪਰਲੇ ਜਿਹੜੇ ਉਹ ਦੱਸੇ ਹੈ ਜਾਨਵਰ, ਉਹਨਾਂ ਦੇ ਔਗਣ, ਉਹਨਾਂ ਜਾਨਵਰਾਂ ਵਰਗਾ ਬੰਦਾ ਹੁੰਦਾ ਜਿਹੜਾ ਗੁਰਮੰਤਰਹੀਣ ਹੁੰਦਾ, ਜਿਹਦੇ ਕੋਲ ਗੁਰਮੰਤਰ ਨਹੀਂ ਹੁੰਦਾ। ਤੁਸੀਂ ਨਾਲ ਬੈਲੈਂਸ ਅਪਰੋਚ ਵੀ ਰੱਖ ਦਿੱਤੀ ਬਈ ਜਿਨ੍ਹਾਂ ਦੇ ਕੋਲ ਗੁਰਮੰਤਰ ਹੁੰਦਾ ਉਹ ਕਹੇ ਜਿਹੇ ਹੁੰਦੇ, ਉਹ ਇਹਨਾਂ ਜਾਨਵਰਾਂ ਵਿੱਚ ਵੀ ਗੁਣ ਹੁੰਦੇ, ਉਹ ਪ੍ਰਗਟ ਹੋ ਜਾਂਦੇ ਉਹੀ ਜਿਹੇ ਗੁਣ ਜਿਹਦੇ ਕੋਲ ਗੁਰਮੰਤਰ ਹੁੰਦਾ। ਤਾਂ ਚੰਗੀ ਬਾਤ ਹੈ। ਜਿਹੜੇ ਪ੍ਰਵਿਰਤੀ ਕਰਨ ਵਾਲੇ ਪੁਰਸ਼ ਨੇ ਅਜੇ ਸ਼ੁਰੂਆਤ ਕਰੀ ਹੁੰਦੀ ਹੈ, ਕਿਉਂਕਿ ਸਾਰਿਆਂ ਦੀ ਅਵਸਥਾ ਇੱਕ ਜਿਹੀ ਹੋ ਨਹੀਂ ਸਕਦੀ, ਉਹਨਾਂ ਵਾਸਤੇ ਅੱਛਾ ਹੈ। ਜਿਵੇਂ ਸੰਸਾਰ ਹੈ ਜਿਹੜਾ ਕਮਲ ਦੇ ਫੁੱਲ ਦੀ ਤਰ੍ਹਾਂ ਹੋਣਾ ਚਾਹੀਦਾ ਬੰਦੇ ਨੂੰ, ਮੁਰਗਾਬੀ ਦੀ ਤਰ੍ਹਾਂ ਹੋਣਾ ਚਾਹੀਦਾ। ਰਹਿਣਾ ਸੰਸਾਰ ਵਿੱਚ ਹੈ, ਛੱਡ ਕੇ ਜਾਣਾ ਨਹੀਂ। ਹਾਲਾਂਕਿ ਸੰਸਾਰ ਦੁੱਖਾਂ ਦਾ ਘਰ ਵੀ ਹੈ, ਸੰਸਾਰ ਦੇ ਵਿੱਚ ਬਹੁਤ ਸਾਰੇ ਰੋਗ ਵੀ ਹੈ ਔਰ ਕਾਮ ਕ੍ਰੋਧ ਦੀਆਂ ਨਦੀਆਂ ਵੀ ਚੱਲ ਰਹੀਆਂ, ਲੋਭ ਦੀਆਂ, ਤ੍ਰਿਸ਼ਨਾ ਦੀਆਂ। ਇਹਨੂੰ ਛੱਡ ਕੇ ਵੀ ਨਹੀਂ ਜਾਣਾ। ਜਿਵੇਂ ਸਾਡਾ ਕੋਈ ਪਹਿਲਾਂ ਫਿਰਕੇ ਕਰਦੇ ਵੀ ਰਹੇ, ਹੁਣ ਵੀ ਕਰਦੇ ਆ, ਕਈ ਘਰ-ਬਾਰ ਤਿਆਗ ਜਾਂਦੇ, ਉਹ ਗੁਰਮਤਿ ਦਾ ਵਿਸ਼ਾ ਨਹੀਂ ਹੈ। ਗੁਰਮਤਿ ਦਾ ਵਿਸ਼ਾ ਬੈਲੈਂਸਡ ਹੈ। ਐਕਸਟ੍ਰੀਮਸ ਤੋਂ ਬਚਣਾ ਤੇ ਇਨ ਬਿਟਵੀਨ ਚੱਲਣਾ। ਐਕਸਟ੍ਰੀਮ ਦਾ ਮਤਲਬ ਹੁੰਦਾ ਵੀ ਜਿਵੇਂ ਕਈ ਲੋਕ ਗ੍ਰਸਤੀ ਨੂੰ ਬਹੁਤ ਬੁਰਾ ਸਮਝ ਕੇ ਛੱਡ ਕੇ ਚਲੇ ਜਾਂਦੇ, ਕਈ ਲੋਕ ਗ੍ਰਸਤੀ ਦੇ ਵਿੱਚ ਇੰਨਾ ਖਚਤ ਹੁੰਦੇ ਵੀ ਰੱਬ ਭੁੱਲੇ ਜਾਂਦਾ। ਇਹ ਦੋ ਐਕਸਟ੍ਰੀਮ ਹੋ ਗਏ। ਇਹਨਾਂ ਦੇ ਇਨ ਬਿਟਵੀਨ ਰਸਤਾ ਮਾਰਗੋ ਹੈ। ਜਿਵੇਂ ਮੁਰਗਾਬੀ ਪਾਣੀ 'ਚ ਰਹਿੰਦੀ ਹੈ ਲੇਕਿਨ ਖੰਭ ਨਹੀਂ ਭਿੱਜਣ ਦਿੰਦੀ। ਕਮਲ ਦਾ ਫੁੱਲ ਚਿੱਕੜ ਵਿੱਚ, ਸ਼ਹਿਰ ਦਾ ਜਿੱਥੇ ਚਿੱਕੜ ਗਿਰਦਾ ਹੈ ਉੱਥੇ ਖਿਲਦਾ, ਆਪਣੇ ਆਪ ਨੂੰ ਉੱਪਰ ਰੱਖਦਾ ਚਿੱਕੜ ਤੋਂ। ਸਵੇਰੇ ਰਾਤ ਨੂੰ ਉਹਦੀਆਂ ਪੱਤੀਆਂ ਮੁਰਝਾ ਜਾਂਦੀਆਂ, ਯਾਨੀ ਇਕੱਠੀਆਂ ਹੋ ਜਾਂਦੀਆਂ, ਸਵੇਰੇ ਫੇਰ ਖਿਲ ਪੈਂਦਾ। ਉਨਮਨੀ ਅਵਸਥਾ ਕਹਿੰਦੇ ਜਿਹਨੂੰ। ਕਮਲ ਦਾ ਫੁੱਲ ਬਹੁਤ ਤਸ਼ਬੀਹ ਹੈ ਕਮਲ ਦੀ। ਚਰਨਾਂ ਦੇ ਨਾਲ ਵੀ ਦਿੰਦੇ, ਗੁਰੂ ਸਾਹਿਬ ਦੇ ਚਰਨ, ਪ੍ਰਮਾਤਮਾ ਦੇ ਚਰਨ, ਚਰਨ ਅਰਵਿੰਦ, ਚਰਨ ਕਮਲ। ਤੋਂ ਕਮਲ ਬਹੁਤ ਪਵਿੱਤਰ ਗਿਣਿਆ ਜਾਂਦਾ ਹੈ ਧਾਰਮਿਕ ਜਗਤ ਵਿੱਚ, ਲੇਕਿਨ ਹੁੰਦਾ ਕਿੱਥੇ ਹੈ? ਗੰਦਗੀ 'ਚ। ਬਿਲਕੁਲ ਇਸੇ ਤਰ੍ਹਾਂ ਪਰਿਵਾਰ ਹੈ ਜਿਹੜਾ, ਇਹ ਬੁਰਾ ਵੀ ਹੈ ਪਰ ਇਹਦੇ ਵਿੱਚ ਹੀ ਰਹਿਣਾ। ਆਪਣੇ ਆਪ ਨੂੰ ਥੋੜਾ ਜਿਹਾ ਇਸ ਤੋਂ ਲਹਿਦਾ ਰੱਖਣਾ। ਮੋਹ ਵੀ ਕਰਨਾ ਹੈ ਲੇਕਿਨ ਉਹ ਮੋਹ ਇਕੱਲਾ ਨਹੀਂ ਕਰਨਾ, ਪ੍ਰੇਮ 'ਚ ਬਦਲ ਕੇ ਕਰਨਾ। ਇਹ ਗੁਰਮਤਿ ਦੀ ਵਿਚਾਰ ਹੈ ਹੀ ਇਸ ਤਰ੍ਹਾਂ ਦੀ ਸਾਧ ਸੰਗਤ ਦੀ। ਜਿਵੇਂ ਪਹਿਲਾਂ ਵੀ ਇੱਕ ਦਿਨ ਸ਼ਾਇਦ ਵਿਚਾਰ ਆਈ ਸੀਗੀ ਬਈ ਸਿੱਖ ਧਰਮ ਦੇ ਵਿੱਚ ਬਦਲਾ ਲੈਣਾ ਪ੍ਰਵਾਨ ਨਹੀਂ ਹੈ। ਆਪਾਂ ਜਿਹੜਾ ਸਿੱਖ ਜਗਤ ਵੀ ਖਾਸ ਕਰਕੇ ਜੱਟ ਲੋਕ ਹੈ ਜਿਹੜੇ ਸਾਡੇ ਆਪਾਂ ਪਿੰਡਾਂ 'ਚ, ਇਹ ਬਦਲਾ ਲੈਣ 'ਚ ਬਹੁਤ ਯਕੀਨ ਕਰਦੇ ਆ। 2-2 ਪੁਸ਼ਤਾਂ 3-3 ਤੋਂ ਬਾਅਦ ਵੀ ਬਦਲਾ ਲੈ ਲੈਂਦੇ। ਇਹ ਸਿੱਖ ਮਾਰਗ ਨਹੀਂ ਹੈ। ਬਦਲਾ ਨਹੀਂ ਲੈਣਾ, ਬਦਲੇ ਦੀ ਬਜਾਏ ਇਹਨੂੰ, ਬਦਲੇ ਨੂੰ ਰਿਵੈਂਜ ਕਹਿੰਦੇ ਅੰਗਰੇਜ਼ੀ 'ਚ। ਤਾਂ ਹੀ ਸੌਖੀ ਸਮਝ ਆ ਜਾਂਦੀ ਹੈ ਦੂਜੀਆਂ ਭਾਸ਼ਾਵਾਂ ਤੋਂ, ਸੰਸਕ੍ਰਿਤ ਤੋਂ, ਪਰਸ਼ੀਅਨ ਤੋਂ, ਅੰਗਰੇਜ਼ੀ ਤੋਂ, ਜਿਹੜੇ ਸ਼ਬਦ ਸਾਨੂੰ ਪੰਜਾਬੀ 'ਚ ਨਹੀਂ ਸਮਝ ਲੱਗਦੇ। ਹੁਣ ਬਦਲਾ ਕਹਿੰਦੇ ਰਿਵੈਂਜ ਨੂੰ। ਅੰਗਰੇਜ਼ੀ 'ਚ ਇੱਕ ਸ਼ਬਦ ਹੁੰਦਾ ਅਵੈਂਜ, ਇਹ ਨਾਲ ਹੁੰਦਾ, ਉਹਦੇ 'ਚ ਵੀ ਉਹੀ ਕੁਛ ਹੈ ਜਿਹੜਾ ਰਿਵੈਂਜ 'ਚ ਹੁੰਦਾ, ਪਰ ਉਹਦੀ ਭਾਵਨਾ ਦਾ ਅੰਤਰ ਹੁੰਦਾ।
ਬੰਦੇ ਬਹਾਦਰ ਨੇ ਸੂਬੇ ਸਰਹੰਦ ਨੂੰ ਉਜਾੜ ਕੇ ਮਾਰ ਕੇ ਸੂਬੇ ਨੂੰ, ਜਾਂ ਦੂਜੇ ਹੋਰ ਜਿਹੜੇ ਵੀ ਭਾਗੀਦਾਰ ਥੇ ਉਸ ਪਾਪ ਵਿੱਚ, ਸੁੱਚਾਨੰਦ ਵਰਗੇ, ਉਹ ਬਦਲਾ ਨਹੀਂ ਲਿਆ ਉਹਨਾਂ ਨੇ। ਕਹਿ ਦਿੰਨੇ ਆਪਾਂ, ਵੈਸੇ ਇਹ ਸ਼ਬਦ ਠੀਕ ਨਹੀਂ ਹੈ ਗੁਰਮਤਿ ਦੀ ਭਾਸ਼ਾ 'ਚ। ਬੰਦੇ ਨੇ ਅਵੈਂਜ ਕਰਿਆ। ਅਵੈਂਜ ਤੋਂ ਭਾਵ ਹੁੰਦਾ ਹੈ ਵੀ, ਇਹਨੂੰ ਇਸ ਤਰ੍ਹਾਂ ਸਮਝੋ ਵੀ ਰਿਵੈਂਜ ਵਿੱਚ ਤਾਂ ਜਿਹੜੇ ਬੰਦੇ ਦੇ ਨਾਲ ਬੀਤੀ ਹੁੰਦੀ ਹੈ, ਜਿਹਦੇ ਨਾਲ ਜ਼ੁਲਮ ਹੋਇਆ ਵਾ ਹੁੰਦਾ, ਉਹ ਬਦਲਾ ਲੈਂਦਾ। ਅਵੈਂਜ 'ਚ ਇਸ ਤਰ੍ਹਾਂ ਨਹੀਂ ਹੈ। ਅਵੈਂਜ 'ਚ ਕਿਸੇ ਬੰਦੇ ਦੀ ਡਿਊਟੀ ਲੱਗਦੀ ਹੈ ਕਿਸੇ ਹੋਰ ਵੱਲੋਂ, ਵੀ ਪਾਪੀ ਨੂੰ ਸਜ਼ਾ ਦੇਣੀ। ਬਦਲਾ ਸ਼ਬਦ ਨਹੀਂ ਹੁੰਦਾ ਉੱਥੇ। ਗੁਰੂ ਸਾਹਿਬ ਨੇ ਬੰਦੇ ਨੂੰ ਭੇਜਿਆ, ਬੰਦੇ ਦਾ ਤਾਂ ਕੋਈ ਤਲਕ ਨਹੀਂ ਸੀ ਸਾਹਿਬਜ਼ਾਦਿਆਂ ਨਾਲ, ਉਹ ਤਾਂ ਜਾਣਦੇ ਤੱਕ ਵੀ ਨਹੀਂ ਹੋਣੇ, ਪਰ ਗੁਰੂ ਸਾਹਿਬ ਨੇ ਉਹਨਾਂ ਨੂੰ ਨਿਯੁਕਤ ਕਰਿਆ ਵੀ ਜਾ ਕੇ ਪਾਪੀ ਨੂੰ ਸਜ਼ਾ ਦੇਣੀ ਹੈ। ਜਿਵੇਂ ਕਹਾਵਤ ਹੈ ਨਾ ਵੇਦਾਂ 'ਚ ਵੀ, ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਉਹ ਜਿਹੜਾ ਪਾਪ ਕਰਦਾ ਹੁੰਦਾ ਬੰਦਾ, ਉਹ ਕਰਵਾਏ ਪ੍ਰਮਾਤਮਾ ਉਹ ਤੋਂ ਇਸ ਤਰ੍ਹਾਂ ਹੁੰਦਾ ਵੀ ਉਹਦਾ ਵੱਧ ਕਰਨਾ ਹੁੰਦਾ, ਉਹਨੂੰ ਸਿਖਰ ਪਰ ਚੜਾ ਕੇ ਪਾਪ ਦੀ ਤੇ ਉਹਨੂੰ ਹੇਠਾਂ ਸਿੱਟਣਾ ਹੁੰਦਾ। ਜਗਤ ਨੂੰ ਇੱਕ ਦਿਖਾਉਣਾ ਹੁੰਦਾ ਵੀ ਪਾਪ ਦਾ ਨਤੀਜਾ ਭਾਈ ਇਹ ਹੁੰਦਾ। 1704 ਦੇ ਵਾਕਿਆ ਇਹ, ਜਿਹੜਾ ਸਾਹਿਬਜ਼ਾਦਿਆਂ ਦੇ ਨਾਲ ਵਰਤਾਰਾ ਕਰਿਆ ਸਰਹੰਦ 'ਚ। 1710 ਵਿੱਚ ਸੂਬੇ ਨੇ ਸਾਰਾ ਕੁਝ ਉਥਲ ਪੁਥਲ ਮਚਾਤੀ 6 ਸਾਲਾਂ 'ਚ। ਕਿਸੇ ਦੇ ਜ਼ਹਿਨ 'ਚ ਨੂੰ ਲੰਘੀ ਵੀ ਨਹੀਂ ਹੋਣੀ ਇਹ ਗੱਲ, ਸੋਚਿਆ ਵੀ ਨਹੀਂ ਹੋਣਾ ਵੀ ਏਕਣ ਵੀ ਹੋ ਜੂ। ਉਹ ਜਿਹੜੀ ਭੈ ਭੀਤ ਹੋਈ ਦੁਨੀਆ ਸੀ ਅੱਜ ਦੀ ਵਿਚਾਰ ਨਾਲ ਵੀ ਉਹ ਗੱਲ ਆਉਂਦੀ ਹੈ, ਭੈ ਭੀਤ ਨਿਰਭੈ। ਉਹ ਭੈ ਭੀਤ ਹੋਏ ਲੋਕ ਸੂਬੇ ਦੇ ਜ਼ੁਲਮਾਂ ਤੋਂ, ਜਾਂ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਇੱਕਦਮ ਨਿਰਭੈ ਹੋ ਗਏ। ਸਭ ਨੇ ਹਥਿਆਰ ਚੱਕ ਲਏ। ਸਮਾਂ ਹੁੰਦਾ, ਅਜੋਕੇ ਸਮੇਂ 'ਚ ਵੀ ਇਹ ਗੱਲ ਲਾਗੂ ਹੋ ਰਹੀ ਹੈ। ਸਭ ਲੋਕ ਡਰੇ ਹੋਏ, ਇਹ ਹਿੰਦੂਤਵਾ ਜਿਹੜਾ ਫੈਲਾ ਰਹੇ ਹੈ ਮੋਦੀ ਔਰ ਅਮਿਤ ਸ਼ਾਹ, ਇਹਨਾਂ ਤੋਂ ਭੈ ਭੀਤ ਹੋਏ ਬੈਠੇ ਸੀਗੇ। 6 ਮਹੀਨੇ ਹੋ ਗਏ ਆਰਡੀਨੈਂਸ ਜਾਰੀ ਹੋਇਆ ਨਹੀਂ, 6 ਤੋਂ ਵੀ ਵੱਧ ਹੋ ਗਏ, 7 ਹੋ ਗਏ। ਉਹ ਹੁਣ ਕਾਨੂੰਨ ਵੀ ਬਣ ਗਏ। ਬਹੁਤ ਘੱਟ ਲੋਕ ਬੋਲੇ, ਹਿੰਦੁਸਤਾਨ ਦੇ ਭੈ ਭੀਤ ਹੋਏ ਪਏ ਸੀ। ਜਿਉਂ ਹੀ ਖਾਲਸੇ ਦੇ ਰੂਪ 'ਚ ਕਿਸਾਨ, ਜਾਂ ਖਾਲਸਾ ਕਿਸਾਨ ਦੇ ਰੂਪ 'ਚ ਉੱਠਿਆ, ਦਿੱਲੀ ਨੂੰ ਪਾ ਤੇ ਚਾਲੇ, ਸਭ ਰੋਕਾਂ ਚੱਕ ਕੇ ਮਾਰੀਆਂ ਪਰੇ। ਬਾਕੀਆਂ ਨੂੰ ਵੀ ਉਤਸ਼ਾਹ ਮਿਲ ਗਿਆ, ਸਾਰਾ ਹਿੰਦੁਸਤਾਨ ਆ ਕੇ ਦਿੱਲੀ ਬੈਠ ਗਿਆ, ਸਾਰੇ ਕਿਸਾਨ ਆ ਗਏ। ਤੋ ਖਾਲਸੇ ਦਾ ਇਹ ਬਿਰਦ ਹੈ, ਕਿਉਂਕਿ ਖਾਲਸੇ ਨੂੰ ਗੁਰੂ ਦੀ ਗੁੜਤੀ ਹੈ, ਗੁਰਬਾਣੀ ਨਾਲ ਜੁੜਿਆ ਹੋਇਆ, ਤੇ ਉਹ ਅਜਿਹੇ ਕਾਰਨਾਮੇ ਕਰਦਾ ਹੈ, ਪਹਿਲਾਂ ਤੋਂ ਹੀ ਕਰਦਾ ਆਇਆ। ਔਰੰਗਜ਼ੇਬ ਦੇ ਨਾਲ ਕਿਹਾ, ਮੁਸਲਮਾਨਾਂ ਦੇ ਨਾਲ ਬਾਅਦ ਵਿੱਚ ਵੀ ਜਿਹੜਾ ਖਾਲਸਾ ਰਾਜ ਹੈ ਉਹਦੇ 'ਚ ਵੀ ਜੰਗਾਂ ਕਿੰਨੀਆਂ ਹੋਈਆਂ। ਮਹਾਰਾਜਾ ਰਣਜੀਤ ਸਿੰਘ ਨੇ ਕਾਬਲ ਕੰਧਾਰ ਨੂੰ ਸੋਧਿਆ, ਬਾਅਦ ਵਿੱਚ ਅਬਦਾਲੀ ਤੱਕ ਨੂੰ ਇੱਥੋਂ ਸੋਧੇ ਲਾ ਕੇ ਭੇਜਿਆ। ਹੁਣ ਵੀ ਉਹੀ ਕੁਛ ਹੈ, ਸਪਿਰਿਟ ਉਹੀ ਹੈ। ਇਸੇ ਸਪਿਰਿਟ ਦੇ ਤਹਿਤ ਹਿੰਦੁਸਤਾਨ ਦਾ ਭੈ ਭੀਤ ਹੋਇਆ ਨਾਗਰਿਕ ਦਿੱਲੀ ਦੀਆਂ ਸੜਕਾਂ ਪਰ ਆ ਕੇ ਬੈਠ ਗਿਆ। ਅੱਜ ਦੀ ਵਿਚਾਰ ਇਸ ਨਾਲ ਹੋਰ ਵੀ ਮੇਲ ਖਾਂਦੀ ਹੈ। ਤੋ ਸਾਧ ਸੰਗਤ ਜੋ ਪਰਮਾਤਮਈ ਜਿਹੜੇ ਗੁਣ ਹੈ ਸਾਧਾਂ ਦੇ, ਸੱਜਣਾਂ ਦੇ, ਯਾਨੀ ਗੁਰਮੁਖਾਂ ਦੇ, ਉਹ ਗਿਰੀ ਹੋਈ ਆਤਮਾ ਨੂੰ ਝੰਜੋੜ ਕੇ ਉੱਚਾ ਚੱਕ ਦਿੰਦੇ ਆ। ਮੋਰਲੀ ਅਪ ਹੋ ਜਾਂਦਾ ਬੰਦਾ, ਉਹਦੇ 'ਚ ਸ਼ੁਭ ਗੁਣ ਆ ਜਾਂਦੇ, ਗਿੱਦੜ ਸ਼ੇਰ ਬਣ ਜਾਂਦੇ। ਜ਼ਾਲਮ ਨੂੰ ਸਮਝ ਨਹੀਂ ਹੁੰਦੀ ਇਸ ਗੱਲ ਦੀ ਵੀ ਜੋ ਮੈਂ ਕਰ ਰਿਹਾ, ਕਿਉਂਕਿ ਉਹਦੇ ਹੱਥ 'ਚ ਪਾਵਰ ਹੁੰਦੀ ਹੈ। ਪਾਵਰ ਕਰਪਟਸ ਏ ਮੈਨ, ਔਰ ਐਬਸੋਲਿਊਟ ਪਾਵਰ ਕਰਪਟਸ ਐਬਸੋਲਿਊਟਲੀ। ਜਿੰਨੀ ਵੱਧ ਪਾਵਰ ਕਿਸੇ ਕੋਲ ਹੁੰਦੀ ਹੈ, ਮੂਰਖ ਬੰਦਾ ਹੋਵੇ, ਉਹ ਰਾਜਾ ਸਹੀ ਨਾ ਹੋਵੇ, ਉਹ ਬਹੁਤ ਜ਼ੁਲਮ ਕਰਦਾ, ਕਿਉਂਕਿ ਉਹਨੂੰ ਐਂ ਹੁੰਦਾ ਵੀ ਮੇਰੇ ਸਾਹਮਣੇ ਕਿਹੜਾ ਹੁਣ ਕਿਸੇ ਨੇ ਬੋਲਣਾ। ਲੇਕਿਨ ਜਦ ਸਮਾਂ ਆਉਂਦਾ ਹੈ, ਇੱਕ ਬੰਦਾ ਇੱਕ ਫੁੱਲ ਸਾਰੇ ਬਾਗ ਨੂੰ ਰੁਸ਼ਨਾ ਦਿੰਦਾ। ਉਹੀ ਕੁਛ ਹੋ ਰਿਹਾ। ਤੋ ਦਿਓ ਆਗਿਆ, ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਸਰਵ ਕਰਤਵ ਮਮੰ ਕਰਤਾ, ਇਹਦੇ ਅਰਥ 2 ਤਰ੍ਹਾਂ ਦੇ ਹੁੰਦੇ ਆਏ ਆ। ਵਿਵੇਕ ਆਪਣਾ ਆਪ ਵਰਤ ਲਿਓ। ਸਾਰਿਆਂ ਦਾ ਤੂੰ ਕਰਤਾ ਹੈ, ਕਰਤੱਵ ਕਰਨ ਵਾਲਾ ਹੈ। ਮੈਨੂੰ ਵੀ ਬਖਸ਼ ਦੇ ਇਹ ਜਿਹੇ ਕਰਤੱਵ। ਕਿਹੜਾ ਕਰਤੱਵ? ਖਾਸ ਕਰਕੇ ਤੂੰ ਪਾਵਨ ਹੈ, ਤੂੰ ਸਭ ਕੁਛ ਹੈ, ਸਰਵੱਗ ਹੈ।
ਤੋ ਤੇਰੇ ਵਰਗਾ ਬਣਨ ਖਾਤਰ ਚੌਥੇ ਗੁਣ ਦੀ ਲੋੜ ਹੈ, ਮੈਨੂੰ ਵੀ ਉਹ ਬਖਸ਼ ਦੇ। ਜਾਂ ਇਹਨੂੰ ਆਪਾਂ ਐਂ ਵੀ ਕਹਿ ਸਕਦੇ ਹਾਂ ਵੀ ਤੂੰ ਸਭ ਸ੍ਰਿਸ਼ਟੀ ਦਾ ਕਰਤਾ ਹੈ, ਮੇਰਾ ਵੀ ਤੂੰ ਹੀ ਕਰਤਾ ਹੈ। ਲੇਕਿਨ ਪ੍ਰਸੰਗ ਚੱਲ ਰਿਹਾ ਕਰਤੱਬਾਂ ਦਾ, ਤੋ ਤੁਸੀਂ ਆਪਣੇ ਵਿਵੇਕ ਨਾਲ ਸਮਝ ਲਿਓ ਜਿਵੇਂ ਵੀ ਸਮਝਣਾ ਹੈ। ਸਰਵ ਕਰਤਵ ਮਮੰ ਕਰਤਾ, ਮੇਰਾ ਕਰਤਾ ਵੀ ਤੂੰ ਹੀ ਹੈ। ਜਾਂ ਮੈਂ ਜਿੰਨੇ ਵੀ ਕਰਤੱਵ ਕਰਦਾ ਜਾਂ ਕੁਛ ਵੀ ਕਰਦਾ ਹੈ, ਮੈਂ ਤੇਤੋਂ ਲੈ ਕੇ ਹੀ ਓਟ ਕਰਦਾ। ਤੂੰ ਮੈਨੂੰ ਵੀ ਉਹੋ ਜਿਹਾ ਬਣਾ ਦੇ ਆਪਣੇ ਵਰਗਾ, ਵੀ ਮੇਰੇ ਜਿਹੜੇ ਕਰਤੱਵ ਹੈ ਪੁੱਠੇ ਨਾ ਹੋ ਕੇ ਸ਼ੁਭ ਗੁਣਾਂ ਵਾਲੇ ਕਰਤੱਵ ਬਣਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਗਰੁੱਪ ਮੈਂਬਰ ਸਾਹਿਬਾਨ, ਗੁਰਮੁਖ ਸੱਜਣੋ, ਗਿਆਨੀ ਗੁਰਵਿੰਦਰ ਸਿੰਘ ਜੀ ਜੋ ਕਹਿਣਾ ਚਾਹੁੰਦੇ ਅਸਲ 'ਚ ਗੱਲ ਇਹ ਹੈ, ਉਹ ਸਹੀ ਗੱਲ ਵੀ ਹੈ। ਸਾਪ ਪੂੰਛ ਛੋਡੈ, ਬਿਖ ਨਹੀਂ ਛਾਡੈ। ਨਹੀਂ ਛੱਡੇ ਦਾ ਮਤਲਬ ਜਿਹੜਾ ਭਾਈ ਅਮਰੀਕ ਸਿੰਘ ਜੀ ਨੇ ਲਿਆ ਸ਼ਾਇਦ ਉਹ ਨਹੀਂ ਹੈ। ਨਹੀਂ ਛੱਡਣ ਦਾ ਮਤਲਬ ਹੈ ਵੀ ਉਹਦਾ ਸੁਭਾਅ ਬਦਲਦਾ ਨਹੀਂ, ਉਹਨੇ ਕੱਟਣਾ ਹੀ ਕੱਟਣਾ ਹੈ। ਉਹ ਛੱਡਦਾ ਹੈ ਕਿਵੇਂ? ਜੇ ਸੱਪ ਨੂੰ ਨਾ ਛੇੜੋ ਤਾਂ ਨਹੀਂ ਕੁਛ ਕਹਿੰਦਾ, ਜੇ ਕਿਤੇ ਪੈਰ ਵਗੈਰਾ ਉੱਪਰ ਰੱਖਿਆ ਗਿਆ ਤਾਂ ਉਹ ਵੱਢਦਾ ਹੈ, ਕੱਟਦਾ ਹੈ। ਉਹਦੇ ਦੋ ਫੈਂਗ ਹੁੰਦੇ, ਦੋ ਦੰਦ ਹੁੰਦੇ ਮੂਹਰੇ ਤੋਂ ਮੁੜੇ ਹੋਏ, ਉਹਨਾਂ ਨੂੰ ਫੈਂਗ ਕਿਹਾ ਜਾਂਦਾ। ਫੈਂਗਸ ਆਫ ਡੈਥ ਵੀ ਇਸੇ ਕਰਕੇ ਕਹਿੰਦੇ ਆ। ਉਹ ਵਿੱਚ ਗੱਡ ਦਿੰਦਾ ਹੈ ਤੇ ਉਲਟ ਕੇ ਜਦੋਂ ਉਲਟਦਾ ਹੈ ਨਾ, ਉਲਟਣੇ ਦੇ ਨਾਲ ਇੱਕ ਤਾਂ ਉਹਦੇ ਦੰਦ ਬਾਹਰ ਨਿਕਲ ਆਉਂਦੇ, ਤੇ ਉਲਟਣ ਦੇ ਨਾਲ ਜਿਹੜੀ ਗ੍ਰੰਥੀ ਹੁੰਦੀ ਅੰਦਰ ਜ਼ਹਿਰ ਦੀ ਭਰੀ ਵੀ 2-3 ਤੁਪਕੇ ਹੁੰਦੇ, 2.5 ਉਹਦੇ ਜ਼ਹਿਰ ਦੇ, ਉਹ ਇੰਜੈਕਟ ਕਰ ਦਿੰਦਾ ਵਿੱਚ। ਸੱਪ ਦੀ ਜ਼ਹਿਰ ਕਦੇ ਵੀ ਚਮੜੀ ਨੂੰ ਲੱਗੀ ਹੋਈ ਕਦੇ ਘਾਤਕ ਨਹੀਂ ਹੁੰਦੀ। ਈਵਨ ਜੇ ਮੂੰਹ 'ਚ ਵੀ ਆਪਾਂ ਚੂਸ ਲਈਏ ਤਾਂ ਵੀ ਕੁਛ ਨਹੀਂ ਕਹਿੰਦੀ ਉਹ, ਕਿਉਂਕਿ ਮੂੰਹ 'ਚ ਚੂਸ ਕੇ ਉਹਨੂੰ ਬਾਹਰ ਸਿੱਟ ਦਿਓ, ਕੁਰਲੀ ਕਰੋ, ਕੁਛ ਨਹੀਂ ਵਿਗੜੇਗਾ। ਇਸੇ ਕਰਕੇ ਸਪੇਰੇ ਵਗੈਰਾ ਇਸ ਤਰ੍ਹਾਂ ਕਰ ਵੀ ਲੈਂਦੇ, ਡਰ ਕਰਕੇ ਆਪਾਂ ਕਰਦੇ ਨਹੀਂ। ਸੱਪ ਦੀ ਜ਼ਹਿਰ ਹਮੇਸ਼ਾ ਹੀ ਬਲੱਡ ਵੈਸਲ ਦੇ ਰਾਹੀਂ ਜਾਂ ਨਰਵਸ ਦੇ ਰਾਹੀਂ ਅਸਰ ਕਰਦੀ ਹੈ। 2-3 ਕਿਸਮ ਦੀ ਹੁੰਦੀ ਹੈ ਜ਼ਹਿਰ। ਅਸੀਂ ਤਾਂ ਇਹ ਪਹਿਲਾਂ ਵੀ ਪੜ੍ਹੀਆਂ ਗੱਲਾਂ ਜੂਓਲੋਜੀ ਵਿੱਚ, ਔਰ ਹੁਣ ਵੀ ਦਵਾਈਆਂ ਦੇ ਵਿੱਚ ਵੀ ਸੱਪਾਂ ਤੋਂ ਕਈ ਦਵਾਈਆਂ ਬਣਦੀਆਂ, ਉਹਦੇ ਬਾਰੇ ਪੜ੍ਹੀ ਦਾ। ਤਾਂ ਉਹ ਜਿਹੜੀ ਸੱਪਾਂ ਦੀ ਜ਼ਹਿਰ ਹੁੰਦੀ ਹੈ, ਇੱਕ ਤਾਂ ਹੁੰਦੀਆਂ ਨਿਊਰੋਟੌਕਸਿਨਸ, ਜਿਹੜੀਆਂ ਸਾਡੇ ਨਰਵਸ ਸਿਸਟਮ ਨੂੰ ਡੈਮੇਜ ਕਰਕੇ ਪੈਰਾਲਾਈਸਿਸ ਕਰ ਦਿੰਦੀਆਂ, ਬੋਲ ਬੰਦ ਹੋ ਜਾਂਦਾ ਬੋਲਣੇ ਤੋਂ, ਬੁਲਬਰ ਪੈਰਾਲਾਈਸਿਸ ਕਹਿੰਦੇ ਜਿਹਨੂੰ। ਤੇ ਇੱਕ ਹੁੰਦੀਆਂ ਉਹ ਟੌਕਸਿਨ ਜਿਹੜੀਆਂ ਬਲੱਡ ਨੂੰ ਇੱਕਦਮ ਫਾੜ ਦਿੰਦੀਆਂ, ਸਾਡੇ ਕਲੌਟ ਕਰ ਜਾਂਦਾ, ਇੰਸਟੈਂਟ ਡੈਥ ਹੋ ਜਾਂਦੀ ਹੈ ਵਿਦਿਨ ਮਿਨਟਸ। ਕੋਬਰਾ ਸੱਪ ਤਾਂ ਵਿਦਿਨ 5 ਜਾਂ 10 ਮਿਨਟਸ ਵੀ ਮਾਰ ਦਿੰਦਾ। ਪਦਮ ਇੱਕ ਬਹੁਤ ਜ਼ਹਿਰੀਲਾ ਸੱਪ ਹੁੰਦਾ, ਉਹ ਬਹੁਤ ਛੇਤੀ ਮਾਰਦਾ ਬੰਦੇ ਨੂੰ। ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ, ਇਹ ਵੀ ਗੱਲ ਸੱਚੀ ਹੈ, ਕੁਛ ਹੁੰਦੇ ਆ, ਪਰ ਇਹਦਾ ਡਰ ਬਹੁਤ ਹੈ। ਡਰ ਇੰਨਾ ਹੈ ਵੀ ਕਈ ਦਫਾ ਜੇ ਕੰਡਾ ਵੀ ਚੁਭਿਆ ਹੋਏ ਔਰ ਸੱਪ ਨਜ਼ਰ ਆ ਜਾਏ ਕੁਦਰਤੀ, ਕਿਤੇ ਕਸੂਸਰਾ ਹੋਵੇ, ਝਾੜ ਝੂੰਡ ਹੋਵੇ, ਤਾਂ ਬੰਦਾ ਦਹਿਲ ਨਾਲ ਵੀ ਮਰ ਜਾਂਦਾ। ਡਰ ਬਹੁਤ ਹੈ ਇਹਦਾ। ਸੋ ਸੱਪ ਜਿਹੜਾ ਹੈ ਪੁੰਜ ਤਾਂ ਛੱਡ ਦਿੰਦਾ ਹੈ, ਪਰ ਜ਼ਹਿਰ ਨਹੀਂ ਛੱਡਦਾ ਕਦੇ ਵੀ। ਜ਼ਹਿਰ ਹਰ ਵਕਤ ਉਹਦੇ ਅੰਦਰ ਹੁੰਦੀ ਹੈ। ਜਦ ਵੀ ਉਹਨੂੰ ਖਤਰਾ ਭਾਸਣਾ ਕਿਸੇ ਤੋਂ ਵੀ, ਜਦੇ ਉਹਨੇ ਡੰਗ ਮਾਰਨਾ। ਇਹ ਨਹੀਂ ਹੈ ਵੀ ਉਹ ਜ਼ਹਿਰ ਨੂੰ ਰੱਖਦਾ ਹੈ, ਜ਼ਹਿਰ ਤਾਂ ਉਹਦੇ ਬਣਦੀ ਰਹਿੰਦੀ ਹੈ, ਨਿਕਲਦੀ ਰਹਿੰਦੀ ਹੈ, ਆਪਣੇ ਆਪ ਵੀ ਉਹ ਕੋਸ਼ਿਸ਼ ਕਰ ਲੈਂਦਾ ਕੱਢਣ ਦੀ। ਤੇ ਉਹਦਾ ਭਾਵ ਇਹੀ ਹੈ ਵੀ ਉਹ ਪੁੰਜ ਛੱਡ ਦੂਗਾ, ਲੇਕਿਨ ਜ਼ਹਿਰ ਨਹੀਂ ਛੱਡਦਾ। ਜ਼ਹਿਰੀਲਾ ਸੁਭਾਅ ਉਹਦਾ ਰਹੂਗਾ ਹੀ ਰਹੂਗਾ। ਸੁਭਾਵਿਕ ਤੌਰ ਤੇ ਇਹ ਨਹੀਂ ਹੈ ਵੀ ਸੱਪ ਉਹਨੂੰ ਬਚਾ ਕੇ ਰੱਖਦਾ ਹੋਵੇ ਵੀ ਕਿਤੇ ਮਜਬੂਰੀ ਬਸ, ਨੋ। ਉਹਦਾ ਸੁਭਾਅ ਹੈ ਕੱਟਣਾ, ਕੱਟੇਗਾ, ਚਾਹੇ ਦੁੱਧ ਵੀ ਪਿਆ ਦੋ ਤਾਂ ਵੀ ਕੱਟੇਗਾ, ਆਪਣਾ ਸੁਭਾਅ ਨਹੀਂ ਛੱਡਦਾ ਉਹ। ਇਹ ਭਾਵ ਜ਼ਿਆਦਾ ਸਹੀ ਹੈ ਭਾਈ ਗੁਰਵਿੰਦਰ ਸਿੰਘ ਜੀ ਵਾਲਾ। ਤੋ ਸੱਪਾਂ ਦੇ ਬਾਰੇ ਤਾਂ ਹੋਰ ਵੀ ਦੱਸ ਰਹੇ, ਕੋਲ ਖਾਸਾ ਭੰਡਾਰ ਹੈ, ਕਿਉਂਕਿ ਅਸੀਂ ਪੜ੍ਹਦੇ ਰਹੇ ਹਾਂ ਇਹਨਾਂ ਦੀਆਂ ਪ੍ਰਜਾਤੀਆਂ ਕਿੰਨੀਆਂ, ਕਿਸ ਤਰ੍ਹਾਂ ਦੀਆਂ ਇੰਡੀਆ 'ਚ ਕਿਹੜੇ ਕਿਹੜੇ ਮਿਲਦੇ ਆ। ਸੀ ਸਨੇਕ ਸਭ ਤੋਂ ਡੈਡਲੀ ਹੁੰਦੇ, ਯਾਨੀ ਭਿਆਨਕ ਹੁੰਦੇ ਜ਼ਹਿਰ ਉਹਨਾਂ ਦੀ। ਕਿੰਨੇ ਕਿਸਮ ਦੇ ਸੱਪ ਹੈ, ਉਹ ਸਾਰਾ ਕੁਛ ਚਲੋ ਉਹਦੀ ਆਪਾਂ ਨੂੰ ਜ਼ਰੂਰਤ ਨਹੀਂ। ਉਹ ਤਾਂ ਇੱਕ ਥੋੜ੍ਹੀ ਜਿਹੀ ਬਾਤ ਚੱਲ ਪਈ ਸੀ, ਇਸ ਕਰਕੇ ਚਾਰ ਵਟਾਂਦਰਾ ਆਪ ਜੀ ਨਾਲ ਸਾਂਝਾ ਕਰ ਦਿੱਤਾ। ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ ਵਾਹ, ਵਾਹ ਵਾਹ। ਗੁਰਮੁਖ ਹੋਵੇ
ਤਾਂ ਐਸਾ। ਭਾਈ ਅਮਰੀਕ ਸਿੰਘ ਜੀ, ਗਿਆਨੀ ਗੁਰਵਿੰਦਰ ਸਿੰਘ ਜੀ, ਭਾਈ ਜਸਪਾਲ ਵੀਰ ਸਿੰਘ ਜੀ, ਕਿਆ ਨਾਮ ਲਵਾਂ। ਸੰਗਤ ਦੇ ਵਿੱਚ ਬੈਠ ਕੇ ਆਪਣੇ ਔਗਣਾਂ ਨੂੰ ਫਰੋਲ ਦੇਣਾ, ਇਹ ਕਿਸੇ ਗੁਰਮੁਖ ਦੇ ਹੀ ਹਿੱਸੇ 'ਚ ਆਉਂਦਾ, ਦੂਜਾ ਨਹੀਂ ਕਰ ਸਕਦਾ। ਸੰਸਾਰੀ ਬੰਦਾ ਨਹੀਂ ਇਹ ਕੰਮ ਕਰ ਸਕਦਾ। ਤੋ ਭਾਈ ਅਮਰੀਕ ਸਿੰਘ ਜੀ, ਸਿਰ ਝੁਕਦਾ ਤੁਹਾਨੂੰ। ਸਾਰੇ ਗੁਰਮੁਖਾਂ ਨੂੰ ਝੁਕਦਾ, ਕਿਸੇ ਤੋਂ ਕੋਈ ਗੁਣ ਮਿਲ ਜਾਂਦਾ, ਕਿਸੇ ਤੋਂ ਕੋਈ ਮਿਲ ਜਾਂਦਾ। ਸੰਗਤ ਭਰੀ ਪਈ ਹੈ ਗੁਣਾਂ ਦਾ ਭੰਡਾਰ ਜੋ ਹੈ। ਉਹ ਸੱਪ ਦੇ ਬਾਰੇ 'ਚ ਥੋੜ੍ਹੀ ਜਿਹੀ ਵਿਚਾਰ ਹੋਰ ਆ ਗਈ ਦਿਮਾਗ 'ਚ। ਇਹ ਸੱਪ ਨੂੰ ਸੰਸਕ੍ਰਿਤ ਦੇ ਵਿੱਚ ਤਾਂ ਸਾਂਪ ਕਿਹਾ ਜਾਂਦਾ ਹੈ, ਹਿੰਦੀ 'ਚ ਵੀ ਸਾਂਪ ਕਿਹਾ ਜਾਂਦਾ ਹੈ। ਸੰਸਕ੍ਰਿਤ ਔਰ ਹਿੰਦੀ ਦੇ ਵਿੱਚ ਸਾਂਪ ਕਿਹਾ ਜਾਂਦਾ ਹੈ। ਦਾਸਰੇ ਨੇ ਇੱਕ ਭਈਏ ਨੂੰ ਸੰਪ ਕਹਿੰਦੇ ਵੀ ਸੁਣਿਆ ਸੀ, ਕਈ ਵਾਰ ਕਿਹਾ ਉਹਨੇ, ਖੁਦੇ ਵੀ ਸੀਗਾ। ਉਹ ਦੇਖੋ ਸੰਪ ਬੜਾ, ਸੰਪ ਗਿਰਾ ਹੁਆ ਹੈ। ਆਪਾਂ ਸੱਪ ਕਹਿੰਦੇ ਹਾਂ। ਗੁਰਬਾਣੀ 'ਚ ਸਾਪ ਲਿਖਿਆ ਹੈ। ਭਾਈ ਗੁਰਵਿੰਦਰ ਸਿੰਘ ਜੀ ਨੇ ਵੀ ਸਾਪ ਹੀ ਪੜ੍ਹਿਆ। ਲਿਖਿਆ ਵਾ ਤਾਂ ਇਸ ਤਰ੍ਹਾਂ ਹੀ ਹੈ, ਸੱਸੇ ਨੂੰ ਕਰਨਾ ਪੱਪਾ। ਜੇ ਆਪਾਂ ਇਹਨੂੰ ਹਿੰਦੀਆਈਜ਼ ਕਰਕੇ ਪੜ੍ਹੀਏ ਤਾਂ ਸਾਂਪ ਬਣਦਾ ਹੈ, ਅਦਰਵਾਈਜ਼ ਸੱਪ ਬਣਦਾ ਹੈ। ਜਿਵੇਂ ਮਰਜ਼ੀ ਪੜ੍ਹ ਲਓ, ਇਹਦਾ ਕੋਈ ਰੌਲਾ ਨਹੀਂ, ਪਤਾ ਹੋਣਾ ਚਾਹੀਦਾ ਬਸ। ਤੋ ਜਿਹੜਾ ਸਾਧ ਸੰਗਤ ਜੀ ਉਹ ਸੱਪ ਹੈ, ਸੱਪ ਦਾ ਮਣਕਾ ਵੀ ਹੁੰਦਾ। ਦਾਸਰੇ ਕੋਲ ਵੀ ਹੈਗਾ। ਉਹ ਕਿਸੇ ਬੰਗਾਲੇ ਨਾਲ ਆੜੀ ਲਗਾ ਕੇ ਉਸ ਤੋਂ ਲਿਆ ਸੀ, ਜਿਹੜੇ ਸਪੇਰੇ ਹੁੰਦੇ, ਗੋਲ ਜਿਹਾ ਹੁੰਦਾ, ਤੁੱਕੇ ਤੋਂ ਬੜਾ ਹੁੰਦਾ, ਕਿੱਕਰ ਦੇ ਤੋਂ। ਔਰ ਉਹਨੂੰ ਜੇ ਪਾਣੀ 'ਚ ਸਿੱਟ ਦਿਓ, ਉਹਦੇ 'ਚੋਂ ਲਗਾਤਾਰ ਭਾਵੇਂ 10 ਦਿਨ ਪਿਆ ਰਿਹਾ, ਵਿੱਚ ਤੋਂ ਪਾਣੀ ਦੀ ਇੱਕ ਲਾਈਨ ਬੁਲਬੁਲਿਆਂ ਦੀ ਉੱਪਰ ਨੂੰ ਛੋਟੇ ਛੋਟੇ ਬੁਲਬੁਲੇ ਬਣ ਕੇ ਆਈ ਜਾਂਦੀ। ਉਹ ਅਸਲੀ ਉਹਦੀ ਪਛਾਣ ਹੁੰਦੀ ਉਹ। ਇਹ ਵੀ ਉਹਨੇ ਦੱਸੀ ਸੀ ਮੈਨੂੰ ਬਾਤ, ਪ੍ਰੇਮ ਵਿੱਚ ਕਿਤੇ ਬਾਤਾਂ ਹੋ ਗਈਆਂ ਸੀਗੀਆਂ ਉਹਦੇ ਨਾਲ। ਲਿਆ ਵੀ ਕੁਛ ਨਹੀਂ ਸੀ ਉਹਨੇ, ਤਾਂ ਹੀ ਫਿਰ ਪਿਓਰਟੀ ਦੀ ਗੱਲ ਹੈ। ਅਦਰਵਾਈਜ਼ ਇਹਦੇ ਪਿੱਛੇ ਵਪਾਰ ਵੀ ਚੱਲਦਾ, ਨਕਲੀ ਮਣਕਾ ਦੇ ਕੇ ਲੋਕ ਪੈਸੇ ਵੀ ਲੈ ਜਾਂਦੇ ਸਪੇਰੇ। ਉਹਨੇ ਕੁਛ ਨਹੀਂ ਸੀ ਲਿਆ। ਕਿਸੇ ਟਾਈਮ ਦਾਸ ਨੇ ਉਹਨੂੰ ਵੈਸੇ ਕੁਛ ਆਪਣੇ ਵੱਲੋਂ ਆਫਰ ਕਰਤਾ ਸੀ, ਉਹ ਦੇ ਦਿੱਤਾ ਸੀ, ਉਹਨੇ ਨਹੀਂ ਸੀ ਮੰਗਿਆ। ਜਿਹੜਾ ਉਹ ਮਣਕਾ ਹੁੰਦਾ, ਉਹ ਲੱਗਦਾ ਵੀ ਦੇਖਿਆ ਦਾਸ ਨੇ। ਸਾਡੇ ਖੇਤ ਵਿੱਚ ਨਾ ਇੱਕ ਜਿਹੜੀ ਗੰਨੇ ਦੀ ਖੋਈ ਹੁੰਦੀ ਹੈ, ਘਲਾੜੀ ਦੇ ਵਿੱਚੋਂ ਦੀ ਨਿਕਲੇ ਹੋਏ ਜਿਹੜੇ ਤੱਥੇ ਖੋਈ ਦੀ ਕੁਪਟੀ ਲੱਗੀ ਹੋਈ ਸੀਗੀ, ਉਹਦੇ ਵਿੱਚ ਸੱਪ ਦੇਖਿਆ ਸੀ। ਬੰਗਾਲੇ ਨੂੰ ਬੁਲਾਇਆ, ਉਹਨੇ ਇੱਕ ਤਾਂ ਲਿਆ ਫੜ, ਲੰਬਾ ਸੀ ਕਾਫੀ, 4-5 ਹੱਥ ਲੰਬਾ। ਫਿਰ ਘਰ ਤੋਂ ਦੁੱਧ ਵੀ ਮੰਗਾਇਆ ਸੀ, ਇੱਕ ਕੱਪੜਾ ਉਹਨੂੰ ਪਕੜਨ ਖਾਤਰ, ਉਹ ਮੰਗਾ ਲਿਆ। ਜਦੋਂ ਉਹਨੇ ਇੱਕ ਪਕੜ ਲਿਆ, ਉਹ ਕਹਿੰਦਾ ਵੀ ਇਹਦਾ ਜੋੜਾ ਵੀ ਹੈਗਾ, ਹੋਰ ਵੀ ਹੈ ਇੱਕ ਉਰੇ। ਮੈਂ ਕਿਹਾ ਜੀ ਉਹ ਵੀ ਫੜ ਲਓ। ਉਹ ਬੀਨ ਵਜਾਉਂਦਾ ਵਜਾਉਂਦਾ ਜਦੋਂ ਉਹਨੇ ਉਹ ਪਕੜਿਆ, ਉਹ ਛੋਟੀ ਜਿਹੀ ਸੀ, 1.5 ਫੁੱਟ ਦੀ ਸੱਪਣ। ਉਹਨੇ ਬੜਾ ਕਾਬੂ ਕਰਿਆ, ਕਹੀ ਜਾਵੇ ਕੱਪੜਾ ਦੇ ਦਿਓ। ਉੱਥੇ ਖੇਤ ਵਿੱਚ ਕੱਪੜਾ ਹੋਰ ਹੈ ਨਹੀਂ ਸੀ ਕੋਈ ਵੀ। ਉਹ ਬਸ ਏਦਾਂ ਉੱਦਾਂ ਕਰਦਾ ਕੁਰਦਾ ਸੋਟੀ ਜੀ ਨਾਲ ਉਹ ਡੰਗ ਮਾਰ ਗਈ ਉਹਦੇ ਹੱਥ ਦੇ ਉੱਤੇ। ਡੰਗ ਮਾਰੀ, ਉਹਦਾ ਇੱਕ ਨਾਲ ਬੱਚਾ ਸੀ ਛੋਟਾ ਜਿਹਾ, ਕੋਈ ਹੁਣ 8-10 ਸਾਲ ਦਾ। ਉਹਨੂੰ ਉਹ ਕਹਿੰਦਾ ਵੀ ਛੇਤੀ ਕਰ, ਮੈਨੂੰ ਉਹ ਫੜਾ, ਅਰਨਾ ਬੂਟੀ ਫੜਾ। ਉਹਨੇ ਅਰਨਾ ਬੂਟੀ ਉਤੋਂ ਲਈ ਬੱਚੇ ਤੋਂ, ਮੂੰਹ 'ਚ ਪਾ ਕੇ ਚੱਬੀ। ਔਰ ਦੇਖਦੇ ਹੀ ਦੇਖਦੇ, ਵੈਸੇ ਤਾਂ ਗਰਮੀ ਦਾ ਮਹੀਨਾ ਵੀ ਸੀ, ਪਰ ਉਹਨੂੰ ਤ੍ਰਿਲੀ ਆ ਗਈ। ਉਹ ਘਬਰਾਹਟ ਵੀ ਥੋੜ੍ਹੀ ਜਿਹੀ ਮਹਿਸੂਸ ਹੋਈ ਸਾਨੂੰ, ਉਹਦੇ ਬੋਲਾਂ ਤੋਂ ਔਰ ਹਾਵ ਭਾਵ ਤੋਂ ਪਤਾ ਲੱਗ ਰਿਹਾ ਸੀ। ਫਿਰ ਉਹਨੇ ਉਹ ਮਣਕਾ ਕੱਢ ਕੇ, ਹਾਲਾਂਕਿ ਉਹ ਦੁੱਧ ਵਿੱਚ ਧੋ ਕੇ ਕਹਿੰਦੇ ਆ ਵੀ ਲਾਈ ਦਾ ਹੁੰਦਾ, ਪਰ ਉੱਥੇ ਦੁੱਧ ਵੀ ਨਹੀਂ ਸੀ। ਉਹ ਪਹਿਲੀ ਵਾਰ ਹੀ ਖਤਮ ਹੋ ਲਿਆ, ਜਿਹੜਾ ਥਾ ਉਹਨੇ ਪਾਪ ਦਿੱਤਾ ਸੀ, ਜਿਹੜੀ ਕਾਰਜੀ ਕੱਢੀ ਸੀ ਗੋਲ ਗੋਲ। ਫਿਰ ਉਹਨੇ ਇਸ ਤਰ੍ਹਾਂ ਹੀ ਲਗਾ ਤਾ। ਕੋਈ 10 ਜਾਂ 15 ਕੁ ਮਿੰਟ ਲੱਗਿਆ ਰਿਹਾ, ਉਹ ਤੋੜਦਾ ਰਿਹਾ ਐਂ ਹੱਥ ਦੇ ਉਂਗਲੀ ਮਾਰ ਮਾਰ ਕੇ, ਪਰ ਉਹ ਨਹੀਂ ਟੁੱਟਿਆ। ਜਦ ਉਹਨੇ ਪੂਰਾ ਚੂਸ ਲਿਆ ਜ਼ਹਿਰ ਨੂੰ, ਫਿਰ ਉਹ ਪੋਲਾ ਜਿਹਾ ਐਂ ਕਰਿਆ, ਉਹ ਬਾਹਰ ਗਿਰ ਪਿਆ। ਫਿਰ ਉਹਨੇ ਐਂ ਨਿਚੋੜੀ, ਉਹਦੇ 'ਚੋਂ 2-2.5 ਤੁਪਕੇ ਜ਼ਹਿਰ ਦੇ ਨਿਕਲੇ, ਉਹ ਦਿਖਾਈ ਸਾਨੂੰ। ਠੀਕ ਰਿਹਾ ਉਹਦਾ, ਫਿਰ ਕੁਛ ਨਹੀਂ ਵਿਗੜਿਆ, ਜਦੇ ਮੌਕੇ ਪਰ ਲੱਗ ਗਿਆ ਉਹ। ਸੋ ਇਹ ਮਣਕਾ ਵੀ ਹੁੰਦਾ ਸੱਪ ਦਾ। ਪਰ ਜਿਹੜਾ ਇਹ ਕੀਲਦੇ ਆ, ਕੁਛ ਮੰਤਰ ਜੇ ਪੜ੍ਹਦੇ ਆ, ਗੁਰਬਾਣੀ 'ਚ ਵੀ ਜ਼ਿਕਰ ਆਉਂਦਾ ਉਹਨਾਂ ਦਾ, ਉਸ ਗੱਲ ਦੀ ਅਜੇ ਕੋਈ ਵਜਾਹਤ ਨਹੀਂ ਹੈ ਵੀ ਉਹਦੇ 'ਚ ਕੋਈ ਦਮ ਹੈ, ਜਾਂ ਇਹ ਲੋਕਾਂ ਨੂੰ ਪ੍ਰਭਾਵਿਤ ਕਰਨ ਖਾਤਰ ਕਰਦੇ ਆ। ਕਿਉਂਕਿ ਜਾਨਵਰ ਜਾਨਵਰ ਹੈ, ਉਹਨੂੰ ਬੰਗਾਲੀ ਦੇ ਬੋਲੇ ਹੋਏ ਬੋਲਾਂ ਦਾ ਅਸਰ ਹੁੰਦਾ ਹੋਊਗਾ। ਇਹ ਗੱਲ ਕੁਛ ਪਤਾ ਨਹੀਂ, ਰੱਬ ਜਾਣੇ, ਹੋ ਸਕਦਾ, ਕਿਉਂਕਿ ਇਹਦਾ ਹਵਾਲਾ ਗੁਰਬਾਣੀ 'ਚ, ਇਸ ਕਰਕੇ ਅਜੇ ਇਹਦੀ ਖੋਜਬੀਨ ਚੱਲਦੀ ਹੈ। ਦਾਸਰੇ ਵੱਲੋਂ ਵੀ ਹੈ, ਹੋਰ ਨੂੰ ਵੀ ਕਿਹਾ ਹੋਇਆ ਵੀ ਯਾਰ ਇਹ ਗੱਲ ਵੀ ਆਪਾਂ ਨੇ ਪਕੜਨੀ ਹੈ, ਵੀ ਗੱਲ ਕਿੱਥੇ ਕੁ ਤੱਕ ਵਾਜਬ ਹੈ ਇਹਨਾਂ ਦੀ। ਮੰਤਰ ਤਾਂ ਉਹਨੇ ਪੜ੍ਹਿਆ ਵਾ ਸੀਗਾ ਕੀਲਣੇ ਦਾ, ਫਿਰ ਵੀ ਉਹਨੂੰ ਵੱਢਿਆ।
ਇੱਥੋਂ ਵੀ ਫਿਰ ਡਾਊਟ ਪੈਦਾ ਹੋਈ। ਫਿਰ ਇਹ ਦੁੱਧ 'ਚ ਧੋ ਕੇ ਲਾਉਂਦੇ, ਉੱਥੇ ਦੁੱਧ ਵੀ ਕੋਈ ਨਹੀਂ ਸੀ, ਓਕਣੇ ਲੱਗ ਗਿਆ। ਫਿਰ ਹੋਰ ਲੋਕਾਂ ਦੇ ਵੀ ਦੱਸ ਰਹੇ ਨੇ, ਬਾਅਦ 'ਚ ਲਾ ਕੇ ਦੇਖੇ, ਕਦੇ ਕਦਾਈ ਆਉਂਦਾ ਹੁੰਦਾ ਇਹੋ ਜਿਹਾ ਕੇਸ, ਉਹ ਸੇਵਾ ਦੇ ਤੌਰ 'ਤੇ ਰੱਖਿਆ ਹੋਇਆ। ਫਿਰ ਇਹ ਜਿਹੜਾ ਸੱਪ ਹੁੰਦਾ ਹੈ, ਇਹਦੀ ਜਿਹੜੀ ਜ਼ਹਿਰ ਹੈ, ਇਹ ਜ਼ਹਿਰ ਜੇ ਤਾਂ 2 ਜਾਂ 3 ਮਿੰਟ ਦੇ ਵਿੱਚ ਲੱਗ ਜੇ ਮਣਕਾ ਤਾਂ ਵਧੀਆ, ਪਰ ਇੰਨੀ ਛੇਤੀ ਹੁੰਦਾ ਵੀ ਕਿਹਦੇ ਕੋਲ। ਇਹਦਾ ਬੈਸਟ ਇਲਾਜ ਇਹ ਹੈ ਵੀ ਬਲੇਡ ਕੋਈ ਜਾਂ ਚਾਕੂ ਮੌਕੇ ਪਰ ਜੋ ਵੀ ਮਿਲਿਆ, ਦਾਤੀ ਮਿਲ ਜਾਏ, ਫੱਟ ਦੇ ਕੇ ਉਹ ਜ਼ਖਮ ਨੂੰ ਪਾੜ ਦੋ। 2 ਇੰਚ 1.5 ਇੰਚ ਉੱਧਰ ਅੱਧਰ ਨੂੰ 4 ਜਗ੍ਹਾ ਕਰ ਦੋ ਉਹਨੂੰ, ਕ੍ਰੋਸ ਜਾਂ ਮਾਰ ਦੋ, ਔਰ ਫਿਰ ਘੁੱਟ ਦੋ। ਜੇ ਫਰਜ਼ ਕਰੋ ਹੱਥ ਪਰ ਲੜਿਆ ਤਾਂ ਗੁੱਟ ਕੋਲ ਤੇ ਬਾਂਹ ਨੂੰ ਘੁੱਟ ਕੇ ਬੰਨ ਦੋ, ਤੇ ਉਹਨੂੰ ਐਂ ਨਿਚੋੜ ਦੋ ਘੁੱਟ ਘੁੱਟ ਕੇ, ਜਿੰਨਾ ਵੀ ਖੂਨ ਨਿਕਲੂਗਾ ਉਹਦੇ ਨਾਲ ਉਹ ਜ਼ਹਿਰ ਨਿਕਲ ਜਾਂਦੀ ਹੈ। ਤਾਂ ਹੁਣ ਤਾਂ ਵੈਸੇ ਇਹਦਾ ਮੈਡੀਕਲ 'ਚ ਵੀ ਇਲਾਜ ਥੋੜ੍ਹਾ ਬਹੁਤ ਹੈ, ਪਰ ਪੱਕਾ ਉਹ ਵੀ ਨਹੀਂ ਹੈ। PGI 'ਚ ਵੀ ਦੱਸ ਰਹੇ ਨੇ, ਦੇਖਿਆ ਲੋਕਾਂ ਨੂੰ ਮਰਦੇ ਸੱਪਾਂ ਦੇ ਨਾਲ। ਚਾਹੇ ਤਾਂ ਕੁਛ ਟਾਈਮ ਲੱਗ ਜਾਂਦਾ ਲਿਜਾਣੇ ਨੂੰ, ਘੰਟੇ 2 ਘੰਟੇ, ਚਾਹੇ ਵੈਸੇ ਵੀ ਜਿਹੜਾ ਐਂਟੀਵੀਨਮ ਟੀਕਾ ਵੀ ਆਉਂਦਾ ਉਹ ਵੀ ਕੋਈ ਕਾਰਗਰ ਨਹੀਂ ਹੈ। ਪਹਿਲਾਂ ਤਾਂ ਇਹ ਨਹੀਂ ਪਤਾ ਲੱਗਦਾ ਵੀ ਸੱਪ ਕਿਹੜੀ ਜਾਤੀ ਦਾ ਸੀਗਾ, ਤੇ ਉਹ ਸਗੋਂ ਉਲਟਾ ਉਹਦੇ ਨਾਲ ਕਈ ਦਫਾ ਐਨਾਫਾਈਲੈਕਟਿਕ ਸ਼ੌਕ ਵੀ ਲੱਗਦਾ ਉਹ ਐਂਟੀਵੀਨਮ ਟੀਕੇ ਦੇ ਨਾਲ, ਵੈਸੇ ਵੀ ਡੈਥ ਹੋ ਜਾਂਦੀ ਉਹਦੇ ਨਾਲ। ਜਿਵੇਂ ਕੁੱਤੇ ਦੇ ਵੱਢੇ ਹੋਏ ਤਾਂ ਜਿਹੜੇ ਆਪਾਂ ਟੀਕੇ ਲਾਉਂਦੇ ਹਾਂ ਨਾ, ਵੈਕਸੀਨ ਚੜਾਉਂਦੇ ਹਾਂ, ਉਹਦੇ ਨਾਲ ਅਧਰੰਗ ਹੋ ਜਾਂਦਾ, ਪੈਰਾਲਾਈਸਿਸ ਹੋ ਜਾਂਦਾ। ਦੱਸ ਰਹੇ ਨੇ ਦੇਖੀਆਂ 2-3 ਐਸਿਆ 2-3 ਬੀਬੀਆਂ ਨੂੰ ਦੇਖਿਆ ਸੀਗਾ ਜਿਹੜੀਆਂ ਬਿਲਕੁਲ ਪੈਰਾਲਾਈਸਿਸ ਹੋਈ। ਇੱਕ ਤਾਂ ਲੇਡੀ ਡਾਕਟਰ ਸੀ ਉਹਨਾਂ 'ਚ, ਕੁੱਤੇ ਦੇ ਵੱਢੇ ਤੋਂ ਟੀਕੇ ਲਵਾਏ ਸੀ ਉਹਨੇ, ਉਹ ਟੀਕਿਆਂ ਦੇ ਨਾਲ ਪੈਰਾਲਾਈਸਿਸ ਹੋ ਗਿਆ ਸੀ ਉਹਨੂੰ। ਚਲੋ ਇਹ ਜਾਣਕਾਰੀ ਹੈ, ਕਿਤੇ ਨਾ ਕਿਤੇ ਕੰਮ ਆ ਜਾਂਦੀ ਜ਼ਿੰਦਗੀ ਵਿੱਚ। ਜਿੱਥੇ ਆਪਾਂ ਰੋਜ਼ ਗੁਰਬਾਣੀ ਦੀ ਸਿੰਸੀਅਰਟੀ ਦੇ ਨਾਲ ਵਿਚਾਰ ਕਰਦੇ ਹਾਂ, ਗੰਭੀਰਤਾ ਨਾਲ ਵਿਚਾਰਾਂ ਸੁਣਦੇ ਹਾਂ, ਉੱਥੇ ਇਹ ਜਿਹੜੀਆਂ ਜ਼ਿੰਦਗੀ 'ਚ ਆਉਣ ਵਾਲੇ ਕੰਮ ਹੈ, ਚੀਜ਼ਾਂ ਹੈ, ਉਹ ਵੀ ਚੰਗੀ ਗੱਲ ਹੈ। ਜੇ ਆਪਾਂ ਨੂੰ ਕੋਈ ਦੱਸੇ ਚੰਗਾ ਹੀ ਹੈ, ਸਾਨੂੰ ਵੀ ਕੋਈ ਦੱਸੇ, ਅਸੀਂ ਵੀ ਬੜੇ ਪ੍ਰੇਮ ਨਾਲ ਸੁਣਦੇ ਹੁੰਦੇ, ਜ਼ਿੰਦਗੀ 'ਚ ਕੰਮ ਆਉਣ ਵਾਲੀਆਂ ਬਾਤਾਂ ਹੈ। ਤਾਂ ਚਲੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ ਭਾਈ ਗੁਰਵਿੰਦਰ ਸਿੰਘ ਜੀ, ਉਹ ਥੋੜ੍ਹੀ ਜਿਹੀ ਜਾਣਕਾਰੀ ਹੋਰ ਹੈ ਤਾਂ ਖਾਸੀ ਹੈ, ਪਰ ਚਲੋ ਜਿੰਨੀ ਜਿੰਨੀ ਆਈ ਜਾਂਦੀ ਹੈ ਦਿਮਾਗ 'ਚ ਕਰੀ ਜਾਈਦੀ ਸਾਂਝੀ। ਭਾਈ ਗੁਰਦਾਸ ਜੀ ਨੇ ਵੀ ਹਵਾਲਾ ਦਿੱਤਾ ਇੱਕ ਜਗ੍ਹਾ, ਵਿਓ ਨੱਸੈ ਅੱਕ ਦੁੱਧ, ਸੱਪ ਖਾਧਾ ਖਾਏ ਅੱਕ ਨਰੋਆ। ਸੱਪ ਦੀ ਜਿਹੜੀ ਵਿਸ ਹੈ, ਜਿਹੜਾ ਅੱਕ ਹੁੰਦਾ ਡੋਡਿਆਂ ਵਾਲਾ, ਉਹਦੇ ਦੁੱਧ ਦੇ ਨਾਲ ਉਹ ਖਤਮ ਹੋ ਜਾਂਦੀ ਹੈ। ਇਹ ਵੀ ਚੀਜ਼ ਸਪੇਰੇ ਨਹੀਂ ਦੱਸੀ ਸੀ ਸਾਨੂੰ, ਵੀ ਜਦੋਂ ਕਿਸੇ ਦੇ ਸੱਪ ਲੜ ਜੇ ਤਾਂ ਫੱਟ ਦੇ ਕੇ ਅੱਕ ਟੋਲੋ, ਕਿਤੇ ਨੇੜੇ ਤੇੜੇ ਹੁੰਦਾ, ਆਮ ਪਿੰਡਾਂ 'ਚ ਮਿਲ ਜਾਂਦਾ ਕਿਤੇ ਨਾ ਕਿਤੇ ਖੜਾ, ਉਹਦੇ ਪੱਤੇ ਤੋੜ ਕੇ ਉਹਦੇ 'ਚੋਂ ਦੁੱਧ ਜਿਹਾ ਨਿਕਲਦਾ ਹੁੰਦਾ, ਮਿਲਕੀ ਜਿਹਾ ਜੂਸ, ਚਿੱਟਾ ਚਿੱਟਾ ਦੁੱਧ ਵਰਗਾ, ਉਹ ਉੱਪਰ ਉਹਦੇ ਪਾ ਦਿਓ ਜ਼ਖਮ ਦੇ, ਤੇ ਉਹਦੇ ਕੁਛ ਪੱਤੇ ਚੱਬ ਲਓ, ਉਹਦੇ ਨਾਲ ਜ਼ਹਿਰ ਹਟ ਜਾਂਦੀ। ਦੇਖਿਆ ਤਾਂ ਨਹੀਂ ਇਹ ਕਦੇ ਕਰਕੇ, ਪਰ ਭਾਈ ਗੁਰਦਾਸ ਜੀ ਦਾ ਜਦੋਂ ਹਵਾਲਾ ਪੜ੍ਹਿਆ, ਫਿਰ ਮਨ ਨੂੰ ਲੱਗੀ ਗੱਲ ਵੀ ਸਪੇਰੇ ਨੇ ਜਿਹੜੀ ਗੱਲ ਕਹੀ ਸੀ ਉਹ ਤਾਂ ਫਿਰ ਸਹੀ ਗੱਲ ਹੈ। ਉਹਨੇ ਇਹੀ ਦੱਸਿਆ ਸੀਗਾ ਵੀ ਮੰਤਰ ਵੀ ਹੈਗਾ ਸਾਡੇ ਕੋਲ, ਉਹਦੇ ਕੋਲ ਵੀ ਸੀ ਮੰਤਰ, ਇੱਕ ਹੋਰ ਟੱਕਰ ਗਿਆ ਸੀ ਸਾਨੂੰ, ਕੋਈ ਨਾ ਕੋਈ ਮਿਲਦਾ ਹੀ ਰਹਿੰਦਾ, ਪਿੰਡਾਂ 'ਚ ਆ ਜਾਂਦੇ ਉਹ ਮੰਗਣ ਬੀਨ ਵਜਾ ਕੇ। ਉਹ ਕਹਿੰਦਾ ਵੀ ਮਣਕਾ ਵੀ ਹੁੰਦਾ ਇਹਦਾ, ਪਰ ਪਿੰਡਾਂ ਦੇ ਵਿੱਚ ਜੇ ਮਣਕਾ ਤਾਂ ਦੂਰ, ਕਿਤੇ ਸ਼ਹਿਰ 'ਚ ਜਾ ਕੇ ਕਿਤੇ ਟੋਲੂਗੇ ਮੰਤਰੀਆਂ ਨੂੰ ਜਾਂ ਕਿਸੇ ਸਪੇਰੇ ਨੂੰ, ਵੀ ਤੁਸੀਂ ਅੱਕ ਦਾ ਪ੍ਰਯੋਗ ਕਰਿਆ ਕਰੋ, ਦੱਸ ਦਿਆ ਕਰੋ ਲੋਕਾਂ ਨੂੰ, ਵੀ ਜੇ ਕਿਸੇ ਦਾ ਐਸਾ ਚਾਂਸ ਕਦੇ ਕਦਾਈ ਹੁੰਦਾ। ਸਾਡੇ ਪਿੰਡ ਵਿੱਚ ਪਿਛਲੇ 30-40 ਸਾਲ ਤੋਂ ਇੱਕ ਨੌਜਵਾਨ ਦੀ ਮੌਤ ਹੋਈ ਹੈ, ਚਰੀ ਦੇ ਵਿੱਚ ਰੇਹ ਖੰਡਾ ਰਿਹਾ ਸੀ ਉਹ, ਯੂਰੀਆ ਖਾਦ, ਉਹਦੀ ਡੈਥ ਹੋ ਗਈ ਸੀ। ਫਿਰ ਉਹ ਜਦੋਂ ਉਹਦੇ ਲੜਿਆ, ਪਹਿਲਾਂ ਉਹ ਅੱਧਾ ਘੰਟਾ ਉਹਨੇ ਗੌਰ ਨਹੀਂ ਕਰੀ, ਜਦ ਫਿਰ ਲੱਗਿਆ ਕੁਛ ਵਿਸ ਜੀ ਚੜ੍ਹਨ, ਫਿਰ ਉਹਨੇ ਹੱਥ ਹੁੱਥ ਹੌਲਾ ਵੀ ਕਰਾਇਆ, ਕੁਛ ਕਰਿਆ, ਪਰ ਨਹੀਂ, ਉਹ ਚੰਡੀਗੜ੍ਹ ਲੈ ਗਏ, PGI ਜਾ ਕੇ ਡੈਥ ਹੋ ਗਈ ਸੀ ਉਹਦੀ। ਹੋਰ ਆਮ ਤਾਂ ਇਹ ਕਦੇ ਹੁੰਦਾ ਹੀ ਨਹੀਂ, ਕਦੇ ਕਦਾਈ ਐਸੇ ਵਰਤਾਰੇ ਹੁੰਦੇ ਆ। ਤੋ ਬਿਲਕੁਲ ਠੀਕ ਹੈ ਜੀ ਬਾਤ। ਗੁਜਰਾਤ ਦੇ ਵਿੱਚ ਬਹੁਤ ਪੋਸੀਬਿਲਿਟੀ ਹੈ, ਅਤੇ ਤੁਹਾਡੀ ਗੱਲ ਸਹੀ ਹੋ ਬਿਲਕੁਲ ਹੋਊਗੀ, ਵੀ ਸਾਫ਼ ਕਹਿੰਦੇ ਹੋਣਗੇ, ਕਿਉਂਕਿ ਬੋਲੀ ਭਾਸ਼ਾ ਅਲੱਗ ਅਲੱਗ ਹੈ, ਇਸ ਤਰ੍ਹਾਂ ਹੋ ਸਕਦਾ। ਉਹ ਹੁਣ ਤਾਂ ਹੀ ਫਿਰ ਦੱਸ ਰਹੇ ਨੇ ਕਿ ਅਸੀਂ ਵੀ ਜਿਵੇਂ ਵੀ ਕੋਈ ਬੁਲਾਉਂਦਾ ਭਾਈ ਠੀਕ ਹੈ ਬੋਲੋ,
ਹਾਂਜੀ, ਜੇ ਟਕਸਾਲੀ ਭਾਸ਼ਾ ਦੇਖੀਏ ਤਾਂ ਫਿਰ ਗੱਲ ਹੋਰ ਹੈ। ਜਿਵੇਂ ਆਪਣੇ ਪੰਜਾਬੀ ਦੇ ਕਿੰਨੇ ਹੀ ਡਾਇਲੈਕਟਸ ਹੈ, ਪੁਆਧੀ, ਪੋਠੋਹਾਰੀ, ਪਹਾੜੀ, ਮਲਵਈ, ਦੁਆਬੀ, ਮਝੈਲਾਂ ਦੀ ਬੋਲੀ। ਪਰ ਟਕਸਾਲੀ ਬੋਲੀ ਮੰਨਦੇ ਆ ਜਿਹੜੀ ਅੰਮ੍ਰਿਤਸਰ ਦੀ ਹੈ, ਬਟਾਲਾ ਤਹਿਸੀਲ ਜਿਹੜੀ ਗੁਰਦਾਸਪੁਰ ਦੀ ਹੈ, ਉਹਦੀ ਖਾਸ ਕਰਕੇ ਲਿਖਤ ਵੀ ਉਹਦੇ ਵਿੱਚ ਲਿਖੀ ਜਾਂਦੀ ਹੈ ਤੇ ਕੋਸ਼ਿਸ਼ ਕਰੀ ਦੀ ਹੈ ਬੋਲਣ ਦੀ, ਪਰ ਫਿਰ ਵੀ ਆਪਣੀ ਡਾਇਲੈਕਟ ਬੋਲ ਹੋ ਜਾਂਦੀ ਹੈ। ਹਰ ਇਲਾਕੇ ਦੀ ਥੋੜ੍ਹੀ ਥੋੜ੍ਹੀ ਫਰਕ ਹੁੰਦਾ ਹੀ ਹੈ, ਭਾਵੇਂ ਕਿ ਲਿਖਣ ਵਿੱਚ ਤਾਂ ਟਕਸਾਲੀ ਉਹ ਲਿਖੀ ਜਾਂਦੀ ਹੈ, ਪਰ ਬੋਲਣ ਵਿੱਚ ਜ਼ਰੂਰ ਫਰਕ ਹੁੰਦਾ। ਹਰ ਬੰਦੇ ਦੀ ਇਲਾਕੇ ਦੀ ਭਾਸ਼ਾ ਅਲੱਗ ਅਲੱਗ ਹੁੰਦੀ ਹੈ। ਤੋ ਦੇਅਰ ਇਜ਼ ਗ੍ਰੇਟ ਪੋਸੀਬਿਲਿਟੀ ਵੀ ਉੱਥੇ ਸਾਪ ਕਹਿੰਦੇ ਹੋਣਗੇ। ਅੰਗਰੇਜ਼ੀ 'ਚ ਇਹਨੂੰ ਸਨੇਕ ਜਾਂ ਸਰਪੈਂਟ ਕਹਿ ਦਿੰਦੇ ਆ। ਤੋ ਅਲੱਗ ਅਲੱਗ ਬੋਲੀਆਂ। ਬਾਕੀ ਸੱਪਾਂ ਦੀ ਤਾਂ ਬਹੁਤ ਬੜੀ ਸਟੱਡੀ ਹੈ, ਬੜਾ ਭਾਰੀ ਚੈਪਟਰ ਹੈ। 360 ਕੁਲੀਆਂ ਤਾਂ ਸਪੇਰੇ ਵੀ ਕਹਿੰਦੇ ਵੀ ਇਹਨਾਂ ਦੀਆਂ ਹੁੰਦੀਆਂ, ਨਾਗਾਂ ਦੀਆਂ 360 ਕੁਲੀਆਂ ਹੁੰਦੀਆਂ। ਇਹ ਵੀ ਸੁਣਨ ਵਿੱਚ ਆਉਂਦੀਆਂ ਗੱਲਾਂ, ਕਿਹੜੀਆਂ ਕਦੇ ਕਿਸੇ ਨੇ ਦੇਖਿਆ ਕੋਲ ਤੋਂ। ਪਰ ਇੱਕ ਗੱਲ ਜ਼ਰੂਰ ਹੈ ਵੀ ਇਹਨਾਂ ਦੇ ਇੰਸਟੀਚਿਊਟ ਬਣੇ ਹੋਏ ਬੋਂਬੇ ਵੀ ਹੈ, ਇੱਧਰ ਕਸੌਲੀ ਵੀ ਹੈ। ਉੱਥੇ ਆਮ ਬੰਦੇ ਵਿੱਚ ਫਿਰਦੇ ਰਹਿੰਦੇ ਸੱਪਾਂ ਦੇ ਕੋਲ, ਫਿਰ ਸੱਪਾਂ ਨੂੰ ਇਰੀਟੇਟ ਕਰਕੇ ਉਹਦਾ ਡੰਗ ਮਰਾਉਂਦੇ ਕਿਸੇ ਬੋਤਲ ਦੇ ਵਿੱਚ ਜਾਂ ਕਿਸੇ ਚੌੜੇ ਭਾਂਡੇ 'ਚ, ਉਹਨਾਂ ਨੂੰ ਛੇੜ ਛੇੜ ਕੇ ਉਹ ਫਿਰ ਜ਼ਹਿਰ ਇਕੱਠੀ ਕਰਦੇ ਆ, ਉਹਦਾ ਫਿਰ ਐਂਟੀਵੀਨਮ ਟੀਕਾ ਬਣਦਾ। ਉੱਥੇ ਜਦੋਂ ਵਰਤਾਰਾ ਦੇਖੀਦਾ ਮਿਊਜ਼ੀਅਮ ਵਗੈਰਾ, ਆਪਣਾ ਜਿਹੜੇ ਉਹਨਾਂ ਦੇ ਖਾਸ ਕਿਸਮ ਦੇ ਹੁੰਦੇ ਵਿੱਚ ਜਿੱਥੇ ਸੱਪ ਰੱਖੇ ਹੋਏ ਹੁੰਦੇ, ਉਹ ਟੀ ਵੀ 'ਚ ਵੀ ਅਕਸਰ ਦਿਖਾਏ ਜਾਂਦੇ। ਉੱਥੇ ਉਹ ਡਰਦੇ ਹੀ ਨਹੀਂ ਸੱਪਾਂ ਤੋਂ ਜਮਾਂ ਹੀ। ਉਹਨਾਂ ਨੂੰ ਦੇਖ ਕੇ ਇਹ ਲੱਗਦਾ ਵੀ ਇਹ ਸਪੇਰੇ ਜਿਹੜਾ ਉਹ ਮੰਤਰ ਜਿਹਾ ਪੜ੍ਹਦੇ ਆ ਵੀ ਉਹ ਸ਼ਾਇਦ ਐਵੇਂ ਲੋਕਾਂ ਨੂੰ ਪ੍ਰਭਾਵਿਤ ਕਰਨ ਖਾਤਰ ਕਰਦੇ ਹੋਵੇ। ਉਹ ਅਕਸਰ ਫੜੀ ਫਿਰਦੇ ਉਹਨੇ ਸੱਪਾਂ ਨੂੰ। ਸਾਡੇ ਨਾਲ ਇੱਕ ਕਰਾਲੀ ਬੰਦਾ ਹੁੰਦਾ ਸੀ, ਹੈ ਤਾਂ ਕਿਸਾਨ ਸੀ ਉਹ, ਦਸਾਰਨੇ ਪਿੰਡ ਦਾ, ਜੀਤ ਸੀ ਉਹਦਾ ਨਾਂ, ਹੁਣ ਵੀ ਸ਼ਾਇਦ ਹੋਵੇ, ਹੁਣ ਤਾਂ ਪਤਾ ਨਹੀਂ। ਉਹ ਸੱਪ ਨੂੰ ਹੱਥ ਨਾਲ ਪਕੜ ਕੇ ਫੜ ਲੈਂਦਾ ਸੀਗਾ, ਭਗਾ ਕੇ ਮਾਰਦਾ ਸੀ। ਇੱਕ ਵਾਰ ਉਹਨੇ ਦੱਸਿਆ ਸੀ ਦਾਸਰੇ ਨੂੰ, ਕਹਿੰਦਾ ਜੀ ਮੇਰੇ ਲੜ ਵੀ ਗਿਆ ਸੀ, ਮੈਂ ਆ ਫਿਰ ਉਂਗਲੀ ਵੱਢਤੀ ਸੀ ਉਦੋਂ ਖੁਰਪੇ ਦੇ ਨਾਲ, ਚੀਚੀ ਉਂਗਲੀ ਵੱਢੀ ਸੀ ਉਹਦੀ ਸ਼ਾਇਦ। ਤੋ ਇਹ ਡਰ ਜਿਹੜਾ ਹੈ, ਡਰ ਬਹੁਤ ਜ਼ਿਆਦਾ ਹੈ। ਵੈਸੇ ਇਹੀ ਜਿਹੀ ਗੱਲ ਹੈ ਨਹੀਂ ਹੈ, ਇਹਨਾਂ ਨੂੰ ਜਾਂਚ ਹੁੰਦੀ ਹੈ ਸਪੇਰਿਆਂ ਨੂੰ। ਇਹ ਉਹਦੇ ਛੋਟੀ ਜਿਹੀ ਸੋਟੀ ਦੇ ਨਾਲ ਉਹਦੀ ਸਿਰੀ ਨੂੰ ਫੜ ਲੈਂਦੇ, ਬਾਅਦ ਵਿੱਚ ਜਦ ਪਕੜ ਕੇ ਫਿਰ ਉਹ ਝੋਲੀ 'ਚ ਪਾਉਣ ਤੋਂ ਪਹਿਲਾਂ ਮੂੰਹ ਅੱਡ ਕੇ, ਜਿਵੇਂ ਗਿਆਨੀ ਜੀ ਤੁਸੀਂ ਦੱਸਿਆ, ਉਹ ਮੂੰਹ ਅੱਡ ਕੇ ਨਾ ਇੱਕ ਪਹਿਲਾਂ ਬੂਟੀ ਮਲਦੇ ਉਹਨਾਂ ਦੇ ਦੰਦਾਂ ਪਰ, ਸੱਪ ਦੇ ਪਰ ਕੋਈ, ਫਿਰ ਨਾ ਇੱਕ ਰੱਸੀ ਜੀ ਆ ਪਤਲੀ ਜੀ ਲੀਰ ਲੈ ਕੇ ਕੱਪੜੇ ਦੀ, ਉਹ ਦੰਦਾਂ ਨੂੰ ਪੱਟ ਦਿੰਦੇ ਆ, ਖਾੜ ਦਿੰਦੇ ਆ, ਵੀ ਤਾਂ ਕਿ ਮੁੜ ਕੇ ਡੰਗ ਨਾ ਮਾਰੇ। ਜਦ ਦੰਦੇ ਨਹੀਂ ਹੋਣਗੇ ਫਿਰ ਭਾਵੇਂ ਸੱਪ ਕੋਲ ਫਿਰੀ ਜਾਵੇ। ਇੱਕ ਡਰ ਜ਼ਰੂਰ ਹੁੰਦਾ, ਪਰ ਜਿਹੜੇ ਵਿੱਚ ਰਹੇ ਨੇ ਉਹਨਾਂ ਦਾ ਡਰ ਚੱਕਿਆ ਵੀ ਜਾਂਦਾ। ਫਿਰ ਹੋ ਸਕਦਾ ਉਹ ਜਿਹੜੇ ਇੰਸਟੀਚਿਊਟ ਵਗੈਰਾ 'ਚ ਹੈ, ਪਰ ਉਹ ਇੱਕ ਗੱਲ ਹੋਰ ਵੀ ਹੈ ਵੀ ਜੇ ਦੰਦ ਨਹੀਂ ਹੋਣਗੇ ਤਾਂ ਫਿਰ ਉਹ ਇਰੀਟੇਟ ਹੋ ਕੇ ਜ਼ਹਿਰ ਕਿਵੇਂ ਕੱਢੂਗਾ। ਇਹ ਕੁਝ ਗੱਲਾਂ ਆਈਆਂ ਜਿਹੜੀਆਂ ਅਜੇ ਅਨੁਭਵ ਵਿੱਚ ਹੈ ਨਹੀਂ, ਜਦੋਂ ਬੰਦਾ ਆਪ ਵਿੱਚ ਹੋਵੇ ਤਾਂ ਹੋਰ ਜਾਣਕਾਰੀ ਮਿਲ ਸਕਦੀ ਹੈ। ਕੋਈ ਨਾ ਕੋਈ ਹੋਰ ਇਸ ਗਰੁੱਪ ਦਾ ਜਾਂ ਇਸ ਤੋਂ ਬਾਹਰ ਵੀ ਇਹ ਗੱਲਾਂ ਚਲੇ ਜਾਂਦੀਆਂ, ਕੋਈ ਹੋਰ ਜਾਣਕਾਰੀ ਦਊਗਾ ਤਾਂ ਬਹੁਤ ਵਧੀਆ ਬਾਤ ਹੈ। ਇੱਕ ਗੱਲ ਕਹਿ ਕੇ ਸਮਾਪਤੀ ਕਰਾਂ, ਬਾਹਰ ਜਾਣ ਦੀ ਗੱਲ ਕੱਲ੍ਹ ਕੁ ਜੇ ਵੀ ਸ਼ਾਇਦ ਆਈ ਸੀ ਗਰੁੱਪ 'ਚ, ਗਿਆਨੀ ਗੁਰਵਿੰਦਰ ਸਿੰਘ ਜੀ ਨੇ ਦੱਸੀ ਸੀ ਵੀ ਆਸਟ੍ਰੇਲੀਆ 'ਚ ਕੋਈ ਬੰਦਾ ਕੋਈ ਬੁੱਕ ਲਿਖ ਰਿਹਾ ਹੈ, ਉਹਨੂੰ ਇਸ ਗਰੁੱਪ 'ਚੋਂ ਕੋਈ ਗੱਲ, ਕੋਈ ਸ਼ਬਦ ਤੁਕ ਸੀ ਸ਼ਾਇਦ ਗੁਰਬਾਣੀ ਦੀ, ਜਾਂ ਪਤਾ ਨਹੀਂ ਕਿਆ ਸੀ, ਜਾਣੀ ਕੁਛ ਸੀ। ਮੈਨੂੰ ਪੁੱਛਿਆ ਸੀ ਇਹਨਾਂ ਨੇ ਪਰਸਨਲ ਤੇ, ਫਿਰ ਉਹ ਦੱਸੀ ਸੀ ਇਹਨਾਂ ਨੂੰ। ਤਾਂ ਮਤਲਬ ਇਹ ਵੀ ਬਾਹਰ ਜਾਂਦੀ ਹੈ ਬਾਤ, ਜਾਣੀ ਚਾਹੀਦੀ ਹੈ। ਗੁਰੂ ਦਾ ਸੁਨੇਹਾ ਹੈ, ਸੰਦੇਸ਼ ਹੈ, ਅੱਛੀ ਬਾਤ ਹੈ। ਤੋ ਜੇ ਕੋਈ ਸੁਣ ਕੇ ਫਿਰ ਗਰੁੱਪ 'ਚ ਵੀ ਸ਼ਾਮਿਲ ਹੋ ਜਾਏ ਤਾਂ ਹੋਰ ਵੀ ਚੰਗੀ ਗੱਲ ਹੈ। ਆਫਟਰ ਆਲ ਜਿੰਨੀ ਵੀ ਕੋਈ ਗੁਰੂ ਦੀ ਗੱਲ ਕਰ ਸਕੇ ਕਿਸੇ ਵੀ ਵੇ 'ਚ, ਪ੍ਰੈਕਟੀਕਲ ਵੇ 'ਚ, ਥਿਓਰੇਟੀਕਲ ਵੇ 'ਚ, ਚੰਗੀ ਉਹ ਬਾਤ ਹੈ। ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।